ਤੁਹਾਨੂੰ ਕੀ ਲੱਗਦਾ ਹੈ ਕਿ ਨਿਆਣਾ ਸੋਚਣ ਤੋਂ ਵੀ ਪਹਿਲਾਂ ਤੁਹਾਡੀ ਸੋਚ ਕਿਵੇਂ ਦੀ ਹੋਣੀ ਚਾਹੀਦੀ ਹੈ ਆਪਦੇ ਆਪ ਲਈ, ਆਪਦੇ ਸਰੀਰ ਲਈ? ਪੇਸ਼ੈਂਟ ਨੂੰ ਇਹ ਦਿਮਾਗ 'ਚ ਰੱਖਣਾ ਚਾਹੀਦਾ ਕਿ ਉਹਨੂੰ ਇੱਕ ਤਾਂ ਆਪਣਾ ਵਾਕ ਰੈਗੂਲਰ ਰੱਖੇ, ਆਪਣਾ weight ਨਾ ਵਧਣ ਦੇਣ। ਲੇਕਿਨ ਮੇਰੇ ਹਿਸਾਬ ਦੇ ਨਾਲ ਜਿਹੜਾ ਬੇਬੀ ਹੈ ਉਹਨੂੰ ਤੁਹਾਡੀ ਬੋਡੀ ਨੇ ਹੀ ਗਰੋ ਕਰਨਾ ਔਰ ਬਾਅਦ 'ਚ ਤੁਹਾਡੀ ਬੋਡੀ ਨੇ ਹੀ ਸੰਭਾਲਣਾ, ਤਾਂ ਉਹਦੇ 'ਤੇ ਜ਼ਿਆਦਾ ਵਰਕਆਊਟ ਕਰੋ। ਟੌਪੀਕਲ ਮੈਡੀਸਨ, ਟੌਪੀਕਲ ਇਨ ਦਾ ਸੈਂਸ ਕਿ ਜੇ ਅਸੀਂ ਸਕਿਨ 'ਤੇ ਵੀ ਮੈਡੀਸਨ ਲਗਾ ਰਹੇ ਹਾਂ ਨਾ, ਫਸਟ 3 ਮੰਥਸ ਡਾਕਟਰ ਨੂੰ ਪੁੱਛ ਲਓ ਕਿ ਜਿੱਦਾਂ ਸਵੇਰੇ ਜੇ ਕਿਸੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਸਵੇਰੇ ਉੱਠਦੇ ਹੀ ਵੋਮਿਟਿੰਗ ਆਉਂਦੀ ਹੈ ਤਾਂ ਪਹਿਲਾਂ ਆਪਣਾ ਬੈੱਡ 'ਤੇ ਬੈਠ ਕੇ ਆਪਣੇ ਪੈਰ ਹਿਲਾਉਣ, ਫਿਰ ਉਸ ਤੋਂ ਬਾਅਦ ਜਿੱਦਾਂ ਬਰਸ਼ ਕਰਨ ਤੋਂ ਬਾਅਦ ਇੱਕ ਸੁੱਕੀ ਚੀਜ਼ ਖਾਣ, ਲਿਕੁਇਡ ਉਹ ਜਿੰਨਾ ਲੈਣਗੇ ਉਹਨਾਂ ਨੂੰ ਵੋਮਿਟਿੰਗ ਜ਼ਿਆਦਾ ਆਏ। ਆਪਣੇ ਪੇਸ਼ੈਂਟ ਨੂੰ ਕੋਸ਼ਿਸ਼ ਇਹ ਕਰੋ ਕਿ ਮੈਂ ਤਾਂ ਇਹ ਕਹਿੰਦੀ ਹਾਂ ਕਿ ਜੇ ਕੋਈ ਮੈਡੀਕਲ ਇਲਨੈਸ ਨਹੀਂ ਹੈ ਤਾਂ ਪ੍ਰੈਗਨੈਂਸੀ ਡਿਜ਼ੀਜ਼ ਨਹੀਂ ਹੈ, ਪੇਸ਼ੈਂਟ ਨੂੰ ਐਕਟਿਵ ਰੱਖੋ। ਸ਼ਾਮ ਨੂੰ ਦੋਨੋਂ ਹਸਬੈਂਡ ਵਾਈਫ ਸੈਰ ਕਰਨ ਜਾਓ, ਸਵੇਰੇ ਸ਼ਾਮ ਦੀ ਸੈਰ ਤੁਹਾਨੂੰ ਬਹੁਤ ਹੈਲਪ ਕਰੇਗੀ। ਕਿ ਵਾਕਈ ਇਚਿੰਗ ਹੋਣਾ ਐਡੀ ਵੱਡੀ ਚੀਜ਼ ਹੈ? ਉਹਦਾ ਕੀ ਇਫੈਕਟ ਹੋ ਸਕਦਾ? ਨਹੀਂ, ਮੈਂ ਕਾਰਨ ਦੱਸਦੀ ਹਾਂ ਪਹਿਲਾਂ। ਉਹਦਾ ਕਾਰਨ ਇਹ ਹੁੰਦਾ ਕਿ ਜਦੋਂ 7 ਮੰਥ ਤੋਂ ਬਾਅਦ ਬੱਚਾ ਜਿਹੜਾ ਆ ਉਹ ਪੈਲਵਿਸ ਜਿੱਦਾਂ ਉੱਪਰ ਆ ਗਿਆ, ਉੱਪਰ ਆ ਕੇ ਗੋਲ ਬਲੈਡਰ ਹੁੰਦਾ ਜੀ, ਗੋਲ ਬਲੈਡਰ ਤੇ ਪ੍ਰੈਸ਼ਰ ਪੈਂਦਾ, ਉਹਦੇ ਚੋਂ ਹਾਰਮੋਨ ਸਿਕਰੀਟ ਹੋਣ ਕਰਕੇ ਈਚਿੰਗ ਹੁੰਦੀ। ਘਰ ਦਾ ਸਾਤਵਿਕ ਖਾਣਾ ਅੱਜ ਵੀ ਬੈਸਟ ਹੈ, ਕੱਲ ਵੀ ਬੈਸਟ ਸੀ ਔਰ ਹਮੇਸ਼ਾ ਬੈਸਟ ਰਹੇ। ਜਿਹੜੀ ਅਸਲੀ ਪੇਨ ਹੁੰਦੀ ਹੈ ਕਈ ਵਾਰ ਉਹਦੇ ਨਾਲ ਬਲੱਡ ਸਟੇਨ ਵੀ ਲੱਗ ਜਾਂਦਾ, ਤੇ ਜੇ ਉਹ ਲੱਗਦਾ ਤਾਂ ਕਾਈਂਡਲੀ ਇਹ ਫਿਰ ਤੁਹਾਡੇ ਜਿਹੜੀਆਂ ਰੀਅਲ ਪੇਨਸ ਦੇ ਵੱਲ ਇੰਡੀਕੇਟ ਕਰਦਾ, ਤਾਂ ਡਾਕਟਰ ਨੂੰ ਮਿਲੋ। ਜਿਹੜੀ ਪੇਨ ਰੈਗੂਲਰ ਹੋ ਰਹੀ ਹੈ ਉਹ ਜ਼ਿਆਦਾਤਰ ਫਾਲਸ ਹੁੰਦੀ ਹੈ। ਪਹਿਲੇ 3 ਮਹੀਨੇ ਪੌੜੀਆਂ ਨਹੀਂ ਚੜ੍ਹਨੀਆਂ ਚਾਹੀਦੀਆਂ। ਜੇ ਤੁਸੀਂ ਵਹੀਕਲ ਤੇ ਜਾਂਦੇ ਹੋ ਤਾਂ ਤੇਜ਼ ਨਹੀਂ ਚਲਾਉਣਾ, ਕੋਸ਼ਿਸ਼ ਤਾਂ ਕਰੋ ਵਹੀਕਲ ਅਵੋਇਡ ਕਰੋ, ਕਿਉਂਕਿ ਤੁਸੀਂ ਵਹੀਕਲ ਤਾਂ ਸਲੋ ਚਲਾ ਸਕਦੇ ਹੋ। ਦੂਸਰੇ ਪਾਸੇ ਕੋਈ ਕਿੱਦਾਂ ਆ ਰਿਹਾ ਜਾਂ ਕੋਈ ਖੱਡਾ ਵਗੈਰਾ ਜਾਂ ਕੋਈ ਚੀਜ਼ ਨਹੀਂ ਆ ਰਹੀ, ਉਹ ਚੀਜ਼ ਅਵੋਇਡ ਕਰਨੀ ਚਾਹੀਦੀ ਹੈ। ਥੋੜਾ ਆਪਸ ਦਾ ਪਰਹੇਜ਼ ਰੱਖਣਾ ਚਾਹੀਦਾ। ਜਦੋਂ ਵੀ ਕਿਸੇ ਨੂੰ ਪ੍ਰੈਗਨੈਂਸੀ ਹੁੰਦੀ ਹੈ, ਚਾਹੇ ਉਹ ਡਾਕਟਰ ਹੈ ਚਾਹੇ ਉਹ ਪੇਸ਼ੈਂਟ ਹੈ, ਪਰਮਾਤਮਾ ਨਾਲ ਜੁੜ ਕੇ ਰਹੋ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ, ਪ੍ਰੋਗਰਾਮ ਸਿਹਤ ਸੱਤ ਵੇਖ ਰਹੇ ਹੋ ਤੁਸੀਂ। ਅੱਜ ਵੀ ਅਸੀਂ ਡਾਕਟਰ ਮਮਤਾ ਸ਼ਰਮਾ ਹੁਣਾਂ ਨਾਲ ਹੀ ਗੱਲਬਾਤ ਕਰ ਰਹੇ ਹਾਂ, ਅਤੇ ਗੱਲਬਾਤ ਦਾ ਵਿਸ਼ਾ ਹੈ ਕਿ ਗਰਭਵਤੀ ਔਰਤਾਂ ਨੇ ਜਿਹੜੀਆਂ ਉਹ ਆਪਣਾ ਧਿਆਨ ਕਿਵੇਂ ਰੱਖਣ। ਕਈ ਵਾਰੀ ਹੁੰਦਾ ਹੈ ਕਿ ਸਾਡੇ ਘਰਾਂ ਦੇ ਵਿੱਚ ਬਜ਼ੁਰਗ ਵੀ ਨਹੀਂ ਹੁੰਦੇ, ਜਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਹਰ ਉਹ ਮਾਂ ਜੋ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ ਉਹਨੂੰ ਸੱਚੀ ਨਹੀਂ ਪਤਾ ਹੁੰਦਾ ਕਿ ਉਹਨੇ ਆਪਣੇ ਸਰੀਰ ਦੀ ਦੇਖਭਾਲ ਕਿਵੇਂ ਕਰਨੀ ਆ, ਜਾਂ ਜਿਹੜਾ ਬੱਚਾ ਉਹਦੇ ਅੰਦਰ ਪਲ ਰਿਹਾ ਉਹਦੇ ਮੁਤਾਬਕ ਉਹਨੂੰ ਕਿੰਨੀ ਕੁ ਖੁਰਾਕ ਚਾਹੀਦੀ ਆ। ਜਾਂ ਜ਼ਿਆਦਾਤਰ ਜਿਹੜਾ ਅਸੀਂ ਚੀਜ਼ ਅੱਜ ਕੱਲ੍ਹ ਮਹਿਸੂਸ ਕਰਦੇ ਹਾਂ ਕਿ ਬਹੁਤ ਸਾਰੇ ਜਿਹੜੇ ਨਿਆਣੇ ਨੇ ਉਹ ਛੇਤੀ ਨਿਆਣਾ ਪੈਦਾ ਨਹੀਂ ਕਰਨਾ ਚਾਹੁੰਦੇ ਹੁੰਦੇ, ਪਰ ਜੇ ਉਹ ਕਨਸੀਵ ਕਰ ਲੈਂਦੇ ਨੇ ਕਈ ਵਾਰ ਉਹ ਚੀਜ਼ ਵੀ ਹੈ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੀਆਂ ਉਲਝਣਾਂ ਪੈਦਾ ਕਰ ਦਿੰਦੀ ਆ। ਅਤੇ ਇਸ ਚੀਜ਼ 'ਤੇ ਆਪਾਂ ਗੱਲਬਾਤ ਕਰਾਂਗੇ ਕਿ ਬੱਚਾ ਕਨਸੀਵ ਹੋਣ ਤੋਂ ਪਹਿਲਾਂ ਵੀ ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਨਿਆਣਾ ਕਰਨਾ ਚਾਹੁੰਦੇ ਹੋ, ਅਤੇ ਉਸ ਤੋਂ ਪਹਿਲਾਂ ਵੀ ਤੁਸੀਂ ਆਪਣੇ ਸਰੀਰ ਨੂੰ ਜਾਂ ਆਪਣੇ ਮਾਨਸਿਕਤਾ ਨੂੰ ਕਿਵੇਂ ਦੀ ਦੇਖਭਾਲ ਦੇਣੀ ਆ, ਅਤੇ ਜਦੋਂ ਬੱਚਾ ਕਨਸੀਵ ਹੋ ਜਾਂਦਾ ਉਸ ਤੋਂ ਬਾਅਦ ਤੁਹਾਡੀ ਖੁਰਾਕ, ਤੁਹਾਡੀ ਸਾਂਭ ਸੰਭਾਲ ਆ ਜਿਹੜੀ ਉਹ ਕਿਵੇਂ ਦੀ ਹੋਣੀ ਚਾਹੀਦੀ ਹੈ, ਇਸ ਚੀਜ਼ 'ਤੇ ਆਪਾਂ ਗੱਲਬਾਤ ਕਰਦੇ ਹਾਂ। ਉਹਨਾਂ ਨੂੰ ਆਪਾਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ, ਕੀ ਹਾਲ ਹੈ? ਬਿਲਕੁਲ ਠੀਕ ਠਾਕ ਮੈਮ। ਹਾਂ, ਥੈਂਕ ਯੂ ਪਹਿਲਾਂ ਤਾਂ ਬੀ ਸੋਸ਼ਲ ਦਾ ਇੰਨੀ ਅੱਛੀ ਅਵੇਅਰਨੈਸ ਕਰਨ ਲਈ। ਮੈਨੂੰ ਆਪ ਵੀ ਬਹੁਤ ਅੱਛਾ ਲੱਗ ਰਿਹਾ ਕਿ ਜਦੋਂ ਕੋਈ ਪੇਸ਼ੈਂਟ ਆਪਣੀ ਕੁਐਰੀਜ਼ ਪੁੱਛਦੇ ਹੈ ਔਰ ਉਹਨਾਂ ਦੇ ਵੱਲ ਪੋਜ਼ਿਟਿਵ ਅਪਰੋਚ ਜਾ ਰਹੀ ਹੈ ਔਰ ਥਾਟਸ ਪੋਜ਼ਿਟਿਵ ਜਾ ਰਹੇ ਹੈ। ਥੈਂਕ ਯੂ ਸੋ ਵੈਰੀ ਮਚ। ਮੈਂ ਤਾਂ ਖੁਦ ਹੁਣ ਕਿੰਨੀ ਵਾਰੀ ਹੈ ਨਾ ਜਦੋਂ ਇਸ ਪ੍ਰੋਗਰਾਮ ਦੇ ਜ਼ਰੀਏ ਬਹੁਤ ਸਾਰੇ ਡਾਕਟਰਸ ਨੂੰ ਮਿਲਦੇ ਹਾਂ, ਅਤੇ ਮੈਨੂੰ ਖੁਦ ਨੂੰ ਲੱਗਦਾ ਹੁੰਦਾ ਵੀ ਸਾਨੂੰ ਵੀ ਕਿੰਨੀ ਜ਼ਰੂਰਤ ਸੀ ਡਾਕਟਰਸ ਨੂੰ ਮਿਲਣ ਦੀ, ਹੈ ਨਾ। ਵੀ ਜਦੋਂ ਸਾਡੇ ਬੱਚੇ ਹੋਣ ਵਾਲੇ ਸੀਗੇ ਆਪਾਂ ਨੋਰਮਲੀ ਡਾਕਟਰ ਕੋਲੇ ਬਸ ਇਹੀ ਜਾਂਦੇ ਹੁੰਦੇ ਹਾਂ ਕਿ ਮੈਂ ਦਵਾਈ ਲੈਣੀ ਆ ਜਾਂ ਮੈਂ ਇੱਕ ਰੂਟੀਨ ਚੈੱਕਅਪ ਲਈ ਜਾਣਾ, ਹੈ ਨਾ। ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਡਾਕਟਰ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ, ਹੈ ਨਾ। ਅਤੇ ਹੁਣ ਸੱਚੀ ਮਿਸ ਕਰਦੇ ਹਾਂ ਉਹ ਚੀਜ਼ਾਂ ਨੂੰ ਕਿ ਅਸੀਂ ਜੇ ਉਨੇ ਅਵੇਅਰ ਹੁੰਦੇ ਤਾਂ ਉਹ ਸ਼ਾਇਦ ਸਾਡਾ ਪੀਰੀਅਡ ਵੀ ਜ਼ਿਆਦਾ ਵਧੀਆ ਹੁੰਦਾ, ਹੈ ਨਾ। ਅਤੇ ਮੈਂ ਸਭ ਤੋਂ ਪਹਿਲਾ ਸਵਾਲ ਨਾ ਜਿਹੜਾ ਮੇਰੇ ਮਨ 'ਚ ਆਪਣੇ ਆਪ ਨੂੰ ਜੋੜ ਕੇ ਆਇਆ ਸੀਗਾ ਕਿ ਜਦੋਂ ਅਸੀਂ ਕਈ ਵਾਰੀ ਸੋਚਦੇ ਨਹੀਂ ਕਿ ਅਸੀਂ ਹੁਣ ਨਿਆਣਾ ਕਰਨਾ ਚਾਹੁੰਦੇ ਹਾਂ, ਹੈ ਨਾ, ਅਤੇ ਕਈ ਵਾਰੀ ਕਨਸੀਵ ਕਰ ਜਾਂਦੇ ਹਾਂ, ਅਤੇ ਉਸ ਤੋਂ ਪਹਿਲਾਂ ਕਈ ਜੋੜੇ ਨੇ ਜਿਹੜੇ ਬਹੁਤ ਪਲੈਨਿੰਗ ਨਾਲ ਇਹ ਚੀਜ਼ਾਂ ਕਰਦੇ ਆ। ਉਹਨਾਂ ਨੂੰ ਪਤਾ ਹੁੰਦਾ ਕਿ ਇੰਨੇ ਸਾਲ ਬਾਅਦ ਮੈਂ ਬੱਚਾ ਪਲਾਨ ਕਰਨਾ, ਹੈ ਨਾ। ਪਰ ਅਸੀਂ ਇਹ ਚੀਜ਼ ਤਾਂ ਸੋਚਦੇ ਹਾਂ ਕਿ ਪਲੈਨਿੰਗ ਹੈ, ਪਰ ਅਸੀਂ ਆਪਣੀ ਬੋਡੀ ਨੂੰ ਉਸ ਚੀਜ਼ ਲਈ ਤਿਆਰ ਨਹੀਂ ਕਰਦੇ, ਹੈ ਨਾ। ਅੱਜ ਕੱਲ੍ਹ ਜਿਵੇਂ ਬਹੁਤ ਜ਼ਿਆਦਾ ਟਰੈਂਡ ਆ, ਕੁੜੀਆਂ ਜੰਕ ਫੂਡ ਬਹੁਤ ਖਾ ਰਹੀਆਂ ਨੇ, ਅਤੇ ਤੁਹਾਨੂੰ ਕੀ ਲੱਗਦਾ ਕਿ ਨਿਆਣਾ ਸੋਚਣ ਤੋਂ ਵੀ ਪਹਿਲਾਂ ਤੁਹਾਡੀ ਸੋਚ ਕਿਵੇਂ ਦੀ ਹੋਣੀ ਚਾਹੀਦੀ ਹੈ ਆਪਦੇ ਆਪ ਲਈ, ਆਪਦੇ ਸਰੀਰ ਲਈ? ਹਾਂਜੀ ਮੈਮ, ਇਹ ਬਹੁਤ ਅੱਛੀ ਜਿਹੜੀ ਤੁਸੀਂ ਮੈਨੂੰ ਗੱਲ ਪੁੱਛੀ ਆ ਨਾ,
ਇੱਥੇ ਨਹੀਂ, ਇੰਡੀਆ 'ਚ ਨਹੀਂ, ਅਬਰੋਡ 'ਚ ਵੀ। ਹੁਣ ਮੈਂ ਬਹੁਤ ਸਾਰੇ ਐਸੇ ਪੇਸ਼ੈਂਟ ਹੈ ਜਿਨ੍ਹਾਂ ਦੀ ਨਾਲ ਮੈਂ ਗੱਲ ਕਰਦੀ ਹਾਂ, ਤਾਂ ਮੈਨੂੰ ਇਹ ਕਰ ਰਹੇ ਆ ਕਿ ਜਿੱਦਾਂ ਕਈਆਂ ਨੇ 6 years ਹੋ ਗਏ, ਹਾਂਜੀ, ਕਈਆਂ ਦੇ 5 years ਹੋ ਗਏ, 7 years ਹੋ ਗਏ, ਦੇ ਵਰ ਜਸਟ ਪਲੈਨਿੰਗ ਔਰ ਦੇ ਵਾਂਟ ਟੂ। ਦੇਖੋ ਇੱਕ ਅੱਛੀ ਚੀਜ਼ ਹੈ, ਉਹਨਾਂ ਦੀ ਸੋਚ ਅੱਛੀ ਹੈ ਕਿ ਬੇਬੀ ਆਉਣ ਤੋਂ ਪਹਿਲਾਂ ਉਹਨਾਂ ਦੇ ਕੋਲ ਇਨਫ ਹੋਣਾ ਚਾਹੀਦਾ। ਪਰ ਮੈਂ ਤੁਹਾਨੂੰ ਇੱਕ ਗੱਲ ਬਹੁਤ ਹੀ ਇੱਕ ਮੈਡੀਕਲੀ ਦੱਸ ਰਹੀ ਹਾਂ ਕਿ ਜਦੋਂ ਵੀ ਕੋਈ ਬੇਬੀ ਆਉਂਦਾ ਨਾ, ਉਹ ਮਟੀਰੀਅਲਿਸਟਿਕ ਚੀਜ਼ਾਂ ਨਹੀਂ ਦੇਖ ਸਕਦਾ। ਮੈਂ ਹਰੇਕ ਨੂੰ ਇਹ ਗੱਲ ਸਮਝਾਉਂਦੀ ਹਾਂ ਕਿ ਤੁਸੀਂ ਨਾ ਤਾਂ ਉਹਨੇ ਤੁਹਾਡਾ ਆਈਫੋਨ ਦੇਖਣਾ, ਨਾ ਤੁਹਾਡਾ ਘਰ ਕੈਸਾ ਇਹ ਦੇਖਣਾ, ਉਹਨੇ ਦੇਖਣਾ ਮੰਮਾ ਦੀ ਗੋਦ ਔਰ ਪਾਪਾ ਦੇ ਕਿੰਨੀ ਆਸ-ਪਾਸ ਕੀ ਉਹਦੇ ਅਟੈਂਸ਼ਨ ਮਿਲ ਰਹੀ ਹੈ, ਜਿਹਦੇ ਨਾਲ ਉਹ ਇੱਕ ਹੈਲਦੀ ਐਟਮੋਸਫੇਅਰ 'ਚ ਜਾ ਸਕੇ। ਇਹ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਫਾਈਨੈਂਸ਼ਲੀ ਵੀ ਸਟਰੋਂਗ ਰਹੋ, ਲੇਕਿਨ ਇੰਨਾ ਟਾਈਮ ਨਾ ਆਪਣਾ ਬੱਚੇ ਖਰਾਬ ਕਰੋ ਕਿ ਏਜ ਫੈਕਟਰ ਤੁਹਾਨੂੰ ਥੋੜਾ ਜਿਹਾ ਤੰਗ ਕਰੇ। ਦੂਸਰੀ ਜਿਹੜੀ ਤੁਸੀਂ ਬਹੁਤ ਅੱਛੀ ਚੀਜ਼ ਪੁੱਛੀ ਹੈ ਉਹ ਇਹ ਹੈ ਕਿ ਪੇਸ਼ੈਂਟ ਨੂੰ ਮਟੀਰੀਅਲਿਸਟਿਕ ਚੀਜ਼ਾਂ ਤਾਂ ਚਲੋ ਹੋ ਗਈਆਂ ਕਿ ਤੁਸੀਂ ਫਾਈਨੈਂਸ਼ਲੀ ਅੱਛਾ ਹੋਣਾ ਚਾਹੁੰਦੇ ਹੋ, ਉਸ ਤੋਂ ਪਹਿਲਾਂ ਜਿਹੜਾ ਤੁਹਾਡਾ ਮੇਨ ਜਿਹੜੀ ਚੀਜ਼ ਤੁਸੀਂ ਛੱਡ ਦਿੰਦੇ ਹੋ ਕਿ ਉਹਨਾਂ ਚੀਜ਼ਾਂ ਪਿੱਛੇ ਭੱਜਣ ਲਈ ਤੁਸੀਂ ਜੌਬ ਵੀ 10-10 ਘੰਟੇ ਦੀ ਕਰ ਰਹੇ ਹੋ, ਸਟ੍ਰੈਸ ਵੀ ਲੈ ਰਹੇ ਹੋ, ਉਹਨਾਂ ਚੀਜ਼ਾਂ ਕਰਕੇ ਤੁਹਾਡੇ ਬਾਡੀ ਦੇ ਜਿਹੜੇ ਹਾਰਮੋਨਸ ਖਰਾਬ ਹੁੰਦੇ ਆ। ਫਿਰ ਜਦੋਂ ਤੁਸੀਂ ਪ੍ਰੈਗਨੈਂਸੀ ਪਲਾਨ ਕਰਦੇ ਹੋ ਉਹਦੇ 'ਚੋਂ ਜ਼ਰੂਰ ਦਿੱਕਤ ਕਰਦੇ ਆ, ਠੀਕ ਹੈ। ਤਾਂ ਜਦੋਂ ਵੀ ਤੁਸੀਂ ਬੇਬੀ ਪਲਾਨ ਕਰਨਾ ਹੈ, ਐਟਲੀਸਟ ਪੇਸ਼ੈਂਟ ਨੂੰ ਇਹ ਦਿਮਾਗ 'ਚ ਰੱਖਣਾ ਚਾਹੀਦਾ ਕਿ ਉਹਨੂੰ ਇੱਕ ਤਾਂ ਆਪਣਾ ਵਾਕ ਰੈਗੂਲਰ ਰੱਖੇ, ਆਪਣਾ weight ਨਾ ਵਧਣ ਦੇਣ, ਫੋਲਿਕ ਐਸਿਡ ਚਾਹੇ ਉਹ ਨੈਚੁਰਲ ਲੈਣ ਚਾਹੇ ਉਹ ਟੈਬਲੇਟ ਫਾਰਮ 'ਚ ਲੈਣ, ਮੈਂ ਨੈਚੁਰਲ ਨੂੰ ਜ਼ਿਆਦਾ ਪ੍ਰੈਫਰ ਕਰਦੀ ਹਾਂ। ਤਾਂ ਆਪਣਾ ਐਟਲੀਸਟ 1 or 2 months ਪ੍ਰਾਇਰ ਫੋਲਿਕ ਐਸਿਡ ਦੇ ਸ਼ੁੱਡ ਸਟਾਰਟ ਵਿਦ, ਔਰ ਗ੍ਰੀਨ ਲੀਫੀ ਵੈਜੀਟੇਬਲਸ। ਜੰਕ ਤਾਂ ਟੋਟਲੀ ਛੱਡੋ, ਜੰਕ ਮੈਂ ਹਰ ਐਪੀਸੋਡ 'ਚ ਹੀ ਕਹਿ ਰਹੀ ਹਾਂ ਕਿ ਜੰਕ ਦੇ ਵਿੱਚ ਜਿੰਨੀਆਂ ਤੁਹਾਡੇ ਮੈਦਾ ਹੈ, ਜਿੰਨਾ ਤੁਹਾਡਾ ਜਿਤਨੀ ਵੀ ਟੌਪਿੰਗਸ ਹੈ, ਉਹ ਜਿੰਨੇ ਸੌਸ ਹੈ, ਜਿੰਨੀਆਂ ਚੀਜ਼ਾਂ ਹੈ, ਉਹਨਾਂ 'ਚ ਮੈਮ ਦੇਖੋ ਮੈਂ ਸਭ ਨੂੰ ਇਹ ਕਹਿੰਦੀ ਹਾਂ ਕਿ ਜਿਹੜੀ ਵੀ ਚੀਜ਼ ਤੁਸੀਂ ਪੈਕੇਟ 'ਚ ਲਿਆ ਹੈ ਨਾ, ਉਹਦੀ ਐਕਸਪਾਇਰੀ ਡੇਟ ਹੈ। ਬਿਲਕੁਲ। ਤਾਂ ਐਕਸਪਾਇਰੀ ਡੇਟ ਦਾ ਮਤਲਬ ਹੈ ਕਿ ਕੋਈ ਵੀ ਖਾਣਾ, ਕਿ ਜਿਹੜੀ ਵੀ ਤੁਸੀਂ ਖਾਣ ਵਾਲੀ ਚੀਜ਼ ਲੈ ਕੇ ਆਏ ਉਹ 6 ਮਹੀਨੇ ਤੱਕ ਵੈਲਿਡ ਹੈ। ਜਦਕਿ ਅਸੀਂ ਆਪਣੇ ਘਰ 'ਚ ਜੇ ਫਰੀਜ਼ ਵੀ ਕਰਦੇ ਹਾਂ ਤਾਂ ਨੈਕਸਟ ਡੇ ਤੱਕ ਵੀ ਖਰਾਬ ਹੋਣ ਦੇ ਚਾਂਸਸ, ਤਾਂ ਕੋਈ ਨਾ ਕੋਈ ਕੈਮੀਕਲ ਤਾਂ ਪ੍ਰੀਜ਼ਰਵੇਟਿਵ ਪਾਇਆ ਹੋਇਆ ਨਾ ਬੇਟਾ, ਤਾਂ ਕਿਉਂ ਲੈਣਾ। ਤਾਂ ਫਰੈਸ਼ ਫਰੂਟ, ਫਰੈਸ਼, ਔਰ ਮੈਂ ਜੂਸਿਸ ਵੀ ਟਿਨ ਵਾਲੇ ਡਿੱਬਾ ਬੰਦ ਨਹੀਂ ਪ੍ਰੈਫਰ ਕਰਦੀ, ਫਰੈਸ਼ ਸੀਜ਼ਨਲ ਫਰੂਟ ਮੈਂ ਹਰ ਐਪੀਸੋਡ 'ਚ ਹੀ ਕਹਿੰਦੀ ਹਾਂ। ਇਹ ਬੱਚਿਆਂ ਨੂੰ ਧਿਆਨ ਦੇਣਾ ਚਾਹੀਦਾ, ਕੋਈ ਨਾ ਕੋਈ ਜਿੱਦਾਂ ਡਾਕਟਰ ਦੀ ਸਲਾਹ ਦੇ ਨਾਲ ਜਿਹੜਾ ਵੀ ਉਹਨਾਂ ਨੂੰ ਯੋਗ ਆਸਨ ਹੈ ਉਹ ਇਹਨਾਂ ਚੀਜ਼ਾਂ ਵੱਲ, ਮੈਡੀਟੇਸ਼ਨ ਵੱਲ ਜਾਓ, ਸੋ ਦੈਟ ਕਿ ਤੁਸੀਂ ਉਸ ਚੀਜ਼ ਨੂੰ ਆਪਣੇ ਅਡੈਪਟ ਵੀ ਕਰ ਸਕੋ। ਜਿਹੜੀਆਂ ਉਹਦੇ 'ਚ ਥੋੜ੍ਹੀਆਂ ਬਹੁਤੀਆਂ ਕੰਪਲਿਕੇਸ਼ਨਸ ਆਉਂਦੀਆਂ, ਤੁਹਾਡੀ ਬਾਡੀ ਇੰਨੀ ਕੁ ਮੈਚਿਓਰ ਹੋ ਜਾਏ। ਮੈਂ ਜੋ ਕਹਿਣਾ ਚਾਹੁੰਦੀ ਹਾਂ ਉਹ ਇਹ ਹੈ ਕਿ ਬਾਡੀ ਵੱਲ ਧਿਆਨ ਦਿਓ, ਮਟੀਰੀਅਲਿਸਟਿਕ ਚੀਜ਼ਾਂ ਤਾਂ ਆ ਹੀ ਜਾਣਗੀਆਂ। ਉਹਨਾਂ ਲਈ ਥੋੜਾ ਜਿਹਾ ਫਾਈਨੈਂਸ਼ਲੀ ਅੱਛਾ ਸਟਰੋਂਗ ਰਹਿਣਾ ਬਹੁਤ ਅੱਛੀ ਗੱਲ ਹੈ, ਲੇਕਿਨ ਮੇਰੇ ਹਿਸਾਬ ਦੇ ਨਾਲ ਜਿਹੜਾ ਬੇਬੀ ਹੈ ਉਹਨੂੰ ਤੁਹਾਡੀ ਬਾਡੀ ਨੇ ਹੀ ਗਰੋ ਕਰਨਾ ਔਰ ਬਾਅਦ 'ਚ ਤੁਹਾਡੀ ਬਾਡੀ ਨੇ ਹੀ ਸੰਭਾਲਣਾ, ਤਾਂ ਉਹਦੇ 'ਤੇ ਜ਼ਿਆਦਾ ਵਰਕਆਊਟ ਕਰੋ। ਇੱਕ ਚੀਜ਼ ਹੋਰ, ਜਿਵੇਂ ਥੋੜੇ ਕੁ ਸਾਲ ਪਹਿਲਾਂ ਸਾਡੇ ਨੇਬਰ 'ਚ ਇੱਕ ਕੇਸ ਹੋਇਆ ਸੀ, ਹੈ ਨਾ, ਤਾਂ ਉਹਨਾਂ ਦੇ ਸੀਗਾ ਕਿ ਮਤਲਬ ਉਹ ਦੋਨਾਂ ਕਪਲ 'ਚੋਂ ਮੇਲ ਸੀ ਜਿਹੜੇ, ਉਹਨਾਂ ਨੂੰ ਇੱਕ ਪ੍ਰੋਬਲਮ ਸੀਗੀ ਵੀ ਉਹ ਬਾਈ ਬਰਥ ਹੀ ਸੀ ਉਹਨਾਂ 'ਚ ਕੋਈ, ਮਤਲਬ ਉਹਨਾਂ ਦੀ ਲੱਤ 'ਚ ਕੋਈ ਪ੍ਰੋਬਲਮ ਸੀਗੀ, ਹੈ ਨਾ। ਤਾਂ ਉਹਨਾਂ ਦੀ ਜਦੋਂ ਬੇਟੀ ਹੋਈ ਪਹਿਲੀ, ਤਾਂ ਉਹਨੂੰ ਸੇਮ ਪ੍ਰੋਬਲਮ ਸੀ ਆਪਣੇ ਫਾਦਰ ਵਾਲੀ। ਅਤੇ ਜਦੋਂ ਦੂਸਰੀ ਵਾਰ ਉਹਨਾਂ ਨੇ ਬੱਚਾ ਕੀਤਾ ਤਾਂ ਫਿਰ ਉਹਨਾਂ ਨੂੰ ਬਹੁਤ ਸਾਰੇ ਰਿਸ਼ਤੇਦਾਰਾਂ, ਜਿਵੇਂ ਆਂਢ ਗੁਆਂਢ ਨੇ ਸਲਾਹ ਦਿੱਤੀ ਕਿ ਤੁਸੀਂ ਪਹਿਲਾਂ ਜਾ ਕੇ ਡਾਕਟਰ ਨੂੰ ਮਿਲੋ, ਕਿ ਜੇ ਕਿਸੇ 'ਚੋਂ ਮਤਲਬ ਕਿਸੇ ਕਪਲ 'ਚੋਂ ਦੋਵਾਂ 'ਚੋਂ ਇੱਕ ਦੀ ਕੋਈ ਇੱਦਾਂ ਦੀ ਹਿਸਟਰੀ ਹੈ ਤਾਂ ਉਹਨਾਂ ਨੂੰ ਬੱਚਾ ਕਨਸੀਵ ਕਰਨ ਤੋਂ ਪਹਿਲਾਂ ਡਾਕਟਰ ਨੂੰ ਮਿਲਣਾ ਚਾਹੀਦਾ। ਮੈਂ ਨਾ ਏਰੀਆ ਦਾ ਨਾਮ ਤਾਂ ਨਹੀਂ ਲੈਂਦੀ, ਪਹਿਲਾਂ ਮੈਂ ਇੱਕ ਵਿਜ਼ਿਟ ਕਰਦੀ ਸੀ ਕਿ ਏਰੀਆ 'ਚ, ਉੱਥੇ ਬਹੁਤ ਜ਼ਿਆਦਾ ਕੇਸਿਸ ਥੈਲੇਸੀਮੀਆ ਦੇ ਸੀ, ਔਰ ਕਹਿ ਲਓ ਕਿ ਹੀਮੋਫੀਲੀਆ ਦੇ ਬਹੁਤ ਕੇਸਿਸ ਸੀ। ਔਰ ਮੈਂ ਉਹਨਾਂ ਨੂੰ ਹਮੇਸ਼ਾ ਉੱਥੇ ਨਾ ਮੈਂ ਬੈਠ ਕੇ ਬੜਾ ਉਹਨਾਂ ਨੂੰ ਸਮਝਾ ਕੇ ਆਈ ਸੀ ਕਿ ਹੁਣ ਤਾਂ ਜੋ ਤੁਹਾਡੀ ਮੈਰਿਜਸ ਹੋਣੀਆਂ ਹੋ ਗਿਆ, ਅੱਜ ਤੋਂ ਬਾਅਦ ਜਦੋਂ ਤੁਹਾਡੇ ਬੱਚੇ ਮੈਰਿਜੇਬਲ ਏਜ ਤੇ ਹੋਣਗੇ ਨਾ, ਪੱਤਰੀ ਦੀ ਜਗ੍ਹਾ ਇਹਨਾਂ ਦੀ ਬਲੱਡ ਰਿਪੋਰਟਸ ਮਿਲਾਣਾ। ਬਿਲਕੁਲ। ਰੀਜ਼ਨ ਕੀ ਹੈ ਕਿ ਇਹ ਨਾ ਤੁਸੀਂ ਬਹੁਤ ਅੱਛਾ ਮੇਰੇ ਨਾਲ ਟੌਪਿਕ ਪੁੱਛਿਆ ਕਿ ਕ੍ਰੋਮੋਸੋਮਲ ਸਟੱਡੀਜ਼ ਹੁੰਦੀਆਂ, ਉਹਦੇ 'ਚ ਇਹ ਹੁੰਦਾ ਕਿ ਜਿਸ ਤਰ੍ਹਾਂ ਇੱਕ ਨੋਰਮਲੀ ਅਸੀਂ ਕਹਿੰਦੇ ਹਾਂ ਕਿ ਇੱਕ ਹੁੰਦਾ ਕੈਰੀਅਰ, ਇੱਕ ਹੁੰਦਾ ਡੋਮੀਨੈਂਟ। ਜਿਹੜਾ ਡੋਮੀਨੈਂਟ ਹੁੰਦਾ ਉਹਦੇ 'ਚ ਤਾਂ ਸਿੰਪਟਮ ਆ ਜਾਂਦੇ ਆ, ਠੀਕ ਹੈ। ਉਹਦੇ 'ਚ ਜਿੱਦਾਂ ਥੈਲੇਸੀਮੀਆ ਹੋ ਗਿਆ, ਉਹਦੇ 'ਚ ਜਿਹਦੇ ਬਲੱਡ ਇੰਨਾ ਘੱਟ ਜਾਂਦਾ ਕਿ ਕਈ ਵਾਰ ਤਾਂ ਹਰ ਮਹੀਨੇ ਬਲੱਡ ਟ੍ਰਾਂਸਫਿਊਜ਼ਨ ਕਰਵਾਉਣੀ ਪੈਂਦੀ ਹੈ, ਠੀਕ ਹੈ। ਤੇ ਜਿਹੜਾ ਬੰਦਾ ਕੈਰੀਅਰ ਹੋਏਗਾ ਉਹਦਾ ਸਿਰਫ ਥੋੜਾ ਬਹੁਤਾ HB ਘੱਟ ਹੋਏਗਾ, ਉਹਨੂੰ ਪੂਰੀ ਜ਼ਿੰਦਗੀ ਕੋਈ ਪ੍ਰੋਬਲਮ ਨਹੀਂ ਆਏਗੀ। ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਇੱਕ ਮਦਰ ਹੈ ਉਹ ਕੈਰੀਅਰ ਹੈ, ਉਧਰੋਂ ਫਾਦਰ ਵੀ ਕੈਰੀਅਰ ਹੈ, ਔਰ ਜਦੋਂ ਬੇਬੀ ਆਏਗਾ ਉਹ ਡੋਮੀਨੈਂਟ ਹੋ ਜਾਂਦਾ। ਜੇ ਦੋਨੋਂ ਕੈਰੀਅਰ ਸੀ ਉਹਨਾਂ ਨੂੰ ਸਾਰੀ ਜ਼ਿੰਦਗੀ ਕੋਈ ਪ੍ਰੋਬਲਮ ਨਹੀਂ ਆਈ,
ਪਿੱਛੇ ਪੁਰਾਣੀ ਹਿਸਟਰੀ ਵੀ ਨਹੀਂ ਸੀ, ਲੇਕਿਨ ਜਦੋਂ ਮੈਰਿਜ ਹੋਈ ਤਾਂ ਉਹ ਦੋਨਾਂ ਦਾ ਜਿਹੜਾ ਕਰੈਕਟਰ ਸੀ, ਉਹ ਟ੍ਰੇਟ ਸੀ, ਉਹ ਬੱਚੇ 'ਚ ਆਇਆ। ਤਾਂ ਉਹ ਮੈਂ ਥੋੜੇ ਦਿਨ ਪਹਿਲਾਂ ਵੀ ਇੱਕ ਪੇਸ਼ੈਂਟ ਨੂੰ ਸਮਝਾਇਆ ਸੀ ਕਿ ਜੇ ਤੁਸੀਂ ਬੇਬੀ ਲੈ ਕੇ ਆਉਣਾ ਚਾਹੁੰਦੇ ਹੋ ਨਾ, ਤਾਂ ਬੇਬੀ ਮੈਂਟਲੀ ਔਰ ਫਿਜ਼ੀਕਲੀ ਹੈਲਦੀ ਹੋਣਾ ਚਾਹੀਦਾ। ਹਾਂਜੀ, ਅਸੀਂ ਕਦੇ ਵੀ ਨਹੀਂ ਇਹ ਕਹਿੰਦੇ ਕਿ ਕਿਸੇ ਵੀ ਪੇਸ਼ੈਂਟ ਨੂੰ ਕਦੇ ਵੀ ਕਿਸੇ ਬੱਚੇ ਨੂੰ ਪ੍ਰੋਬਲਮ ਆਏ, ਲੇਕਿਨ ਜੇ ਸਾਡੇ ਹੁਣ ਹੱਥ 'ਚ ਹੈ, ਹੁਣ ਮੈਡੀਕਲ ਨੇ ਇੰਨੀ ਤਰੱਕੀ ਕਰ ਲਈ ਹੈ, ਤਾਂ ਕਾਈਂਡਲੀ ਇਹਨਾਂ ਦੇ ਟੈਸਟ ਬਹੁਤ ਜ਼ਿਆਦਾ ਮਹਿੰਗੇ ਵੀ ਨਹੀਂ ਹੁੰਦੇ। 2-4 ਟੈਸਟ ਹੈ, ਉਹ ਡਾਕਟਰ ਨਾਲ, ਜੇ ਤਾਂ ਤੁਹਾਡੇ ਘਰ 'ਚ ਹਿਸਟਰੀ ਹੈ ਤਦ ਵੀ, ਜੇ ਹਿਸਟਰੀ ਨਹੀਂ ਹੈ ਤਦ ਵੀ ਇਹ ਟੈਸਟ ਜਿਹੜੇ ਡਾਕਟਰ ਨੂੰ ਰੂਟੀਨ 'ਚ ਜ਼ਰੂਰ ਕਰਵਾ ਲੈਣੇ ਚਾਹੀਦੇ ਆ ਔਰ ਕਰਨੇ ਵੀ ਚਾਹੀਦੇ ਆ। ਕ੍ਰੋਮੋਸੋਮਲ ਸਟੱਡੀਜ਼ ਹੋ ਗਈਆਂ, ਜਾਂ ਫਿਰ ਜਿਹੜਾ ਮੈਂ ਕਿਹਾ ਕਿ ਥੈਲੇਸੀਮੀਆ ਲਈ ਹੋ ਗਿਆ, ਔਰ ਉਸ ਤੋਂ ਬਾਅਦ ਪ੍ਰੈਗਨੈਂਸੀ 'ਚ ਹੋਰ ਬਹੁਤ ਸਾਰੇ ਟੈਸਟ ਆ, ਜਿੱਦਾਂ ਅੱਜ ਕੱਲ੍ਹ ਡਾਊਨ ਸਿੰਡਰੋਮ ਦੇ ਲਈ ਵੀ ਡੁਅਲ ਮਾਰਕਰ ਜਾਂ ਟ੍ਰਿਪਲ ਮਾਰਕਰ ਟੈਸਟ ਆ ਗਏ। ਕਾਈਂਡਲੀ ਗੋ ਥਰੂ ਦੈਟ। ਮੈਮ ਇੱਕ ਜਿਵੇਂ ਹੁਣ ਅੱਗੇ ਹੁੰਦਾ ਸੀਗਾ ਕਿ ਜੇ ਮਤਲਬ ਕਿਸੇ ਨੂੰ ਲੱਗਦਾ ਸੀਗਾ ਕਿ ਮੈਂ ਪ੍ਰੈਗਨੈਂਟ ਹਾਂ, ਤਾਂ ਉਹ ਪਹਿਲਾਂ ਜਾ ਕੇ ਡਾਕਟਰ ਨੂੰ ਮਿਲਦੇ ਸੀਗੇ, ਹੈ ਨਾ। ਅਤੇ ਹੁਣ ਪ੍ਰੈਗਨੈਂਸੀ ਕਿੱਟ ਆ ਜਿਹੜੀ, ਉਹ ਘਰਾਂ 'ਚ ਵੀ ਆਪਾਂ ਨੂੰ ਅਵੇਲੇਬਲ ਹੈ ਨਾ, ਤਾਂ ਲੋਕ ਲਿਆ ਕੇ ਟੈਸਟ ਕਰ ਲੈਂਦੇ ਆ। ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡਾ ਟੈਸਟ ਆ ਜਿਹੜਾ ਉਹ ਪੋਜ਼ੀਟਿਵ ਆ, ਉਸ ਤੋਂ ਬਾਅਦ ਤੁਹਾਨੂੰ ਇਮੀਡੀਏਟ ਡਾਕਟਰ ਨੂੰ ਜਾ ਕੇ ਮਿਲਣਾ ਚਾਹੀਦਾ, ਜਾਂ ਕਿ ਇਹ 'ਚ ਇੱਕ ਚੀਜ਼ ਨੋਰਮਲ ਹੈ ਕਿ ਤੁਸੀਂ ਜੇ ਮਹੀਨੇ 2 ਮਹੀਨੇ ਜਾਂ 3 ਮਹੀਨੇ ਬਾਅਦ ਵੀ ਜਾਂਦੇ ਹੋ ਤਾਂ ਇਹ ਵੀ ਨੋਰਮਲ ਹੈ? ਨਹੀਂ ਮੈਮ, ਅੱਜ ਮੈਂ ਤੁਹਾਨੂੰ ਦੱਸਿਆ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ। ਜੇ ਕਿਸੇ ਨੇ ਆਪਣੇ ਘਰ ਪ੍ਰੈਗਨੈਂਸੀ ਟੈਸਟ ਕਰ ਲਿਆ ਤਾਂ ਇੱਕ ਵਾਰ ਡਾਕਟਰ ਨੂੰ ਜ਼ਰੂਰ ਮਿਲੋ। ਰੀਜ਼ਨ ਇਹ ਹੈ ਕਿ ਕਈ ਵਾਰ ਕੀ ਹੁੰਦਾ, ਜਿੱਦਾਂ PCOD ਪੇਸ਼ੈਂਟ ਹੀ ਹੈ ਜੀ, ਉਹਨੂੰ ਕਈ ਵਾਰ ਨੈਚੁਰਲ ਪ੍ਰੈਗਨੈਂਸੀ ਵੀ ਹੋ ਜਾਂਦੀ ਹੈ, ਲੇਕਿਨ ਉਹਦੀ ਬੋਡੀ 'ਚ ਪ੍ਰੋਜੈਸਟਰੋਨ ਤਾਂ ਘੱਟ ਹੀ ਹੋਏਗਾ ਨਾ। ਡਾਕਟਰ ਇੱਕ ਹਿਸਟਰੀ ਲੈ ਲੈਂਦੇ ਆ, ਉਸ ਹਿਸਾਬ ਨਾਲ ਜੇ ਜ਼ਰੂਰਤ ਨਹੀਂ ਹੈ ਤਾਂ ਸਿਰਫ ਫੋਲਿਕ ਐਸਿਡ, ਜੇ ਜ਼ਰੂਰਤ ਹੈ ਤਾਂ ਉਸ ਹਿਸਾਬ ਨਾਲ ਤੁਹਾਨੂੰ ਕੋਈ ਨਾ ਕੋਈ ਮੈਡੀਸਿਨ ਜੇ ਐਡ ਕਰਨੀ ਹੈ ਤਾਂ ਪੂਰੇ ਟਾਈਮ ਤੇ ਕਰ ਦੇਣਗੇ, ਕਿਉਂਕਿ ਬਾਅਦ ਵਿੱਚ ਪੇਸ਼ੈਂਟ ਜਦੋਂ ਅਲਟਰਾਸਾਊਂਡ ਕਰਵਾਉਣ ਜਾਂਦੇ ਆ, ਉਹਦੇ 'ਚ ਮਿਸਡ ਅਬੋਰਸ਼ਨ ਦੇ ਕਈ ਵਾਰ ਕੇਸਿਸ ਆ ਜਾਂਦੇ ਆ। ਤਾਂ ਇਟ ਇਜ਼ ਬੈਟਰ ਟੂ ਮੀਟ ਅ ਡਾਕਟਰ। ਔਰ ਦੂਸਰਾ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਕਿ ਪਹਿਲੇ 3 ਮਹੀਨੇ, ਇਹ ਕਾਈਂਡਲੀ ਸਾਰੇ ਸੁਣ ਲਓ, ਕਿ ਪਹਿਲੇ 3 ਮਹੀਨੇ ਬਿਨਾਂ ਡਾਕਟਰ ਦੀ ਸਲਾਹ ਤੋਂ ਕਰੋਸਿਨ ਵੀ ਨਹੀਂ ਲੈਣੀ ਚਾਹੀਦੀ। ਅੱਛਾ ਜੀ। ਜਿਹੜੀਆਂ ਵੀ ਮੈਡੀਸਨ ਹੁੰਦੀਆਂ ਟੈਟਰੋਜੈਨਿਕ ਹੁੰਦੀਆਂ, ਯਾਨੀ ਕਿ ਜਿਹੜੇ ਬੱਚੇ ਦੇ ਆਰਗਨਸ ਹੈ ਪਹਿਲੇ 12 ਵੀਕਸ 'ਚ ਬਣਦੇ ਆ ਜੀ। ਉਹਦੇ ਵਿੱਚ ਜਦੋਂ ਵੀ ਕੋਈ ਪੇਸ਼ੈਂਟ ਡਾਕਟਰ ਨੂੰ ਬਿਨਾਂ ਸਲਾਹ ਤੋਂ ਕੋਈ ਐਂਟੀਬਾਇਓਟਿਕ ਜਾਂ ਕੋਈ ਪੇਨ ਕਿਲਰ, ਜਾਂ ਕਈ ਵਾਰ ਕਹਿ ਦੋ ਕਿ ਵੋਮਿਟਿੰਗ ਆ ਰਹੀ ਹੈ, ਕਿਸੇ ਦੇ ਵੀ ਕਹਿਣ ਤੇ ਟੈਬਲੇਟ ਲੈਂਦਾ, ਤਾਂ ਬੱਚੇ 'ਚ ਡਿਫੈਕਟ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਆ। ਫਸਟ 3 ਮੰਥਸ ਵਿਦਾਊਟ ਡਾਕਟਰਸ ਰਿਕਮੈਂਡੇਸ਼ਨ ਕੋਈ ਮੈਡੀਸਨ ਨਹੀਂ ਲੈਣੀ ਚਾਹੀਦੀ। ਇਹ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿ ਪਹਿਲੇ 3 ਮਹੀਨੇ ਬਹੁਤ ਕ੍ਰੂਸ਼ੀਅਲ ਹੁੰਦੇ ਆ, ਔਰ ਡਾਕਟਰ ਦੇ ਕੋਲ ਤੁਹਾਡੀ ਵਿਜ਼ਿਟ ਜਿਹੜੀ ਹੈ ਆਫਟਰ 1 ਮੰਥ ਜਾਂ 15 ਡੇਜ਼ ਹੋਣੀ ਜ਼ਰੂਰੀ ਹੈ। ਜੇ ਕਿਸੇ ਪੇਸ਼ੈਂਟ ਦੀ ਪੁਰਾਣੀ, ਜਿੱਦਾਂ ਹੁਣ ਮੈਮ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰੋਬਲਮ ਆਉਣ ਲੱਗੀ ਇੱਧਰ ਵੀ, ਔਰ ਮੈਨੂੰ ਬਾਹਰੋਂ ਬਹੁਤ ਪੇਸ਼ੈਂਟਸ ਦੇ ਫੋਨ ਆ ਰਹੇ ਆ ਕਿ ਅਬੋਰਸ਼ਨਸ ਬਹੁਤ ਜਲਦੀ ਹੋ ਰਹੇ ਹੈ ਨਾ। ਤਾਂ ਕਾਈਂਡਲੀ ਜੇ ਤੁਸੀਂ ਟਾਈਮ ਤੇ ਡਾਕਟਰ ਕੋਲ ਜਾਓਗੇ, ਹੁਣ ਮੇਰੇ ਕੋਲ ਇੱਕ ਪਿੱਛੇ ਕੈਨੇਡਾ ਤੋਂ ਪੇਸ਼ੈਂਟ ਸੀ, ਉਹਦੇ 3 ਅਬੋਰਸ਼ਨ ਹੋ ਗਏ ਸੀ ਬੱਚੀ ਦੇ, ਔਰ ਉਹ ਹਰ ਵਾਰ ਅਪਰੋਚ ਥੋੜੀ ਜਿਹੀ ਇਸ ਤਰ੍ਹਾਂ ਦੀ ਹੋ ਜਾਂਦੀ ਸੀ, ਨਾਓ ਸ਼ੀ ਇਜ਼ ਓਕੇ, ਹੈ ਨਾ। ਤਾਂ ਮੈਕਸਿਮਮ 5-6 ਅਬੋਰਸ਼ਨ ਵਾਲੇ ਕੇਸਿਸ ਵੀ ਮੈਂ ਬਿਲਕੁਲ ਠੀਕ ਕੀਤੇ ਹੋਏ। ਲੇਕਿਨ ਪਹਿਲਾਂ ਇਹ ਹੈ ਕਿ ਜਦੋਂ ਹੀ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਹੁੰਦਾ, ਕਾਈਂਡਲੀ ਇੱਕ ਵਿਜ਼ਿਟ ਜ਼ਰੂਰ ਦਿਓ। ਅਗਰ ਕੁਝ ਨਹੀਂ ਹੋਏਗਾ, ਜਿੱਦਾਂ ਤੁਹਾਡਾ ਫਰਸਟ ਕੇਸ ਹੈ, ਮੈਂ ਕਿਹਾ ਤੁਹਾਡੀ ਏਜ ਬਿਲਕੁਲ ਠੀਕ ਹੈ ਕਿ 25-26 ਦੇ, ਤਾਂ ਸ਼ਾਇਦ ਫੋਲਿਕ ਐਸਿਡ ਹੀ ਦੇਣਾ ਪਵੇ। ਔਰ ਤੁਹਾਨੂੰ ਡਾਕਟਰ ਸਭ ਤੋਂ ਇੰਪੋਰਟੈਂਟ ਜਿਹੜਾ ਹੈ ਉਹ ਪ੍ਰੀਕਾਸ਼ਨ ਦੱਸੇਗਾ। ਅੱਛਾ ਜੀ। ਜਿੱਦਾਂ ਕਿ ਮੇਨ ਹੈ ਕਿ ਪਹਿਲੇ 3 ਮਹੀਨੇ ਸੀੜੀ ਪੌੜੀਆਂ ਨਹੀਂ ਚੜ੍ਹਨੀਆਂ ਚਾਹੀਦੀਆਂ, ਠੀਕ ਹੈ। ਜੇ ਤੁਸੀਂ ਵਹੀਕਲ ਤੇ ਜਾਂਦੇ ਹੋ ਤਾਂ ਤੇਜ਼ ਨਹੀਂ ਚਲਾਉਣਾ, ਕੋਸ਼ਿਸ਼ ਤਾਂ ਕਰੋ ਵਹੀਕਲ ਅਵੋਇਡ ਕਰੋ, ਕਿਉਂਕਿ ਤੁਸੀਂ ਵਹੀਕਲ ਤਾਂ ਸਲੋ ਚਲਾ ਸਕਦੇ ਹੋ। ਦੂਸਰੇ ਪਾਸੇ ਕੋਈ ਕਿੱਦਾਂ ਆ ਰਿਹਾ ਜਾਂ ਕੋਈ ਖੱਡਾ ਵਗੈਰਾ ਜਾਂ ਕੋਈ ਚੀਜ਼ ਨਹੀਂ ਆ ਰਹੀ, ਉਹ ਚੀਜ਼ ਅਵੋਇਡ ਕਰਨੀ ਚਾਹੀਦੀ ਹੈ। ਥੋੜਾ ਆਪਸ ਦਾ ਪਰਹੇਜ਼ ਰੱਖਣਾ ਚਾਹੀਦਾ, ਠੀਕ ਹੈ। ਬਿਨਾਂ ਪੁੱਛੇ ਕੋਈ ਮੈਡੀਸਨ ਨਹੀਂ ਖਾਣੀ, ਹੀਲ ਨਹੀਂ ਪਾਣੀ। ਇਹ ਚੀਜ਼ਾਂ ਕਈ ਵਾਰ ਪੇਸ਼ੈਂਟ ਜਿਹੜਾ, ਜੇ ਤਾਂ ਕੋਈ ਘਰ 'ਚ ਵੱਡਾ ਸਿਆਣਾ ਹੈ, ਉਹ ਫਿਰ ਵੀ ਥੋੜਾ ਬਹੁਤਾ ਦੱਸ ਦੇਗਾ। ਨਹੀਂ ਅਵੇਅਰਨੈਸ ਹੁੰਦੀ ਤਾਂ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ। ਪਰ ਜਿਵੇਂ ਤੁਸੀਂ ਵੱਡੇ ਸਿਆਣੇ ਦੀ ਗੱਲਬਾਤ ਕੀਤੀ ਹੈ ਨਾ, ਤਾਂ ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਆਪਣੀ ਘਰਾਂ 'ਚ ਬਹੁਤ ਲਾਈਟ ਲੈਂਦੇ ਨੇ ਇਸ ਚੀਜ਼ ਨੂੰ। ਉਹ ਕਹਿਣਗੇ ਲੈ ਹਾਲੇ ਤਾਂ 2 ਮਹੀਨਾ ਹੀ ਆ, ਹਾਲੇ ਤਾਂ 3 ਮਹੀਨਾ, ਤੂੰ ਹੁਣੇ ਬਿਮਾਰਾਂ ਤਰ੍ਹਾਂ ਰਿਐਕਟ ਕਰਨ ਲੱਗ ਗਈ ਹੈ ਨਾ। ਤਾਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਜਦੋਂ ਤੱਕ ਤੁਹਾਡਾ ਪੇਟ ਦਿਖਣ ਲੱਗ ਜਾਏਗਾ, ਤੁਹਾਨੂੰ 5-6ਵਾਂ ਮਹੀਨਾ ਲੱਗ ਜਾਏਗਾ, ਫਿਰ ਤੁਹਾਨੂੰ ਸ਼ਾਇਦ ਇਹ ਚੀਜ਼ਾਂ ਦੀ ਲੋੜ ਹੈ ਕਿ ਤੁਸੀਂ ਪੌੜੀਆਂ ਨਾ ਚੜ੍ਹੋ, ਤੁਸੀਂ ਸਾਵਧਾਨੀ ਰੱਖੋ। ਕਈ ਵਾਰੀ ਪਰਿਵਾਰ ਸਮਝਦਾ ਹੀ ਨਹੀਂ ਇਸ ਚੀਜ਼ ਨੂੰ ਕਿ ਮਤਲਬ ਜਿਵੇਂ ਹੁਣ ਤੁਸੀਂ ਦੱਸਿਆ ਕਿ ਆਰਗਨ ਬਣਦੇ ਆ, ਹਰ ਇੱਕ ਨੂੰ ਪਤਾ ਹੁੰਦਾ ਕਿ ਬੱਚਾ ਪਹਿਲੇ 3 ਜਾਂ 4 ਮਹੀਨੇ 'ਚ ਹੈ ਨਾ ਬਣਦਾ, ਤਾਂ ਉਹ ਫਿਰ ਵੀ ਤੁਹਾਨੂੰ ਫੋਰਸ ਕਰਦੇ ਆ ਕਿ ਨਹੀਂ ਹਾਲੇ ਤਾਂ ਤੂੰ ਬਹੁਤ ਆਰਾਮ ਨਾਲ ਤੁਰ ਸਕਦੀ ਆ। ਤੇ ਇਦਾਂ ਦੀ ਫੈਮਿਲੀਜ਼ ਨੂੰ ਤਾਂ ਮੈਨੂੰ ਲੱਗਦਾ ਸਮਝਾਉਣਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ। ਹਾਂ, ਨਹੀਂ ਇਹ ਮੈਂ ਹਮੇਸ਼ਾ ਤੁਹਾਨੂੰ ਮੈਂ ਨਾ ਹਮੇਸ਼ਾ ਇੱਕ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ
ਕਿ ਜਦੋਂ ਵੀ ਤੁਹਾਡੇ ਕੋਲ ਕੋਈ ਪੇਸ਼ੈਂਟ ਆਂਦਾ ਹੈ ਨਾ, ਮੈਮ ਉਹਨਾਂ ਦੇ ਟਾਈਮ 'ਚ ਔਰ ਅੱਜ ਦੇ ਟਾਈਮ 'ਚ ਬਹੁਤ ਫਰਕ ਹੈ। ਉਹਨਾਂ ਦੇ ਟਾਈਮ 'ਚ ਅਡਲਟ੍ਰੇਸ਼ਨ ਤਾਂ ਨਾਮ ਮਾਤਰ ਵੀ ਨਹੀਂ ਸੀ। ਹੁਣ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਜਿੱਦਾਂ ਪਿਛਲੇ ਕਿੰਨੇ ਐਪੀਸੋਡ 'ਚ ਦੱਸ ਰਹੀ ਹਾਂ, 10 ਚੋਂ 8 ਬੱਚੇ PCOD, 10 ਚੋਂ 8 ਐਂਡੋਮੈਟਰੀਓਸਿਸ। ਉਸ ਤੋਂ ਬਾਅਦ ਏਜ ਫੈਕਟਰ ਬਹੁਤ ਮੈਟਰ ਕਰ ਰਿਹਾ, ਬੱਚੇ ਵਰਕਿੰਗ ਹੈ, ਉਹਨਾਂ ਨੂੰ ਪ੍ਰੀਕਾਸ਼ਨ ਡਾਕਟਰ ਹੀ ਦੱਸੇਗਾ। ਔਰ ਤੀਸਰਾ, ਮੈਨੂੰ ਇੰਨਾ ਪਤਾ ਹੈ ਕਿ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ, ਕਿ ਜੇ ਤੁਸੀਂ ਫੋਲਿਕ 3 ਮਹੀਨੇ ਲੈ ਲਿਆ ਔਰ ਕੱਲ ਨੂੰ ਦੇਖੋ ਕਈ ਵਾਰ ਇਹਦੀ ਦੇਖੋ ਸਿੰਪਲ ਫੋਲਿਕ ਦੀ ਡੈਫੀਸ਼ੀਐਂਸੀ ਦੇ ਨਾਲ ਕਈ ਵਾਰ ਹੈਡ ਨਹੀਂ ਬਣਦਾ ਬੱਚੇ ਦਾ, ਇੰਨੀ ਮੇਜਰ ਪ੍ਰੋਬਲਮ ਆ ਜਾਂਦੀ ਹੈ। ਤਾਂ ਤੁਸੀਂ ਇਹ ਦੇਖੋ ਕਿ ਫੋਲਿਕ ਲੈਣ ਜਾਂ ਡਾਕਟਰ ਦੀ ਵਿਜ਼ਿਟਸ, ਹੁਣ ਥੋੜਾ ਜਿਹਾ ਨਾ ਬਜ਼ੁਰਗਾਂ ਨੂੰ ਵੀ ਸਿਆਣਾ ਇਸ ਗੱਲ ਲਈ ਸਿਆਣਾ ਬਣਨਾ ਪਏਗਾ ਕਿ ਉਹਨਾਂ ਨੂੰ ਮੇਰੇ ਕੋਲ ਕੱਲ ਮੈਮ ਇੱਕ ਪੇਸ਼ੈਂਟ ਆਇਆ, ਬਹੁਤ ਦੂਰ ਤੋਂ ਮਦਰ ਇਨ ਲਾ ਲੈ ਕੇ ਆਏ ਕਿ ਹਨਾ ਪਲੀਜ਼ ਇਹਨੂੰ ਤੁਸੀਂ ਦੱਸੋ ਕੀ ਖਾਣਾ ਚਾਹੀਦਾ, ਕੀ ਨਹੀਂ, ਇਹਦੇ ਮਿੱਥ ਸਾਰੇ ਠੀਕ ਕਰੋ ਕਿ ਕੀ ਜਿੱਦਾਂ ਹੁਣ ਅੱਜ ਕੱਲ੍ਹ ਬੱਚਿਆਂ ਨੂੰ ਥੋੜਾ ਜਿਹਾ ਮੈਮ, ਹਾਂ ਇੱਕ ਮੈਂ ਹੋਰ ਚੀਜ਼ ਦੱਸਣਾ ਚਾਹੂੰਗੀ ਕਿ ਜੇ ਟੌਪੀਕਲ ਮੈਡੀਸਨ, ਟੌਪੀਕਲ ਇਨ ਦਾ ਸੈਂਸ ਕਿ ਜੇ ਅਸੀਂ ਸਕਿਨ ਤੇ ਵੀ ਮੈਡੀਸਨ ਲਗਾ ਰਹੇ ਹਾਂ ਨਾ, ਫਸਟ 3 ਮੰਥਸ ਡਾਕਟਰ ਨੂੰ ਪੁੱਛ ਲਓ, ਕਿਉਂਕਿ ਜੇ ਕੋਈ ਕਿਸੇ ਦੇ ਜਿੱਦਾਂ ਕਹਿੰਦੇ ਪਿੰਪਲਸ ਹੈ, ਐਕਨੇ ਦੀ ਦਵਾਈ ਵੀ ਚੱਲ ਰਹੀ ਹੈ, ਉਹ ਵੀ ਹਾਰਮਫੁਲ ਹੋ ਸਕਦੀ ਹੈ। ਇਸ ਲਈ ਬਹੁਤ ਸਾਰੀਆਂ ਸਕਿਨ ਕੇਅਰ ਦੀਆਂ ਜਿਹੜੀਆਂ ਮੈਡੀਸਨ, ਕਾਈਂਡਲੀ ਜੇ ਤੁਸੀਂ ਸਕਿਨ ਕੇਅਰ ਵੀ ਲੈ ਰਹੇ ਹੋ ਤਾਂ ਇਟ ਸ਼ੁੱਡ ਬੀ ਵੈਰੀ ਲਾਈਟ ਇਨਫ, ਔਰ ਆਪਣੇ ਡਾਕਟਰ ਨੂੰ ਕੰਸਲਟ ਕੀਤੇ ਬਗੈਰ ਨਾ ਲਓ, ਕਿਉਂਕਿ ਉਹ ਵੀ ਸਕਿਨ ਦੇ ਥਰੂ ਪੈਨੀਟ੍ਰੇਟ ਹੋ ਕੇ ਬੱਚੇ ਨੂੰ ਪ੍ਰੋਬਲਮਸ ਲੈ ਕੇ ਆ ਸਕਦੇ ਆ। ਹਾਂਜੀ। ਤੇ ਮੈਮ ਜਿਵੇਂ ਇੱਕ ਗੱਲ ਆਪਾਂ ਕਹਿ ਦਿੰਦੇ ਹਾਂ, ਜਿਵੇਂ ਤੁਸੀਂ ਕਿਹਾ ਕਿ ਉਸ ਟਾਈਮ 'ਚ 3-4 ਮਹੀਨੇ 'ਚ ਬੱਚਾ ਬਣਦਾ ਹੈ ਨਾ, ਉਸ ਟਾਈਮ ਸਾਰੇ ਆਪਾਂ ਨੂੰ ਆਪਣੇ ਘਰਾਂ 'ਚ ਇਹੀ ਕਹਿੰਦੇ ਹੁੰਦੇ ਕਿ ਤੇਰੀ ਡਾਈਟ ਬਹੁਤ ਚੰਗੀ ਹੋਣੀ ਚਾਹੀਦੀ ਹੈ ਨਾ। ਡਾਈਟ ਚੰਗੀ ਹੋਣ ਦਾ ਮਤਲਬ ਇਹੀ ਹੁੰਦਾ ਉਹਨਾਂ ਲਈ ਕਿ ਜੋ ਘਰ 'ਚ ਬਣ ਰਿਹਾ ਤੂੰ ਉਹ ਸਾਰਾ ਕੁਛ ਖਾ ਸਕਦੀ ਹੈ ਨਾ। ਪਰ ਮੈਨੂੰ ਲੱਗਦਾ ਹੁੰਦਾ ਕਿ ਉਹਦੇ 'ਚ ਵੀ ਸ਼ਾਇਦ ਕੁਛ ਕੁ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਹੋਣਗੀਆਂ, ਜਿਵੇਂ ਤੁਸੀਂ ਕਿਹਾ ਕਿ ਇੱਥੋਂ ਤੱਕ ਕਿ ਤੁਸੀਂ ਸਕਿਨ ਤੇ ਕੋਈ ਮੈਡੀਸਨ ਵੀ ਲਾ ਰਹੇ ਹੋ, ਬੱਚੇ ਨੂੰ ਇਫੈਕਟ ਕਰਦੀ ਹੈ ਨਾ। ਤੇ ਡਾਈਟ ਸਾਡੇ ਘਰ 'ਚ ਵੀ ਜੋ ਚੀਜ਼ਾਂ ਹੁੰਦੀਆਂ ਹੋਣਗੀਆਂ ਉਹਨਾਂ 'ਚੋਂ ਬਹੁਤ ਸਾਰਾ ਕੁਛ ਇਹੋ ਜਿਹਾ ਹੁੰਦਾ ਉਹ ਜਿਹੜਾ ਮੈਨੂੰ ਲੱਗਦਾ ਇੱਕ ਮਾਂ ਨੂੰ ਨਹੀਂ ਖਾਣਾ ਚਾਹੀਦਾ ਉਹਨਾਂ ਦਿਨਾਂ 'ਚ। ਕੁਛ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਤੁਸੀਂ ਓਵਰ ਕਾਰਬੋਸ ਨਾ ਲਓ ਜਾਂ ਪ੍ਰੋਟੀਨ ਨਾ ਲਓ, ਇੱਦਾਂ ਇੱਕ ਮਦਰ ਨੂੰ ਧਿਆਨ ਰੱਖਣਾ ਚਾਹੀਦਾ। ਮੈਮ ਫਸਟ 3 ਮੰਥਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਨੌਜੀਆ ਦੀ, ਕਿ ਪੇਸ਼ੈਂਟ ਨੂੰ ਨਾ ਵੋਮਿਟਿੰਗ ਜੈਸੀ ਸੈਂਸੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਇਸ ਕਰਕੇ ਮੈਂ ਜ਼ਿਆਦਾਤਰ ਪੇਸ਼ੈਂਟ ਨੂੰ ਕਹਿੰਦੀ ਹਾਂ ਕਿ ਜੋ ਇਹਦਾ ਮਨ ਕਰਦਾ ਉਹ ਖਾਣ ਦਿਓ। ਜੇ ਉਹਨੂੰ ਲੱਗਦਾ ਕਿ ਮੈਨੂੰ ਫੁਲਕਾ ਖਾ ਕੇ ਉਲਟੀ ਆਏਗੀ, ਅਵੋਇਡ ਕਰ ਦਿਓ, ਫਿਰ ਥੋੜੇ ਜਿਹੇ ਰਾਈਸ ਦੇ ਦਿਓ, ਠੀਕ ਹੈ। ਇਹ ਪੇਸ਼ੈਂਟ ਤੇ ਜ਼ਿਆਦਾ ਡਿਪੈਂਡ ਕਰਦਾ। ਦੂਸਰਾ ਜਿਹੜੇ ਪੇਸ਼ੈਂਟ ਲਈ ਮੈਂ ਅਵੇਅਰਨੈਸ ਦੇਣਾ ਚਾਹੁੰਦੀ ਹਾਂ ਉਹ ਹੈ ਕਿ ਬੇਟਾ ਜੇ ਤੁਹਾਡਾ ਮਨ ਕਰ ਵੀ ਰਿਹਾ ਨਾ ਕਿ ਕੁਝ ਸਮਥਿੰਗ ਯੂ ਵਾਂਟ ਟੂ ਈਟ, ਜਿੱਦਾਂ ਸਪਾਈਸੀ ਜਾਂ ਕੁਝ, ਉਹ ਅਵੋਇਡ ਕਰਕੇ ਫਰੂਟ ਚਾਟ ਬਣਾ ਲਓ। ਤੁਸੀਂ ਘਰ ਦੀ ਚੀਜ਼, ਘਰ 'ਚ ਜਿੱਦਾਂ ਬੇਸਨ ਦਾ ਚਿੱਲਾ ਬਣਾ ਲਿਆ, ਉਹ ਤੁਸੀਂ ਫਿਰ ਵੀ ਲੈ ਸਕਦੇ ਹੋ। ਬਾਹਰ ਦੀ ਚੀਜ਼ ਬਿਲਕੁਲ ਨਹੀਂ ਖਾਣੀ। ਉਹਦਾ ਇੱਕ ਤਾਂ ਜਿਹੜਾ ਜਿੱਦਾਂ ਮਾਰਨਿੰਗ ਸਿਕਨੈਸ ਲਈ ਮੈਂ ਇੱਕ ਟਿਪ ਵੀ ਦੇਣਾ ਚਾਹੁੰਦੀ ਹਾਂ ਕਿ ਜਿੱਦਾਂ ਸਵੇਰੇ ਜੇ ਕਿਸੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਸਵੇਰੇ ਉੱਠਦੇ ਹੀ ਵੋਮਿਟਿੰਗ ਆਉਂਦੀ ਹੈ ਤਾਂ ਪਹਿਲਾਂ ਆਪਣਾ ਬੈੱਡ ਤੇ ਬੈਠ ਕੇ ਆਪਣੇ ਪੈਰ ਹਿਲਾਉਣ, ਠੀਕ ਹੈ। ਫਿਰ ਉਸ ਤੋਂ ਬਾਅਦ ਜਿੱਦਾਂ ਬਰਸ਼ ਕਰਨ ਤੋਂ ਬਾਅਦ ਇੱਕ ਸੁੱਕੀ ਚੀਜ਼ ਖਾਣ, ਲਿਕੁਇਡ ਜਿੰਨਾ ਲੈਣਗੇ ਉਹਨਾਂ ਨੂੰ ਵੋਮਿਟਿੰਗ ਜ਼ਿਆਦਾ ਆਏਗੀ। ਤਾਂ ਬੈਟਰ ਜਿੱਦਾਂ ਇੱਕ ਸੁੱਕਾ ਥੋੜਾ ਜਿਹਾ ਬਿਸਕਿਟ ਦਾ ਪੀਸ ਜਾਂ ਰਸਕ ਦਾ ਪੀਸ ਲੈ ਲਿਆ ਤਾਂ ਕਿ ਐਸਿਡ ਅੰਦਰ ਚਲਾ ਜਾਏ। ਫਿਰ ਉਸ ਤੋਂ ਬਾਅਦ ਆਪਣਾ ਸ਼ੁਰੂ ਕਰਨ। ਮਾਰਨਿੰਗ ਰੂਟੀਨ ਦੇ ਵਿੱਚ ਐਸੇ ਪੇਸ਼ੈਂਟ ਨੂੰ ਰਾਤ ਨੂੰ ਭਿਗੋ ਕੇ ਮੈਂ ਹਰ ਵਾਰ ਇਹ ਕਹਿੰਦੀ ਹਾਂ, ਮੈਨੂੰ ਪੇਸ਼ੈਂਟ ਨੇ ਪਿੱਛੇ ਪੁੱਛਿਆ ਵੀ ਸੀ ਕਿ ਤੁਸੀਂ ਇਦਾਂ ਕਿਉਂ ਕਹਿੰਦੇ ਹੋ ਕਿ ਬਦਾਮ ਹਮੇਸ਼ਾ ਭਿਗੋ ਕੇ ਲੈਣੇ ਚਾਹੀਦੇ। ਤਾਸੀਰ ਠੰਡੀ ਹੋ ਜਾਂਦੀ, ਇੱਕ ਤਾਂ ਤਾਸੀਰ ਠੰਡੀ ਹੁੰਦੀ ਹੈ, ਇੱਕ ਮੈਮ ਹੋਰ ਚੀਜ਼ ਹੁੰਦੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਵੀ ਜਿੱਦਾਂ ਇਹ ਡਰਾਈ ਚੀਜ਼ਾਂ ਇਹਨਾਂ ਨੂੰ ਤੁਸੀਂ ਭਿਗੋ ਦਿੰਦੇ ਹੋ ਤਾਂ ਇੱਕ ਜਰਮੀਨੇਸ਼ਨ ਵਾਲੇ ਪੁਆਇੰਟ ਤੇ ਆ ਜਾਂਦੇ ਆ ਕਿ ਉਸ ਤੋਂ ਬਾਅਦ ਤਾਂ ਇਹ ਇੱਕ ਜਿੱਦਾਂ ਕਹਿੰਦੇ ਨੇ ਕਿ ਜਰਮੀਨੇਟ ਹੀ ਹੋ ਜਾਏਗਾ। ਜਦੋਂ ਜਰਮੀਨੇਸ਼ਨ ਦੇ ਸਟੇਜ ਤੇ ਹੁੰਦਾ ਨਾ ਉਦੋਂ ਸਭ ਤੋਂ ਪਾਵਰਫੁਲ ਹੁੰਦਾ। ਉਹਦੇ 'ਚ ਉਸ ਟਾਈਮ ਤੇ ਜਿੰਨੇ ਨਿਊਟ੍ਰੀਸ਼ਨ ਹੁੰਦੇ ਆ ਉਹ ਸਭ ਤੋਂ ਜ਼ਿਆਦਾ ਹੁੰਦੇ ਆ। ਤਾਂ ਇਸ ਕਰਕੇ ਭਿਗੋ ਕੇ ਖਾਣ ਦਾ ਬਹੁਤ ਫਾਇਦਾ। ਰਾਤ ਨੂੰ ਆਪਣੇ 7 ਤੋਂ 8 ਬਦਾਮ, 10 ਕਿਸ਼ਮਿਸ਼ ਹੋ ਗਈ, ਠੀਕ ਹੈ, ਸੌਗੀ ਜਿਹਨੂੰ ਕਹਿ ਦਿੰਦੇ ਆ, ਇਹ ਭਿਗੋ ਕੇ ਰੱਖੋ। ਸਵੇਰੇ ਛਿਲਕਾ ਉਤਾਰ ਕੇ ਇਹ ਜ਼ਰੂਰ ਖਾਓ। ਇੱਕ ਤਾਂ ਪਹਿਲੇ 3 ਮਹੀਨੇ ਅਸੀਂ ਆਇਰਨ ਕੈਲਸ਼ੀਅਮ ਨਹੀਂ ਦਿੰਦੇ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਫੋਲਿਕ ਦਿੰਦੇ ਆ, ਤਾਂ ਇੱਕ ਨੈਚੁਰਲ ਸੋਰਸ ਹੋ ਜਾਏਗਾ ਕਿ ਤੁਹਾਨੂੰ ਆਇਰਨ ਵੀ ਚਲਾ ਜਾਂਦਾ ਹੈ, ਬਾਕੀ ਨਿਊਟ੍ਰੀਸ਼ਨ ਵੀ ਚਲਾ ਜਾਂਦਾ। ਸਵੇਰੇ ਉਹ ਲੈਣਾ ਚਾਹੀਦਾ, ਠੀਕ ਹੈ। ਔਰ ਇੱਕ ਟਾਈਮ ਫਰੂਟ ਦਾ ਬਣਾਓ, 2 ਟਾਈਮ ਦੁੱਧ ਲਓ। ਜੇ ਕਿਸੇ ਪੇਸ਼ੈਂਟ ਨੂੰ, ਜਿੱਦਾਂ ਕਈ ਪੇਸ਼ੈਂਟ ਐਸੇ ਹੁੰਦੇ ਕਈਆਂ ਨੂੰ ਵਿਚਾਰਿਆਂ ਨੂੰ ਦਾਲ, ਇਹ ਨਾ 2-3 ਸਟੇਜ ਹੁੰਦੀਆਂ, ਕਈਆਂ ਨੂੰ ਤਾਂ ਬਹੁਤ ਜ਼ਿਆਦਾ ਵੋਮਿਟਿੰਗ ਆਉਂਦੀ ਹੈ, ਕਈਆਂ ਨੂੰ ਤਾਂ 9 ਮੰਥ ਹੀ ਪ੍ਰੋਬਲਮ ਰਹਿੰਦੀ ਹੈ। ਔਰ ਪਹਿਲੇ 3 ਮਹੀਨੇ ਕਈ ਪੇਸ਼ੈਂਟ ਦਾ ਵੋਮਿਟਿੰਗ ਦੇ ਕਰਕੇ ਵਜ਼ਨ ਵੀ ਘਟ ਜਾਂਦਾ। ਤਾਂ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਰਿਲੀਫ ਰੱਖੋ ਕਿ ਜ਼ਬਰਦਸਤੀ ਨਾ ਥੋਪੋ ਕਿ ਬੇਟਾ ਤੂੰ ਖਾਣਾ ਹੀ ਖਾਣਾ। ਜੋ ਉਹਨਾਂ ਨੂੰ ਠੀਕ ਲੱਗਦਾ, ਨੋਰਮਲੀ ਜਿੱਦਾਂ ਅਸੀਂ ਕਹਿੰਦੇ ਹਾਂ ਕਿ 3 ਟਾਈਮ ਖਾਣਾ ਚਾਹੀਦਾ, ਮੈਂ ਕਹਿੰਦੀ ਹਾਂ ਪ੍ਰੈਗਨੈਂਸੀ 'ਚ 5 ਟਾਈਮ ਖਾਓ, ਪਰ ਭੁੱਖ ਰੱਖ ਕੇ ਖਾਓ। ਕਿ ਆਪ ਥੋੜਾ ਲੈ ਲਓ, ਉਹ ਡਾਈਜੈਸਟ ਹੋ ਜਾਏ, ਫਿਰ ਉਸ ਤੋਂ ਬਾਅਦ ਅਗਲਾ ਮੀਲ ਲਓ।
ਕੋਈ ਐਪਲ ਰੱਖ ਲਿਆ, ਜਿਹੜੇ ਵਰਕਿੰਗ ਹੈ ਉਹ ਆਪਣੇ ਸਕੂਲ ਜਾਂ ਆਫਿਸ 'ਚ ਜਾ ਰਹੇ ਆ ਤਾਂ 12 ਵਜੇ ਆਪਣਾ ਐਪਲ ਕੱਟ ਕੇ ਲੈ ਲਿਆ, ਜਾਂ ਜਿਹੜਾ ਵੀ ਸੀਜ਼ਨਲ ਫਰੂਟ ਉਸ ਟਾਈਮ ਆ ਰਿਹਾ ਉਹ ਲੈ ਲਿਆ, ਥੋੜਾ ਅਨਾਰ ਦੇ ਦਾਣੇ ਹੋ ਗਿਆ, ਇਸ ਤਰ੍ਹਾਂ ਦੀ ਚੀਜ਼ਾਂ ਲੈ ਲਿਆ, ਇਹ ਬੈਟਰ ਰਹਿੰਦਾ। ਜਿਹਨੂੰ ਦੁੱਧ ਨਹੀਂ ਸੂਟ ਕਰਦਾ ਮੈਮ, ਉਹ ਥੋੜਾ ਕੋਕੋਨਟ ਮਿਲਕ ਵੀ ਲੈ ਸਕਦੇ ਆ, ਜਾਂ ਫਿਰ ਦੂਸਰੀ ਫਾਰਮ ਹੁੰਦੀ ਆ ਪਨੀਰ ਜਾਂ ਆਪਣਾ ਦਹੀਂ, ਉਹ ਵੀ ਲੈ ਸਕਦੇ। ਮੈਂ ਅਗਲੀ ਗੱਲ ਤੁਹਾਨੂੰ ਇਹੀ ਪੁੱਛਣ ਵਾਲੀ ਸੀਗੀ ਕਿ ਕਈ ਵਾਰੀ ਨਾ ਸਾਡੇ ਵੱਡੇ ਹੀ ਸਾਨੂੰ ਕਹਿੰਦੇ ਆ ਕਿ ਹੁਣ ਇਹ ਬੱਚੇ ਨੂੰ ਵੀ ਖੁਰਾਕ ਲੱਗਣੀ ਆ, ਮਤਲਬ ਉਹਨਾਂ ਨੂੰ ਹੁੰਦਾ ਕਿ ਤੂੰ ਡਬਲ ਖਾਣਾ ਸ਼ੁਰੂ ਕਰਦੇ ਹੈ ਨਾ, ਤਾਂ ਉਹ ਥੋੜੀ ਦੇਰ ਬਾਅਦ ਤੁਹਾਨੂੰ ਫੋਰਸ ਕਰਦੇ ਰਹਿਣਗੇ ਕਿ ਆਹ ਖਾ ਲਾ, ਤੂੰ ਇਹ ਖਾ ਲਾ। ਕਈ ਵਾਰੀ ਜਿਵੇਂ ਤੁਸੀਂ ਕਿਹਾ ਕਿ ਪਚ ਵੀ ਨਹੀਂ ਰਿਹਾ ਹੁੰਦਾ, ਫਿਰ ਵੀ ਅਸੀਂ ਜ਼ਬਰਦਸਤੀ ਖਵਾਉਂਦੇ ਰਹਿੰਦੇ ਹਾਂ ਨਾ। ਕਿ ਸੱਚੀ ਡਬਲ ਡਾਈਟ ਦੀ ਜ਼ਰੂਰਤ ਹੁੰਦੀ ਹੈ, ਜਾਂ ਜਿੰਨਾ ਇੱਕ ਮਦਰ ਨੂੰ ਚਾਹੀਦਾ ਹੁੰਦਾ ਆਪਾਂ ਰੂਟੀਨ ਜਿੰਨਾ ਆਪਾਂ ਖਾ ਰਹੇ ਹਾਂ ਸਾਨੂੰ ਪਚ ਰਿਹਾ, ਕਿ ਉਹਨਾਂ ਸਫੀਸ਼ੀਐਂਟ ਹੁੰਦਾ? ਨਹੀਂ ਮੈਮ, ਇਹ ਤਾਂ ਜ਼ਰੂਰ ਹੈ ਕਿ ਤੁਹਾਨੂੰ ਆਪਣਾ ਡਾਈਟ ਥੋੜਾ ਇਨਕਰੀਜ਼ ਕਰਨਾ ਪੈਂਦਾ, ਲੇਕਿਨ ਮੈਂ ਪੇਸ਼ੈਂਟ ਨੂੰ ਇਹ ਕਹਿੰਦੀ ਆ ਫੁਲਕਾ ਇਨਕਰੀਜ਼ ਕਰਨ ਦੇ ਨਾਲੋਂ ਤੁਸੀਂ ਨਿਊਟ੍ਰੀਸ਼ਨ ਵਾਲੀਆਂ ਬਾਕੀ ਚੀਜ਼ਾਂ ਜ਼ਿਆਦਾ ਇੰਪਰੂਵ ਕਰ ਲਓ, ਜਿੱਦਾਂ ਪ੍ਰੋਟੀਨ, ਕੈਲਸ਼ੀਅਮ, ਆਇਰਨ ਵਾਲੇ ਜਿਹੜੇ ਸੋਰਸਿਸ ਹੈ ਨਾ। ਜਿੱਦਾਂ ਹੁਣ ਹਫਤੇ 'ਚ 2-3 ਵਾਰ ਮੈਂ ਸਾਰਿਆਂ ਨੂੰ ਇਹ ਸਮਝਾਉਂਦੀ ਹੁੰਦੀ ਹਾਂ, ਜੇ ਕੋਈ ਬੋਇਲਡ ਐਗ ਲੈ ਸਕਦਾ ਤਾਂ ਉਹ ਠੀਕ ਹੈ, ਜੇ ਉਹ ਨਹੀਂ ਲੈ ਸਕਦੇ, ਵੈਜੀਟੇਰੀਅਨ ਡਾਈਟ ਹੈ, ਤਾਂ ਹਫਤੇ 'ਚ 2-3 ਵਾਰ ਪਾਲਕ, ਹਾਂਜੀ, ਠੀਕ ਹੈ, ਮੂੰਗੀ ਬਹੁਤ ਅੱਛੀ ਹੁੰਦੀ ਹੈ, ਸਪਰਾਊਟ ਬਹੁਤ ਅੱਛੇ ਹੁੰਦੇ ਆ, ਸੋਇਆਬੀਨ ਬਹੁਤ ਵਧੀਆ ਜੀ, ਇਹ ਚੀਜ਼ਾਂ ਲਓ, ਕਰਡ ਲਓ, ਆਪਣੇ ਘਰ ਪਨੀਰ ਕੱਢ ਕੇ ਉਹ ਲਓ। ਪੇਸ਼ੈਂਟ ਨੂੰ ਇਹ ਚੀਜ਼ਾਂ ਜ਼ਿਆਦਾ ਦਿਓ, ਫੋਰਸ ਨਹੀਂ ਕਰਨਾ। ਮੈਂ ਪਹਿਲਾਂ ਹੀ ਕਹਿ ਰਹੀ, ਪਹਿਲੇ 3 ਮਹੀਨੇ ਸਪੈਸ਼ਲੀ ਉਹ ਐਕਚੁਅਲੀ ਉਸ ਟਾਈਮ ਨਾ ਥੋੜਾ ਜਿਹਾ ਮੈਡਮ ਸ਼ੌਂਕ ਵੀ ਜ਼ਿਆਦਾ ਹੀ ਹੁੰਦਾ ਨਾ, ਕਿ ਫਸਟ ਟਾਈਮ ਹੈ ਤਾਂ ਹਰ ਇੱਕ ਬੰਦੇ ਨੂੰ ਲੱਗਦਾ ਕਿ ਤੂੰ ਇਹ ਵੀ ਖਾ। ਨਹੀਂ, ਜੋ ਪੇਸ਼ੈਂਟ ਨੂੰ ਪਸੰਦ ਹੈ ਉਸ ਤਰੀਕੇ ਨਾਲ ਉਹਨੂੰ ਥੋੜਾ ਆਲਟਰ ਕਰ ਲਓ, ਕਿਉਂਕਿ ਉਹਨੂੰ ਜ਼ਿਆਦਾ ਬੈਟਰ ਪਤਾ ਕਿ ਮੈਨੂੰ ਇਹਦੇ ਨਾਲ ਵੋਮਿਟਿੰਗ ਆਏਗੀ ਜਾਂ ਇਹਦੇ ਨਾਲ ਨਹੀਂ ਆਏਗੀ। ਜਿਵੇਂ ਇੱਕ ਚੀਜ਼ ਹੋਰ ਹੈ ਕਿ ਆਪਣੀ ਫਿਜ਼ੀਕਲ ਐਕਟੀਵਿਟੀ ਕਿੰਨੀ ਕੁ ਹੋਣੀ ਚਾਹੀਦੀ ਹੈ। ਕਈ ਤਾਂ ਹੁੰਦਾ ਕਿ ਚਲੋ ਬਹੁਤ ਕਿਸੇ ਰੇਅਰ ਹਾਲਾਤ ਦੇ ਵਿੱਚ ਡਾਕਟਰ ਤੁਹਾਨੂੰ ਰਿਕਮੈਂਡ ਕਰ ਦਿੰਦੇ ਆ ਕਿ ਤੁਸੀਂ ਪ੍ਰੋਪਰ ਬੈੱਡ ਰੈਸਟ 'ਤੇ ਹੋ ਨਾ। ਜਿਵੇਂ ਮੇਰੇ ਬਹੁਤ ਸਾਲ ਪਹਿਲਾਂ, ਮੈਂ ਜਦੋਂ 10ਵੀਂ 11ਵੀਂ 'ਚ ਪੜ੍ਹਦੀ ਸੀ ਤਾਂ ਮੇਰੇ ਭਾਬੀ ਇੱਕ, ਉਹਨਾਂ ਦੇ ਪਹਿਲਾਂ 2 ਅਬੋਰਸ਼ਨ ਹੋ ਚੁੱਕੇ ਸੀ, ਅਤੇ ਜਦੋਂ ਉਹਨਾਂ ਦੇ 3rd ਟਾਈਮ ਬੱਚਾ ਹੋਣ ਵਾਲਾ ਸੀ ਤਾਂ ਮੈਂ ਉਹਨਾਂ ਨੂੰ ਦੇਖਿਆ ਸੀ ਕਿ ਉਹ ਪੂਰੇ 7-8 ਮਹੀਨੇ ਬੈੱਡ 'ਤੇ ਹੁੰਦੇ ਸੀਗੇ ਤੇ ਸਿਰਫ ਦਹੀਂ ਨਾਲ ਰੋਟੀ ਖਾਂਦੇ ਹੁੰਦੇ ਸੀਗੇ, ਹੈ ਨਾ। ਤਾਂ ਅਸੀਂ ਉਹਨਾਂ ਨੂੰ ਦੇਖ ਕੇ ਸੋਚਣਾ ਵੀ ਕਿੰਨਾ ਔਖਾ ਇੱਕ ਮਦਰ ਲਈ ਨਾ, ਵੀ ਬੱਚਾ ਆਪਾਂ ਕਹਿੰਦੇ ਹਾਂ ਕਿ ਐਵੇਂ ਤਾਂ ਨਹੀਂ ਹੋ ਜਾਂਦਾ। ਤੇ ਉੱਦਾਂ ਜੇ ਤੁਸੀਂ ਨੋਰਮਲ ਹੋ, ਤੁਹਾਨੂੰ ਡਾਕਟਰ ਨੇ ਨਹੀਂ ਕੋਈ ਇੱਦਾਂ ਦੀ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਤੁਸੀਂ ਪ੍ਰੋਪਰ ਬੈੱਡ ਰੈਸਟ 'ਤੇ ਹੋ, ਤਾਂ ਨੋਰਮਲੀ ਤੁਹਾਨੂੰ ਕਿੰਨਾ ਕੁ ਸਮਾਂ, ਜਿਵੇਂ ਆਪਾਂ ਕਹਿੰਦੇ ਨੇ ਕਿ 7-8 ਮਹੀਨੇ ਜਾਂ ਲਾਸਟ ਤੱਕ ਵੀ ਤੁਸੀਂ ਵਧੀਆ ਇੱਕ ਕੰਮ ਕਰ ਸਕਦੇ ਹੋ ਘਰ ਦਾ, ਕਿ ਜਿਹਦੇ 'ਚ ਕੋਈ ਭਾਰੇ ਕੰਮ ਨਾ ਹੋਣ ਨਾ। ਫਿਜ਼ੀਕਲੀ ਐਕਟੀਵਿਟੀ ਸਾਡੀ ਕਿੰਨੀ ਕੁ ਹੋਣੀ ਚਾਹੀਦੀ ਆ? ਮੈਂ ਮੈਮ ਹਰ ਪੇਸ਼ੈਂਟ ਨੂੰ ਜਦੋਂ ਮੇਰੇ ਕੋਲ ਆਉਂਦੇ ਆ, ਕਿਉਂਕਿ ਮੈਂ ਉਹੀ ਤੁਹਾਨੂੰ ਦੱਸਿਆ ਨਾ ਕਿ ਫਰਸਟ ਕੇਸ ਸਪੈਸ਼ਲੀ ਬਹੁਤ ਐਕਸਾਈਟਮੈਂਟ ਹੁੰਦੀ ਹੈ, ਸਾਰਾ ਕੁਝ ਹੁੰਦਾ, ਤਾਂ ਮੈਂ ਪਹਿਲਾ ਵਰਡ ਜਿਹੜਾ ਪੇਸ਼ੈਂਟ ਨੂੰ ਕਹਿੰਦੀ ਹਾਂ ਉਹ ਕਹਿੰਦੀ ਹਾਂ ਕਿ ਪ੍ਰੈਗਨੈਂਸੀ ਇਜ਼ ਨਾਟ ਅ ਡਿਜ਼ੀਜ਼। ਇਹ ਕੋਈ ਬਿਮਾਰੀ ਨਹੀਂ ਹੈ, ਇਹ ਪ੍ਰਮਾਤਮਾ ਨੇ ਤੁਹਾਡੀ ਇੱਕ ਫੈਮਿਲੀ ਐਕਸਪੈਂਡ ਕਰਨ ਲਈ ਤੁਹਾਨੂੰ ਇੱਕ ਕਹਿ ਲਓ ਕਿ ਆਪਾਂ ਇੱਕ ਗੋ ਥਰੂ ਉਸ ਪ੍ਰੋਸੈਸ ਦੇ ਹੋ ਰਹੇ ਹਾਂ। ਪ੍ਰੈਗਨੈਂਸੀ ਦੇ ਵਿੱਚ ਜਦ ਤੱਕ ਜਿੱਦਾਂ 2-4 ਕੰਡੀਸ਼ਨਸ ਜਿਹਦੇ ਪਹਿਲਾਂ ਪ੍ਰੀਵੀਅਸ ਅਬੋਰਸ਼ਨ ਦੀ ਹਿਸਟਰੀ ਹੈ, ਜਾਂ ਆਲ ਨੀਚੇ ਹੈ, ਜਾਂ ਕਿਸੇ ਨੂੰ ਕੋਈ ਸਪੌਟਿੰਗ ਦੀ ਹਿਸਟਰੀ ਹੋ ਗਈ, ਜਾਂ ਸਰਵਾਈਕਲ ਇਨਕੰਪੀਟੈਂਸ ਕੋਈ ਹੁੰਦਾ ਜਿਹਦੇ 'ਚ ਬੱਚੇਦਾਨੀ ਦਾ ਮੂੰਹ ਖੁੱਲ੍ਹਣਾ ਸ਼ੁਰੂ ਹੋ ਜਾਂਦਾ, ਸਿਰਫ ਉਹਨਾਂ ਕੇਸਿਸ ਦੇ ਵਿੱਚ ਉਹ ਵੀ ਡਾਕਟਰ ਤੁਹਾਨੂੰ ਦੱਸ ਦੇਣਗੇ ਤੁਸੀਂ ਨੋਰਮਲੀ ਉਹਨਾਂ ਕੇਸਿਸ 'ਚ ਬੈੱਡ ਰੈਸਟ ਕਰਨੀ ਹੈ। ਅਦਰਵਾਈਜ਼ ਜੋ ਮੈਂ ਹਰ ਪੇਸ਼ੈਂਟ ਨੂੰ ਕਹਿੰਦੀ ਹਾਂ ਕਿ ਪ੍ਰੈਗਨੈਂਸੀ ਦੇ ਵਿੱਚ ਦਿਨ 'ਚ 2 ਘੰਟੇ, ਰਾਤ ਨੂੰ 8 ਘੰਟੇ ਇੰਨੀ ਨੀਂਦ ਸਫੀਸ਼ੀਐਂਟ ਹੈ, ਇੰਨਾ ਰੈਸਟ ਸਫੀਸ਼ੀਐਂਟ ਹੈ। ਜੇ ਤੁਸੀਂ ਆਫਿਸ 'ਚ ਜਾ ਰਹੇ ਹੋ ਜਾਂ ਤੁਹਾਡੀ ਸਿਟਿੰਗ ਜੌਬ ਹੈ, ਆ ਕੇ ਆਪਣੇ ਘਰ ਜਦੋਂ ਰੈਸਟ ਕਰਦੇ ਹੋ ਪਿੱਲੋ ਰੱਖ ਲਿਆ ਪੈਰਾਂ ਦੀ ਸਾਈਡ 'ਤੇ, ਕਿਉਂਕਿ ਉੱਥੇ ਮੇਨ ਪੂਲਿੰਗ ਪੈਰਾਂ 'ਤੇ ਜ਼ਿਆਦਾ ਪ੍ਰੈਸ਼ਰ ਪੈਂਦਾ। ਅਦਰਵਾਈਜ਼ ਪ੍ਰੈਗਨੈਂਸੀ ਇਜ਼ ਨਾਟ ਅ ਡਿਜ਼ੀਜ਼। ਆਪਣਾ ਰੂਟੀਨ ਕੰਮ ਕਰ ਸਕਦੇ ਹੋ। ਜਿਹਨੂੰ ਇਹ ਲੱਗਦਾ ਕਿ ਉਹਨੂੰ ਨੌਜ਼ੀਆ ਕਰਕੇ ਕਿਚਨ 'ਚ ਖੜੇ ਹੋਣਾ ਔਖਾ ਹੈ, ਉਹ ਥੋੜਾ ਬਹੁਤਾ ਅਵੋਇਡ ਕਰ ਲਿਆ ਕਿ ਬਾਹਰ ਆ ਕੇ ਥੋੜਾ ਰੈਸਟ ਕਰਕੇ ਫਿਰ ਆਪਣਾ ਕੰਮ ਕਰ ਲਿਆ। ਅਦਰਵਾਈਜ਼ ਜਿੰਨਾ ਐਕਟਿਵ ਰਹੋਗੇ, ਇੱਕ ਤਾਂ ਟਾਈਮ ਬਹੁਤ ਅੱਛਾ ਨਿਕਲ ਜਾਂਦਾ ਹੱਸਦੇ ਖੇਡਦੇ, ਕਿ ਪੇਸ਼ੈਂਟ ਥੋੜਾ ਬਹੁਤ ਆਪਣਾ ਜੌਬ ਤੇ ਜਾ ਰਿਹਾ ਜਾਂ ਕਰ ਰਿਹਾ। ਕਹਿਣਾ ਆਸਾਨ ਹੈ ਮੈਮ, ਜਿਨ੍ਹਾਂ ਨੂੰ ਬੈੱਡ ਰੈਸਟ ਕਰਨੀ ਪੈਂਦੀ ਹੈ ਉਹਨਾਂ ਨੂੰ ਪੁੱਛ ਕੇ ਦੇਖਣਾ, ਦੈਟ ਇਜ਼ ਆਲਸੋ ਵੈਰੀ ਡਿਫਿਕਲਟ, ਹੈ ਨਾ। ਤਾਂ ਮੈਨੂੰ ਇਹ ਲੱਗਦਾ ਕਿ ਐਕਟਿਵ ਰਹਿਣਾ ਚਾਹੀਦਾ। ਔਰ ਜੇ ਤੁਸੀਂ ਕਹੋਗੇ, ਮੈਂ ਕੋਈ ਐਕਸਰਸਾਈਜ਼ ਨਹੀਂ ਕਹਿੰਦੀ ਹੁੰਦੀ, ਲੇਕਿਨ ਫਸਟ 3 ਮੰਥਸ ਜਿੱਦਾਂ ਤੁਸੀਂ ਆਪਣੇ ਹੈਂਡਸ ਦੀ ਸਟ੍ਰੈਚਿੰਗ ਕਰ ਲਈ, ਅੱਪਰ ਪਾਰਟ, ਲੋਅਰ ਪਾਰਟ ਤਾਂ ਬਿਲਕੁਲ ਨਹੀਂ ਛੇੜਨਾ ਜੀ। ਅੱਪਰ ਪਾਰਟ ਦਾ ਜੋ ਵੀ ਥੋੜਾ ਬਹੁਤਾ ਐਕਸਰਸਾਈਜ਼ ਹੈ ਉਹ ਰੈਗੂਲਰ ਕਰਦੇ ਰਹੋ, ਕਿਉਂਕਿ ਜੋ ਖਾਓਗੇ ਪਚਣਾ ਤਾਂ ਹੀ ਹੈ ਕਿ ਜੇ ਵਾਕ ਕਰੋਗੇ ਜਾਂ ਥੋੜਾ ਬਹੁਤਾ ਬੋਡੀ 'ਚ ਐਨਰਜੀ ਲੱਗੇਗੀ। ਅਦਰਵਾਈਜ਼ ਤਾਂ ਫਿਰ ਉਹੀ ਕਿੱਥੇ ਹੀ ਪਿਆ ਹੋਇਆ ਜੀ, ਉਹਦੀ ਦਵਾਈ ਦੇ ਦਿਓ, ਦਵਾਈ ਦੇ ਨਾਲੋਂ ਇਹ ਬੈਟਰ ਹੈ ਕਿ ਐਕਟਿਵ ਰਹੋ। ਹਾਂਜੀ, ਇੱਕ ਚੀਜ਼ ਮੈਮ ਸ਼ਾਇਦ ਤੁਹਾਨੂੰ ਮਤਲਬ ਅਜੀਬ ਲੱਗੇ ਵੀ ਮੈਂ ਕਿਵੇਂ ਦਾ ਸਵਾਲ ਕਰਦੀ ਹਾਂ। ਅੱਜ ਕੱਲ੍ਹ ਜਿਵੇਂ ਹਰ ਮੈਨੂੰ ਲੱਗਦਾ ਹੁੰਦਾ ਕਿ 60% ਕੁੜੀਆਂ ਜਾਂ ਮੁੰਡੇ ਨੇ ਜਿਨ੍ਹਾਂ ਦੇ 20 ਸਾਲ ਦੀ ਏਜ ਤੱਕ ਵਾਲ ਚਿੱਟੇ ਹੋ ਜਾਂਦੇ ਆ, ਹੈ ਨਾ। ਤਾਂ ਹਰ ਕੋਈ ਕੈਮੀਕਲ ਡਾਈ ਕਰ ਰਿਹਾ, ਅਤੇ ਜਦੋਂ ਇੱਕ ਮਦਰ ਜਿਹਦੇ ਬੱਚਾ ਹੋਣ ਵਾਲਾ ਹੁੰਦਾ, ਉਹ ਜੇ ਤੁਸੀਂ ਇੱਦਾਂ ਤੋਂ ਰੂਟੀਨ 'ਚ ਉਹ
ਡਾਈ ਅਸੀਂ ਯੂਜ਼ ਕਰਦੇ ਹਾਂ ਹਨਾ, ਕਿ ਸੱਚੀ ਤੁਹਾਨੂੰ ਪ੍ਰੈਗਨੈਂਸੀ 'ਚ ਇਦਾਂ ਦੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ? ਮੈਮ ਅਮੋਨੀਆ ਫ੍ਰੀ ਵੈਸੇ ਤਾਂ ਮੈਂ ਕੋਸ਼ਿਸ਼ ਇਹ ਕਰੋ ਕਿ ਜਿੱਦਾਂ ਥੋੜਾ ਜਿਹਾ ਨਾ ਆਪ ਹਿਨਾ ਯੂਜ਼ ਕਰ ਸਕਦੇ ਹੋ, ਆਂਵਲਾ ਤੁਹਾਡੇ ਕੋਲ ਹੈਗਾ, ਹਰੜ ਹੈਗਾ, ਮਿਹਨਤ ਹੀ ਕਰਨੀ ਹੈ ਜੀ, ਉਹਨੂੰ ਭਿਗੋ ਕੇ ਲਗਾ ਲਓ, ਕਾਫੀ ਯੂਜ਼ ਕਰ ਸਕਦੇ ਹੋ। ਕੈਮੀਕਲ ਤਾਂ ਮੈਮ ਜੇ ਤੁਸੀਂ ਇਹ ਦੇਖੋ ਕਿ ਉਹ ਬੇਬੀ ਨੂੰ ਤਾਂ ਛੱਡੋ, ਤੁਹਾਡੀ ਆਈਸਾਈਟ ਤੇ ਬਹੁਤ ਹਾਰਮਫੁਲ ਹੁੰਦੇ ਹਨਾ, ਉਹ ਇਸ ਕਰਕੇ ਮੈਂ ਤਾਂ ਨਹੀਂ, ਫਸਟ 3 ਮੰਥਸ ਨਹੀਂ ਮੈਂ ਕਹਿੰਦੀ, ਇਟ ਇਜ਼ ਬੈਟਰ ਟੂ ਅਵੋਇਡ। ਜਾਂ ਫਿਰ ਤੁਸੀਂ ਜਿਹੜੇ ਮੈਂ ਤੁਹਾਨੂੰ ਘਰ ਦੇ ਹੀ ਦੱਸੇ ਆ ਕਿ ਆਂਵਲਾ ਥੋੜਾ ਜਿਹਾ ਉਹ ਨਾ ਕੀ ਕਹਿੰਦੇ ਆ ਆਇਰਨ ਦੇ ਬੋਲ 'ਚ ਕਰ ਦਿਓਗੇ, ਉਹ ਵੀ ਬਲੈਕ ਕਲਰ ਕਰ ਦਿੰਦਾ, ਤਾਂ ਬੈਟਰ ਹੈ ਉਹ ਯੂਜ਼ ਕਰ ਲਓ ਦੈਨ ਟੂ ਕੈਮੀਕਲਸ। ਮੈਂ ਬਹੁਤ ਸਾਰੀਆਂ ਇੰਟਰਵਿਊਜ਼ ਦੇਖੀਆਂ ਇੱਦਾਂ ਦੀਆਂ, ਮੈਨੂੰ ਲੱਗਿਆ ਕਿ ਹਰ ਵਾਰ ਸਕਿਨ ਕੇਅਰ ਤੇ ਜ਼ਰੂਰ ਗੱਲ ਹੁੰਦੀ ਹੈ ਕਿ ਜਿਵੇਂ ਕਈ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਆਪਣੇ ਫੇਸ ਤੇ ਲਾਉਂਦੇ ਆ, ਕੋਈ ਕੁੜੀਆਂ ਮਤਲਬ ਜਿਵੇਂ ਛਾਈਆਂ ਲਈ ਯੂਜ਼ ਕਰ ਲਈ ਜਾਂ ਐਕਨੇ ਲਈ ਹਨਾ, ਉਹਨਾਂ ਤੇ ਸਪੈਸ਼ਲ ਲਿਖਿਆ ਹੁੰਦਾ ਕਿ ਪ੍ਰੈਗਨੈਂਟ ਲੇਡੀਜ਼ ਨੇ ਜਿਹੜੀਆਂ ਉਹ ਡਾਕਟਰ ਦੀ ਰਿਕਮੈਂਡੇਸ਼ਨ ਤੋਂ ਲੈਣਾ ਹੀ ਨਹੀਂ ਚਾਹੀਦਾ, ਪਰ ਹੈ ਤਾਂ ਇਹ ਵੀ ਕੈਮੀਕਲ ਆ ਨਾ, ਤੇ ਇਹਦੇ ਬਾਰੇ ਅਸੀਂ ਕਦੀ ਗੱਲ ਨਹੀਂ ਕਰਦੇ ਕਿ ਪ੍ਰੈਗਨੈਂਟ ਲੇਡੀ ਨੂੰ ਡਾਈ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਮੈਮ ਤੁਸੀਂ ਇਹ ਦੇਖੋ ਕਿ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਕਿ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਤੁਸੀਂ ਕਦੇ ਮਤਲਬ ਅੱਜ ਤੋਂ 20 ਇਅਰਸ ਪਹਿਲਾਂ ਸੁਣਿਆ ਸੀ ਕਿ ਬੱਚੇ ਨੂੰ ਇੰਨੀਆਂ ਕੰਜੈਨੀਟਲ ਐਬਨੋਰਮੈਲਿਟੀਜ਼? ਬਿਲਕੁਲ ਨਹੀਂ ਹਨਾ, ਕਦੇ ਹਾਰਟ 'ਚ ਹੋਲ, ਕਦੇ ਹੁਣ ਪਿੱਛੇ ਮੇਰੇ ਕੋਲ ਇੱਕ ਡਾਇਫਰੈਗਮੈਟਿਕ ਹਰਨੀਆ ਦਾ ਬੇਬੀ ਆਇਆ ਜੀ, ਜਦ ਕਿ ਉਹ ਬੱਚੀ ਬਿਲਕੁਲ ਹੀ ਸਿੰਪਲ ਘਰ ਦਾ ਹੀ ਲੈ ਰਹੀ ਸੀਗੀ। ਤੇ ਕਿਤੇ ਨਾ ਕਿਤੇ ਤਾਂ ਹੈ ਨਾ, ਜਿੱਦਾਂ ਮੈਂ ਤੁਹਾਨੂੰ ਇੱਕ ਹੋਰ ਉਹੀ ਪਹਿਲਾਂ ਕਿਹਾ ਕਿ ਪ੍ਰੀਜ਼ਰਵੇਟਿਵਸ ਆਰ ਦੇਅਰ ਹਨਾ, ਤੁਸੀਂ ਜੇ ਕੋਈ ਆਪਣੇ ਵੱਲੋਂ ਤਾਂ ਤੁਸੀਂ ਬਹੁਤ ਅੱਛੇ ਬ੍ਰਾਂਡ ਦੀ ਚੀਜ਼ ਲੈ ਕੇ ਆ ਰਹੇ ਹੋ, ਮੈਂ ਕਦੇ ਕਿਸੇ ਦਾ ਨਾਮ ਨਹੀਂ ਲੈਂਦੀ, ਲੇਕਿਨ ਉਹ ਬ੍ਰਾਂਡ ਦੇ ਉੱਤੇ ਵੀ ਤੁਸੀਂ ਪੜ੍ਹ ਕੇ ਦੇਖੋ। ਮੈਂ ਪਿੱਛੇ ਜੇ ਵੀ ਮੇਰੀ ਬੱਚੀ ਨੇ ਮੈਨੂੰ ਦੱਸਿਆ ਕਿ ਉਹ ਸਾਰਾ ਕੁਝ ਨੈਚੁਰਲ ਲਿਖਣ ਤੋਂ ਬਾਅਦ ਵੀ ਲਿਖਦੇ ਆ ਕਿ ਆਰਟੀਫਿਸ਼ੀਅਲ ਕਲਰਸ ਆਰ ਐਡਡ। ਆਰਟੀਫਿਸ਼ੀਅਲ ਕਲਰ ਕਿਸ ਪ੍ਰੋਸੈਸ ਨਾਲ ਬਣਿਆ ਤੁਹਾਨੂੰ ਨਹੀਂ ਪਤਾ, ਤਾਂ ਉਹ ਕਿੱਥੇ ਹਾਰਮ ਕਰਨਗੇ, ਯੂ ਨੈਵਰ ਨੋ। ਘਰ ਦਾ ਸਾਤਵਿਕ ਖਾਣਾ ਅੱਜ ਵੀ ਬੈਸਟ ਹੈ, ਕੱਲ ਵੀ ਬੈਸਟ ਸੀ ਔਰ ਹਮੇਸ਼ਾ ਬੈਸਟ ਰਹੇਗਾ। ਹਾਂਜੀ, ਜਿਵੇਂ ਹੋਰ ਕੀ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਲੱਗਦਾ ਕਿ 9 ਮਹੀਨੇ ਦੇ ਦੌਰਾਨ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹਨਾ? ਜਿਵੇਂ ਇੱਕ ਚੀਜ਼ ਬਾਰੇ ਆਪਾਂ ਬਿਲਕੁਲ ਹੀ ਅਵੇਅਰ ਨਹੀਂ ਹੁੰਦੇ, ਜਦੋਂ ਮੇਰੇ ਸਿਸਟਰ ਦੀ ਡਿਲੀਵਰੀ ਸੀਗੀ, ਉਹਨਾਂ ਦੀ ਸੈਕਿੰਡ ਡਿਲੀਵਰੀ ਸੀ, ਤਾਂ ਉਹ ਉਦੋਂ ਗੱਲ ਕਰ ਦਿੰਦੇ ਸੀ ਕਿ ਜਿਹੜਾ ਕਹਿ ਦਿੰਦੇ ਆ ਕਿ ਤੁਸੀਂ ਬਾਅਦ ਚੋਂ ਡਿਲੀਵਰੀ ਤੋਂ ਬਾਅਦ ਦੰਦਾਂ ਨੂੰ ਬਰਸ਼ ਨਾ ਕਰੋ ਹਨਾ, ਉਹ ਕਹਿੰਦੇ ਪ੍ਰੋਬਲਮਸ ਤਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ, ਕਿ ਪ੍ਰੈਗਨੈਂਸੀ ਦੇ ਦੌਰਾਨ ਬਹੁਤ ਚਾਂਸਿਸ ਹੁੰਦੇ ਆ ਕਿ ਤੁਹਾਡੇ ਦੰਦ ਖਰਾਬ ਹੁੰਦੇ ਆ ਹਨਾ। ਤਾਂ ਇਹ ਚੀਜ਼ ਸੱਚ ਹੈ ਕਿ ਤੁਹਾਡੇ ਦੰਦਾਂ ਤੇ ਕੋਈ ਇਫੈਕਟ ਹੁੰਦਾ? ਹਾਂਜੀ ਬਿਲਕੁਲ, ਐਸਟ੍ਰੋਜਨ ਪ੍ਰੋਜੈਸਟਰੋਨ ਲੈਵਲ ਜਦੋਂ ਪੇਸ਼ੈਂਟ ਦੇ ਆਲਟਰ ਕਰਦੇ ਆ ਪ੍ਰੈਗਨੈਂਸੀ ਦੇ ਵਿੱਚ ਕੈਵਿਟੀਜ਼ ਹੋਣ ਦੇ ਚਾਂਸਸ ਰਹਿੰਦੇ ਆ ਜੀ। ਦੂਸਰੀ ਚੀਜ਼ ਹੈ ਤੇ ਜਿਹੜੇ ਜਿੱਦਾਂ ਕਹਿੰਦੇ ਨਾ ਕਿ ਥੋੜਾ ਹਿੱਲਣ ਜੈਸਾ ਵੀ ਲੱਗਣ ਲੱਗ ਜਾਂਦਾ, ਉਹਦੇ ਲਈ ਮੈਮ ਦੇਖੋ ਮੈਂ ਨਾ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਬੱਚੇ ਦਾ ਅੰਦਰ ਬਣਨਾ ਨੈਚੁਰਲ ਪ੍ਰੋਸੈਸ ਹੈ, ਤੁਸੀਂ ਉਹਨੂੰ ਨਹੀਂ ਰੋਕ ਸਕਦੇ, ਕਿਉਂਕਿ 3 ਮਹੀਨੇ ਬਾਅਦ ਬੱਚੇ ਦੀਆਂ ਬੋਨਸ ਵੀ ਬਣਨੀਆਂ, ਉਹਨੇ ਬਲੱਡ ਵੀ ਲੈਣਾ। ਆਫਟਰ ਆਲ 3.5 ਕਿਲੋ ਦਾ ਬੱਚਾ ਬੰਨਾ ਤਾਂ ਤੁਹਾਡੇ ਅੰਦਰੋਂ ਹੀ ਹੈ। ਤੁਸੀਂ ਬਾਹਰੋਂ ਦੁੱਧ ਨਹੀਂ ਪੀ ਰਹੇ, ਤੁਸੀਂ ਪਨੀਰ ਨਹੀਂ ਖਾ ਰਹੇ, ਤੁਸੀਂ ਕਰਡ ਨਹੀਂ ਲੈ ਰਹੇ, ਕੈਲਸ਼ੀਅਮ ਸਪਲੀਮੈਂਟ ਨਹੀਂ ਲੈ ਰਹੇ, ਤੇ ਉਹ ਕਿੱਥੋਂ ਲੈਗਾ? ਤੁਹਾਡੇ ਬੋਨ ਸੋਰਸਿਸ ਚੋਂ। ਬੋਨ ਸੋਰਸਿਸ ਕਿਹੜੇ ਆ? ਜਾਂ ਤਾਂ ਟੀਥ ਹੈ ਜਾਂ ਤੁਹਾਡੀਆਂ ਆਪਣੀਆਂ ਬੋਨਸ ਹੈ। ਪੇਸ਼ੈਂਟ ਨੂੰ ਬੈਕਏਕ ਬਹੁਤ ਹੋਣ ਲੱਗ ਜਾਂਦੀ ਹੈ, ਫਿਰ ਉਹ ਫੇਸ ਤੇ ਰਿਫਲੈਕਸ ਉਹ ਥੋੜੇ ਬਲੈਮਿਸ਼ਸ ਦੀ ਤਰ੍ਹਾਂ ਰਿਫਲੈਕਟ ਕਰਨ ਲੱਗ ਜਾਂਦਾ। ਤਾਂ ਇਸ ਕਰਕੇ ਪੇਸ਼ੈਂਟ ਨੂੰ ਆਪਣੇ ਕੈਲਸ਼ੀਅਮ ਜ਼ਰੂਰ ਲੈਣੀ ਚਾਹੀਦੀ ਹੈ, ਰਾਤ ਨੂੰ ਬ੍ਰਸ਼ ਕਰਕੇ, ਔਰ ਸੌਫਟ ਬ੍ਰਸ਼ ਯੂਜ਼ ਕਰਨਾ ਚਾਹੀਦਾ, ਜਿੱਦਾਂ ਮੀਡੀਅਮ ਵੀ ਨਹੀਂ, ਹਾਰਡ ਤਾਂ ਬਿਲਕੁਲ ਵੀ ਨਹੀਂ, ਸੌਫਟ ਬ੍ਰਸ਼ ਯੂਜ਼ ਕਰਨ। ਔਰ ਉਸ ਤੋਂ ਬਾਅਦ ਜਿਹੜੀ ਮੇਨ ਪ੍ਰੋਬਲਮ ਹੈ ਇਹ ਕਿ ਕੈਲਸ਼ੀਅਮ ਐਡਿਕੁਏਟ ਲੈਣ, ਉਹਦੇ ਨਾਲ ਕਾਫੀ ਠੀਕ ਹੋ ਜਾਂਦਾ। ਹਾਂਜੀ, ਇਹ ਜ਼ਰੂਰੀ ਹੁੰਦਾ ਕਿ ਤੁਹਾਡਾ ਜਦੋਂ ਬੱਚਾ ਅੰਦਰ ਹੈ ਤਾਂ ਬੋਡੀ ਵੇਟ ਵਧੇਗਾ ਹੀ, ਇਹ ਚੀਜ਼ ਜ਼ਰੂਰੀ ਹੈ? ਕਈਆਂ ਦਾ ਜਿਵੇਂ ਮੈਂ ਦੇਖਿਆ ਕਿ ਉਹ ਕਹਿਣਗੇ ਕਿ ਸਾਡਾ ਸੇਮ ਓਨਾ ਹੀ ਹੈ ਹਨਾ, ਇਸ ਚੀਜ਼ ਨਾਲ ਕੋਈ ਫਰਕ ਪੈਂਦਾ ਹੈ? ਹਾਂਜੀ ਮੈਮ, ਥੋੜਾ ਜਿਹਾ ਪੈਂਦਾ ਜੀ। ਬੇਸਿਕਲੀ ਅਸੀਂ ਇਹ ਕਹਿੰਦੇ ਹੁੰਦੇ ਹਾਂ ਕਿ ਪੂਰੀ ਪ੍ਰੈਗਨੈਂਸੀ 'ਚ ਐਟਲੀਸਟ ਮਤਲਬ ਅਗਰ ਕਿਸੇ ਦਾ weight 7 to 8 ਜਾਂ 10 kg ਵੱਧਦਾ ਹੈ, ਦਿਸ ਇਜ਼ ਹੈਲਦੀ। ਇਸ ਤੋਂ ਉੱਪਰ ਅਗਰ ਜਾਂਦਾ ਤਾਂ ਪੇਸ਼ੈਂਟ ਕਈ ਵਾਰ ਬੀਪੀ 'ਚ ਜਾਂ ਫਿਰ ਕੀ ਕਹਿੰਦੇ ਆ ਕਿ ਸ਼ੂਗਰ 'ਚ ਜਾਂ ਥਾਇਰਾਇਡ, ਅੱਜ ਕੱਲ੍ਹ ਜਿੱਦਾਂ ਤੁਸੀਂ ਬਹੁਤ ਸੁਣਿਆ ਹੋਵੇਗਾ, ਇਹਦੇ 'ਚ ਲੀਡ ਕਰ ਜਾਂਦਾ ਲੇਟਰ ਮੰਥਸ 'ਚ ਜਾ ਕੇ। ਤਾਂ ਬੈਟਰ ਹੈ ਕਿ ਆਪਣਾ weight ਇੰਨਾ ਕੀ ਵਧਣ ਦਿਓ ਕਿ ਬਾਅਦ ਦੇ ਵਿੱਚ ਜਿੱਦਾਂ ਬੇਬੀ ਤੁਹਾਡਾ 3 ਕਿਲੋ ਦਾ ਹੋ ਗਿਆ ਡਿਲੀਵਰ, ਉਸ ਤੋਂ ਬਾਅਦ ਜਿਹੜਾ ਤੁਸੀਂ ਥੋੜਾ ਬਹੁਤਾ ਗੇਨ ਕੀਤਾ 4-5 ਕਿਲੋ, ਉਹ ਤੁਸੀਂ ਐਕਸਰਸਾਈਜ਼ ਨਾ ਹੋ ਜਾਏਗਾ। ਬਿਲਕੁਲ weight ਨਾ ਵਧਣਾ ਵੀ ਜਿਹੜਾ ਹੁੰਦਾ, ਉਹ ਕਈ ਵਾਰ ਇਹ ਕਹਿ ਦਿੰਦੇ ਕਿ ਮਦਰ ਨੂੰ ਖੁਰਾਕ ਨਹੀਂ ਲੱਗ ਰਹੀ, ਸਾਰੀ ਬੇਬੀ ਨੂੰ ਜਾ ਰਹੀ ਹੈ, ਲੇਕਿਨ ਗਲਤੀ ਸਾਡੀ ਵੀ ਹੁੰਦੀ ਹੈ ਕਿ ਅਸੀਂ ਉਨੀ ਖੁਰਾਕ ਦੇ ਹੀ ਨਹੀਂ ਰਹੇ ਹੁੰਦੇ ਕਿ ਮਦਰ ਵੀ ਨਰਚਰ ਕਰ ਸਕੇ। ਤਾਂ ਬੈਟਰ ਇਹ ਹੁੰਦੀ ਹੈ ਕਿ ਆਪਣੀ ਡਾਈਟ ਹਮੇਸ਼ਾ ਅੱਛੀ ਰੱਖੋ। ਇੱਕ ਜਿਵੇਂ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਹਮੇਸ਼ਾ ਪ੍ਰੈਗਨੈਂਸੀ 'ਚ ਇੱਕ ਬੱਚੇ ਤੇ ਗੱਲ ਕਰਦੇ ਹਾਂ ਹਨਾ, ਕਈਆਂ ਦੇ ਜੁੜਵਾ ਬੱਚੇ ਵੀ ਹੁੰਦੇ ਆ ਜਾਂ 3 ਬੱਚੇ ਵੀ, ਅਸੀਂ 4 ਬੱਚੇ ਵੀ ਸੁਣਦੇ ਆ। ਹਰੇਕ ਦੇ ਹਾਲਾਤ ਵੱਖਰੇ ਵੱਖਰੇ ਹੁੰਦੇ ਆ, ਮਤਲਬ ਉਸ ਮਦਰ ਨੂੰ ਜ਼ਿਆਦਾ ਕੇਅਰ ਦੀ ਜ਼ਰੂਰਤ ਜਾਂ ਜ਼ਿਆਦਾ ਹੋਰ ਡਾਈਟ ਦੀ
ਜਾਂ ਫਿਰ ਉਹਦੀ ਫਿਜ਼ੀਕਲੀ ਐਕਟੀਵਿਟੀ ਘੱਟ ਹੋਣੀ ਚਾਹੀਦੀ ਹੈ? ਦੋਨਾਂ 'ਚ ਬਹੁਤ ਜ਼ਿਆਦਾ ਫਰਕ ਲੱਗਦਾ ਤੁਹਾਨੂੰ ਕਿ ਸੇਮ ਹੀ ਹੁੰਦਾ? ਮੈਮ ਇਹ ਚੀਜ਼ ਜਿਹੜੀ ਹੈ ਨਾ, ਟਵਿਨਸ ਦੀ ਕੇਅਰ ਜ਼ਿਆਦਾ ਹੁੰਦੀ ਹੈ, ਟ੍ਰਿਪਲੇਟ ਦੀ ਤਾਂ ਚਲੋ ਉਸ ਤੋਂ ਜ਼ਿਆਦਾ ਹੀ ਹੋਏਗੀ, ਕਿਉਂਕਿ ਸਪੇਸ ਤਾਂ ਉਨਾ ਹੀ ਹੈ ਨਾ ਜੀ ਜਿਹੜਾ ਇੱਕ ਬੇਬੀ ਨੇ ਲੈਣਾ। ਫਿਰ ਉਹ 'ਚ ਡਿਸਟੈਂਸ਼ਨ ਜ਼ਿਆਦਾ ਹੁੰਦੀ ਹੈ, ਪੇਸ਼ੈਂਟ ਨੂੰ ਬੈਠਣ 'ਚ ਥੋੜੀ ਜਿਹੀ ਦਿੱਕਤ ਆਉਣ ਲੱਗ ਜਾਂਦੀ ਹੈ। ਕਈ ਵਾਰ ਤਾਂ ਪੇਸ਼ੈਂਟ ਦਾ ਜਦੋਂ ਜਿੱਦਾਂ ਲੇਟਰ ਮੰਥਸ ਹੁੰਦੇ ਆ ਤਾਂ ਸਾਨੂੰ ਕਈ ਪੇਸ਼ੈਂਟ ਦਾ ਦੇਖੋ ਕਹਿਣਾ ਤਾਂ ਇਹਨੂੰ ਸੈਕਰੀਫਾਈਸ ਹੀ ਚਾਹੀਦਾ ਕਿ ਪੇਸ਼ੈਂਟ ਲੇਟ ਵੀ ਨਹੀਂ ਸਕਦਾ, ਉਹਨੂੰ 45 ਤੇ ਅਸੀਂ ਕਹਿ ਦਿੰਦੇ ਹਾਂ ਕਿ ਇਸ ਤਰ੍ਹਾਂ ਬੈਠੋ ਜਾਂ ਇੱਕ ਪਿੱਛੇ ਪਿੱਲੋ ਲਗਾ ਕੇ, ਤਾਂ ਕਿ ਜੇ ਉਹ ਲੇਟੇਗਾ ਤਾਂ ਪੂਰਾ ਪ੍ਰੈਸ਼ਰ ਡਾਇਫਰਾਮ ਤੇ ਜਾ ਕੇ ਉਹਨੂੰ ਸਾਹ ਵੀ ਨਹੀਂ ਆਉਂਦਾ ਹੁੰਦਾ। ਹਾਂ, ਤਾਂ ਉਹ ਉਹਨਾਂ ਦੀਆਂ ਅਲੱਗ ਕੰਪਲਿਕੇਸ਼ਨਸ ਹੁੰਦੀਆਂ, ਉਹਨਾਂ ਨੂੰ ਤਾਂ ਰੂਟੀਨ 'ਚ ਡਾਕਟਰ ਦੇ ਕੋਲ ਪੈਰਾਂ ਤੇ, ਕਿਉਂਕਿ ਉਨਾ ਹੀ ਪ੍ਰੈਸ਼ਰ ਜਿੱਦਾਂ ਤੁਹਾਡਾ ਯੂਟਰਸ ਦਾ ਆਏਗਾ ਤਾਂ ਪੈਰਾਂ ਤੇ ਸਵੈਲਿੰਗ ਬਹੁਤ ਜ਼ਿਆਦਾ ਹੋ ਜਾਂਦੀ ਹੈ, ਈਵਨ ਮੂਵਮੈਂਟ ਵੀ ਔਖੀ ਹੋ ਜਾਂਦੀ ਹੈ ਇਸ ਪੇਸ਼ੈਂਟ ਦੀ, ਤਾਂ ਉਹਨਾਂ ਨੂੰ ਆਫ ਕੋਰਸ ਆਪਣੀ ਕੇਅਰ ਜ਼ਿਆਦਾ ਕਰਨੀ ਚਾਹੀਦੀ ਹੈ। ਤੇ ਇੱਕ ਚੀਜ਼ ਜਿਵੇਂ ਆਪਾਂ ਉਸ ਦਿਨ ਫੋਨ ਤੇ ਵੀ ਗੱਲ ਕਰਦੇ ਸੀ ਹਨਾ, ਕਿ ਡਿਲੀਵਰੀ ਨਾਰਮਲ ਵੀ ਹੁੰਦੀ ਆ, ਡਾਕਟਰ ਕਹਿ ਰਿਹਾ ਹੁੰਦਾ ਕਿ ਤੁਹਾਡੀ ਨਾਰਮਲ ਡਿਲੀਵਰੀ ਆ, ਪਰ ਅੱਜ ਕੱਲ ਹਰ ਕੋਈ ਸਜੇਰੀਅਨ ਪ੍ਰੈਫਰ ਕਰ ਰਿਹਾ ਹਨਾ। ਉਹਨਾਂ ਨੂੰ ਹੁੰਦਾ ਹੈ ਕਿ ਪੇਨ ਫ੍ਰੀ ਆ, ਅਸੀਂ ਇੰਨੀ ਪੇਨ ਨਹੀਂ ਲੈ ਸਕਦੇ। ਤੇ ਜਾਂ ਹੁੰਦਾ ਹੈ ਕਿ ਜਿਵੇਂ ਤੁਸੀਂ ਉਸ ਦਿਨ ਗੱਲ ਕੀਤੀ ਸੀ ਕਿ ਅੱਜ ਕੱਲ ਦਿਨ ਵਾਰ ਕਢਾਉਣ ਲੱਗ ਗਏ ਨੇ ਲੋਕੀ ਨਾ, ਕਿ ਮੇਰਾ ਬੱਚਾ ਉਸ ਦਿਨ ਡਿਲੀਵਰ ਹੋਵੇ, ਤਾਂ ਉਸ ਚੀਜ਼ ਦਾ ਕੀ ਇਫੈਕਟ ਪੈਂਦਾ ਹੈ? ਮੈਮ ਇੱਕ ਨਾ ਮੈਂ ਤੁਹਾਨੂੰ ਦੇਖੋ, ਆਪਾਂ ਕਹਿ ਦਿੰਦੇ ਹਾਂ ਕਿ ਬਜ਼ੁਰਗ ਬਹੁਤ ਸਿਆਣੇ ਹੁੰਦੇ ਆ, ਸਾਰਾ ਕੁਛ ਹੈ। ਮੈਂ ਨਾ ਇੱਕ ਪੇਸ਼ੈਂਟ, ਮੈਂ ਹਮੇਸ਼ਾ ਉਹਨਾਂ ਨੂੰ ਇਹ ਗੱਲ ਕਹਿੰਦੀ ਹੁੰਦੀ ਹਾਂ ਕਿ ਜਦੋਂ ਤੁਹਾਡਾ ਬੇਬੀ ਆਉਂਦਾ ਨਾ, ਤੁਸੀਂ ਡਰਿਆ ਨਾ ਕਰੋ। ਤੁਸੀਂ ਪਹਿਲਾਂ ਤਾਂ ਪੇਸ਼ੈਂਟ ਨੂੰ ਕਹਿੰਦੇ ਆ ਤੂੰ ਲੇਟ ਜਾ, ਹਨਾ, ਤੂੰ ਬਿਲਕੁਲ ਕੁਝ ਨਹੀਂ ਕਰਨਾ। ਫਿਰ ਤੁਸੀਂ 9ਵੇਂ ਮਹੀਨੇ 'ਚ ਅਚਾਨਕ ਹੀ ਜਾ ਕੇ ਕਹਿੰਦੇ ਹੋ ਕਿ ਮਿਰੇਕਲ ਹੋ ਜਾਏ, ਹੁਣ ਇਹਦੀ ਡਿਲੀਵਰੀ ਨਾਰਮਲ ਹੋ ਜਾਏ, ਹਨਾ। ਜਿਹੜਾ ਨੂੰ ਟਿਪਸ ਦਿੰਦੇ ਆ, ਪੈਰਾਂ ਭਾਰ ਬੈਠਣਾ ਸ਼ੁਰੂ ਕਰ ਦੇ, ਥੋੜਾ ਥੋੜਾ ਘਿਓ ਪੀਣਾ ਸ਼ੁਰੂ ਕਰ ਦੇ। ਇਹ ਘਿਓ ਵਾਲੀ ਪੁਆਇੰਟ ਵੀ ਮੈਂ ਤੁਹਾਨੂੰ ਦੱਸਦੀ ਹਾਂ ਮੈਮ। ਜਿਹੜੇ ਪੇਸ਼ੈਂਟ ਮੇਰੇ ਕੋਲ ਅੱਜ ਵੀ ਹੁਣ ਵੀ ਆਉਂਦੇ ਆ ਜੀ, ਪਹਿਲਾਂ ਤਾਂ ਚਲੋ ਆਉਂਦੇ ਸੀ 5-6 ਸਾਲ ਪਹਿਲਾਂ ਕਿ ਇਹਨੂੰ ਘਿਓ ਸ਼ੁਰੂ ਕਰ ਦਈਏ, ਕੱਲ ਪਰਸੋਂ ਵੀ ਪੇਸ਼ੈਂਟ ਆਇਆ ਸੀ, ਜਿਹੜੇ ਲੋਕ ਘਿਓ ਡਿਊਰਿੰਗ 9 ਮੰਥ ਲੈਂਦੇ ਸੀ, ਉਹ ਟਾਇਲਟ ਵੀ 1.5 ਕਿਲੋਮੀਟਰ ਜਾਂਦੇ ਸੀ। ਤੁਸੀਂ ਉਹਨਾਂ ਦੀ ਗੱਲ ਸਮਝਦੇ ਹੋ? ਉਹ ਸਵੇਰੇ 4 ਵਜੇ ਉੱਠ ਕੇ ਆਪਣੀਆਂ ਗਾਵਾਂ ਮੱਝਾਂ ਦੇ ਕੰਮ ਕਰਦੇ ਹੁੰਦੇ ਸੀ। ਉਹ ਤੁਸੀਂ ਤਾਂ ਇੱਕ ਕਹਿ ਦੋ ਕਿ 2 to 3 BHK 'ਚ ਰਹਿ ਰਹੇ ਹੋ, ਉਹਦੇ 'ਚ ਵੀ ਤੁਹਾਡੀ ਇੰਗਲਿਸ਼ ਸੀਟ ਲੱਗੀ ਹੋਈ ਹੈ, ਤੁਸੀਂ ਪੈਰਾਂ ਭਾਰ ਬੈਠ ਕੇ ਤਾਂ ਕਦੇ ਦੇਖਿਆ ਹੀ ਨਹੀਂ, ਹਨਾ। ਉੱਤੋਂ ਕੋਈ ਨਾ ਕੋਈ ਮੈਡੀਕਲ ਕੰਪਲਿਕੇਸ਼ਨ ਹੈ ਤਾਂ ਤੁਸੀਂ ਪੂਰੇ 9 ਮੰਥ ਆਲਮੋਸਟ ਬੈੱਡ ਰੈਸਟ ਤੇ ਹੀ ਰਹਿ ਰਹੇ ਹੋ, ਤਾਂ ਤੁਸੀਂ ਉਹਨੂੰ ਡਾਈਜੈਸਟ ਨਹੀਂ ਕਰ ਪਾਓਗੇ। ਅੱਛੀ ਭਲੀ 9th ਮੰਥ ਤੱਕ ਪਹੁੰਚੀ ਪ੍ਰੈਗਨੈਂਸੀ ਜਿਹੜੀ ਹੈ, ਉਹਨੂੰ ਤੁਸੀਂ ਹਾਈਪਰਟੈਂਸ਼ਨ ਕਰਕੇ ਪ੍ਰੋਬਲਮ 'ਚ ਲਿਆ ਸਕਦੇ ਹੋ। ਤਾਂ ਉਹ ਚੀਜ਼ਾਂ ਪਹਿਲੇ ਜ਼ਮਾਨੇ 'ਚ ਬਿਲਕੁਲ ਠੀਕ ਸੀਗੀਆਂ। ਮੈਂ ਨਹੀਂ ਕਹਿੰਦੀ ਕਿ ਉਹ ਉਸ ਟਾਈਮ ਤੇ ਉਹ ਜਦੋਂ ਖਾਂਦੇ ਸੀ ਉਹਨੀ ਲੇਬਰ ਕਰਦੇ ਸੀ। ਤੁਹਾਡੀ ਲੇਬਰ ਕਿੱਥੇ ਹੈ? ਲੇਬਰ ਤਾਂ ਬਿਲਕੁਲ ਵੀ ਨਹੀਂ ਹੈ, ਹਿੱਲਣ ਤੁਸੀਂ ਦੇਣਾ। 10-10 ਘੰਟੇ ਦੀ ਸਿਟਿੰਗ ਜੌਬ ਕਰ ਰਹੇ ਹਾਂ, ਤਾਂ ਉਸ ਟਾਈਮ ਤੇ ਨਹੀਂ, ਕਿ ਉਹ ਤਾਂ ਬਿਲਕੁਲ ਨਹੀਂ ਰਿਕਮੈਂਡ ਕਰਦੀ 9th ਮੰਥ ਦੇ ਵਿੱਚ। ਦੂਸਰੀ ਜਿਹੜੀ ਮੈਂ ਨਾ ਇੱਕ ਗੱਲ ਕਹਿੰਦੀ ਹਾਂ ਕਿ ਸਭ ਨੂੰ, ਚਾਹੇ ਤੁਸੀਂ ਪ੍ਰੈਗਨੈਂਸੀ ਪਲਾਨ ਕਰਨੀ ਹੈ, ਚਾਹੇ ਤੁਸੀਂ ਡਿਲੀਵਰੀ ਕਰਵਾਉਣੀ ਹੈ, ਚਾਹੇ ਕੋਈ ਵੀ ਕਾਜ਼ ਹੈ, ਨੇਚਰ ਨਾਲ ਛੇੜਛਾੜ ਨਾ ਹੀ ਕਰੋ ਤਾਂ ਅੱਛੀ ਗੱਲ ਹੈ। ਪਰਮਾਤਮਾ ਨੇ ਇਹ ਸਾਰੀਆਂ ਚੀਜ਼ਾਂ ਜੇ ਆਪਣੇ ਹੱਥ 'ਚ ਰੱਖੀਆਂ ਤਾਂ ਤੁਹਾਡੇ ਭਲੇ ਲਈ ਰੱਖੀਆਂ ਹੋਈਆਂ। ਕਿ ਤੁਸੀਂ ਇਹ ਕਹਿ ਦਿਓ ਕਿ ਜੀ ਅਸੀਂ 90ਵੇਂ ਦਿਨ ਕਰਵਾ ਲਾਂਗੇ ਜੀ ਡਿਲੀਵਰੀ, ਆ ਉਹ ਕਰਵਾ ਲਓਗੇ, ਕਰਮ ਨਾਲ ਭਾਗ ਬਦਲਦੇ ਹੁੰਦੇ ਆ, ਮੈਨੂੰ ਇੰਨਾ ਪਤਾ। ਮੇਰੇ ਤਾਂ ਪੇਰੈਂਟਸ ਨੇ ਇਹ ਸਿਖਾਇਆ, ਸਾਰਾ ਕੁਝ ਤੁਹਾਡੇ ਅਕੋਰਡਿੰਗਲੀ ਨਹੀਂ ਹੁੰਦਾ ਹਨਾ। ਸਭ ਦੇ ਕਿੰਨੇ ਅੱਛੇ ਐਗਜ਼ਾਮਪਲ ਆਉਂਦੇ ਆ ਕਿ ਸਭ ਦਾ ਇੱਕੋ ਹੀ ਅਕਸ਼ਰ ਦਾ ਨਾਮ ਹੁੰਦਾ ਹੈ, ਲੇਕਿਨ ਸਭ ਦੇ ਕਰਮ ਦੇ ਹਿਸਾਬ ਨਾਲ ਉਹਨੂੰ ਫਲ ਮਿਲਦਾ। ਤਾਂ ਕਾਈਂਡਲੀ ਇਹ ਵਾਲੇ ਮਿਥ 'ਚ ਨਾ ਜਾਓ ਕਿ ਅਸੀਂ ਇਸੇ ਦਿਨ ਔਰ ਇਸੇ ਟਾਈਮ ਤੇ। ਔਰ ਦੂਸਰਾ ਮੈਮ ਜਿਹੜੀ ਮੇਨ ਅੱਜ ਕੱਲ੍ਹ ਹੋ ਗਿਆ ਕਿ ਹੁਣ ਬੱਚੇ ਥੋੜਾ ਪੇਨਸ ਲੈਣ 'ਚ, ਮੇਰੇ ਕੋਲ ਨਾ ਇੱਕ ਬੜੀ ਅੱਛੀ ਪੇਸ਼ੈਂਟ ਸੀਗੀ ਔਰ ਬੜੀ ਵੀਕ, ਉਹਦੇ ਨਾਲ ਹੋਇਆ ਕਿ ਲੇਬਰ ਪੇਨ ਸਟਾਰਟ ਹੋ ਗਈਆਂ। ਲੇਬਰ ਪੇਨ ਸਟਾਰਟ ਹੋਣ ਤੋਂ ਬਾਅਦ ਉਹ ਜਦੋਂ ਪੀਕ ਤੇ ਜਾਂਦੇ ਉਦੋਂ ਤਾਂ ਬਹੁਤ ਹੀ ਹੁੰਦੀਆਂ। ਤਾਂ ਉਹ ਰਾਤ ਨੂੰ 12 ਵਜੇ ਤੋਂ ਨਾ ਪੇਨਸ ਲੈ ਰਹੀ ਸੀ। ਫਿਰ ਉਹਨਾਂ ਦੇ ਹਸਬੈਂਡ ਆਏ, ਮੈਨੂੰ ਕਹਿੰਦੇ ਮੈਮ ਜੇ ਸਜੇਰੀਅਨ ਦੀ ਲੋੜ ਹੈ। ਤਾਂ ਮੈਂ ਕਿਹਾ ਬੱਚੇ ਦੇਖ, ਉਹਨੇ 7 ਘੰਟੇ ਪੇਨਸ ਲੈ ਲਈਆਂ, ਹੁਣ ਉਹਦੀ ਉਹ ਸਾਰੀ ਮਿਹਨਤ ਨਾ ਖਰਾਬ ਕਰ, ਆ ਬਾਹਰ ਚਲੋ, ਹੈ ਨਾ। ਫਿਰ ਮੈਂ ਉਹਦੇ ਕੋਲ ਗਈ, ਉਹਨੂੰ ਮੈਂ ਪੂਰੇ ਤਰੀਕੇ ਨਾਲ ਸਮਝਾਇਆ। ਮੈਨੂੰ ਇੱਕੋ ਗੱਲ ਕਹੀ, ਮੈਂ ਕਿਹਾ ਬੱਚੇ ਇੱਕ ਗੱਲ ਸੁਣੇਗੀ ਮੇਰੀ? ਕਹਿੰਦੀ ਹਾਂ। ਚਲੋ ਪੇਨਸ 'ਚ ਇੰਨੀ ਗੱਲ ਸਮਝ ਵੀ ਨਹੀਂ ਆਉਂਦੀ, ਪਰ ਉਹਨੇ ਮੇਰੀ ਗੱਲ ਸਮਝੀ। ਮੈਂ ਕਿਹਾ ਜਿੱਦਾਂ ਸਾਰੀ ਜ਼ਿੰਦਗੀ ਨਿਕਲੀ ਹੈ ਨਾ, ਇਹ ਦਿਨ ਵੀ ਨਿਕਲ ਜਾਣਾ। ਜੇ ਨਾਰਮਲ ਕਰਵਾ ਲਓਗੇ ਤਾਂ ਤੁਹਾਡਾ ਫਾਇਦਾ ਇਹ ਹੈ ਕਿ ਨਾਲ ਦੀ ਨਾਲ ਬੇਬੀ ਨੂੰ ਪਕੜਨ ਜੈਸੇ ਹੋ ਜਾਓਗੇ ਉੱਠ ਕੇ। ਹਾਂ ਮੈਮ, ਸਿਜ਼ੇਰੀਅਨ ਡਾਕਟਰ ਨੂੰ ਡਿਸਾਈਡ ਕਰਨ ਦਿਓ, ਉਹਨੂੰ ਤੁਹਾਡੀ ਕੰਪਲਿਕੇਸ਼ਨਸ ਪਤਾ ਹੈ। ਜੇ ਲੱਗ ਰਿਹਾ ਕਿ ਹਾਂ ਕੋਈ ਬੱਚੇ ਦੀ ਪੋਟੀ ਨਿਕਲ ਗਈ ਜਾਂ ਨੀਚੇ ਕੋਈ ਪ੍ਰੋਬਲਮ ਹੈ ਬੱਚੇਦਾਨੀ ਦਾ, ਅਸੀਂ ਉਸ ਟਾਈਮ ਤੇ ਮਦਰ ਔਰ ਬੱਚਾ ਇੰਪੋਰਟੈਂਟ ਹੁੰਦਾ, ਠੀਕ ਹੈ, ਉਹ ਡਾਕਟਰ ਡਿਸਾਈਡ ਕਰਨਗੇ। ਲੇਕਿਨ ਇੱਕ ਜੇ ਨੈਚੁਰਲ ਜਾ ਰਿਹਾ ਔਰ 1 ਘੰਟਾ ਰਹਿ ਰਿਹਾ ਪੇਸ਼ੈਂਟ, ਉਸ ਟਾਈਮ ਐਕਸਟ੍ਰੀਮ ਪੇਨ ਤੇ ਹੈ ਔਰ ਤੁਸੀਂ ਕਹਿ ਦਿਓ ਨਹੀਂ ਜੀ ਹੁਣੇ ਪੇਨਸ ਨਹੀਂ ਲੈ ਸਕਦੀ, ਇੰਨੀ ਦੇਰ 'ਚ ਤਾਂ ਡਿਲੀਵਰੀ ਹੋ ਵੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਉਹਨੇ ਬਿਲਕੁਲ ਮੇਰੀ ਗੱਲ ਸਮਝੀ ਵੀ, ਕਹਿੰਦੀ ਮੈਡਮ ਦੱਸੋ ਕਿੱਦਾਂ ਕਰਨਾ। ਮੈਂ ਕਿਹਾ ਉੱਠ ਬੇਟਾ, ਵਾਸ਼ਰੂਮ ਵਗੈਰਾ ਜਾ। ਉਹਨੇ 2-4 ਐਕਸਰਸਾਈਜ਼ ਦੱਸੀਆਂ। ਮੇਰੇ ਖਿਆਲ 'ਚ ਜਿੰਨੀ ਦੇਰ 'ਚ ਤਿਆਰੀ ਹੋਣੀ ਸੀ ਉਹਨੇ ਤਾਂ ਬੇਬੀ ਡਿਲੀਵਰ ਵੀ ਹੋ ਗਿਆ ਉਹਦਾ। ਔਰ ਉਸ ਤੋਂ ਬਾਅਦ ਉਹਨੇ ਅਗਲੇ ਦਿਨ ਮੈਨੂੰ ਕਿਹਾ, ਕਹਿੰਦੀ ਮੈਡਮ ਮੈਂ ਸਾਰੀ ਜ਼ਿੰਦਗੀ ਤੁਹਾਡੀ ਇਹ ਗੱਲ ਨਹੀਂ ਭੁੱਲਦੀ ਕਿ ਇਹ ਵਾਲਾ ਜਿਹੜੇ 2-4 ਘੰਟੇ ਆ ਇਹ ਵੀ ਲਾਈਫ 'ਚ ਨਿਕਲ ਜਾਣੇ ਆ ਔਰ ਤੁਹਾਨੂੰ ਸਟਰੋਂਗ ਹੀ ਬਣਾਉਣਗੇ। ਨਾਰਮਲ ਡਿਲੀਵਰੀ ਦੇ ਮੈਮ ਆਪਣੇ ਬਹੁਤ ਫਾਇਦੇ ਨੇ,
ਕਿ ਪੇਸ਼ੈਂਟ ਅਗਲੇ ਦਿਨ ਤੋਂ ਆਪਣਾ ਬੱਚਾ ਸੰਭਾਲਣ ਲੱਗ ਜਾਂਦਾ ਹੈ ਹੈ ਨਾ। ਤੁਸੀਂ ਜਿਹੜਾ ਦੂਸਰਾ ਪੇਸ਼ੈਂਟ ਹੈ ਉਹਨੂੰ ਤਾਂ ਪਾਣੀ ਵੀ ਨਹੀਂ ਮਿਲਣਾ, ਤੁਸੀਂ ਇਮੀਡੀਏਟਲੀ ਪਾਣੀ ਵਗੈਰਾ ਸਭ ਕੁਝ ਲੈ ਸਕਦੇ ਹੋ। ਤਾਂ ਬਾਕੀ ਡਾਕਟਰ ਨੂੰ ਡਿਸਾਈਡ ਕਰਨ ਦਿਓ। ਮੈਂ ਇਹ ਕਹਿ ਰਹੀ ਹਾਂ ਕਿ ਮੇਰੇ ਕਹਿਣ ਤੇ ਨਹੀਂ ਕਿ ਤੁਸੀਂ ਫੋਰਸਫੁਲੀ ਇਹ ਕਹਿ ਦਿਓ ਕਿ ਡਾਕਟਰ ਕਹਿ ਰਿਹਾ ਸਿਜ਼ੇਰੀਅਨ ਹੈ ਤਾਂ ਤੁਸੀਂ ਨਹੀਂ, ਉਹਨੂੰ ਡਿਸਾਈਡ ਕਰ ਲੈਣ ਦਿਓ। ਜੇ ਫੀਟਲ ਹਾਰਟ 'ਚ ਕੋਈ ਪ੍ਰੋਬਲਮ ਹੈ ਜਾਂ ਬੱਚੇਦਾਨੀ ਦਾ ਮੂੰਹ ਨਹੀਂ ਖੁੱਲ ਰਿਹਾ ਜਾਂ ਕੋਈ ਬੀਚ ਹੈ ਜਾਂ ਉਲਟਾ ਹੈ ਬੱਚਾ, ਫਿਰ ਡਾਕਟਰ ਡਿਸਾਈਡ ਕਰੇਗਾ। ਅਦਰਵਾਈਜ਼ ਪ੍ਰੈਫਰੈਂਸ ਜਿਹੜੀ ਆ ਉਹ ਨਾਰਮਲ ਡਿਲੀਵਰੀ ਨੂੰ ਹੀ ਦੇਣੀ ਚਾਹੀਦੀ ਹੈ ਔਰ ਉਹਦੇ ਲਈ ਮਿਰੇਕਲ ਨਹੀਂ ਹੋਣ ਲੱਗਾ। ਜੇ ਤੁਸੀਂ ਇਹ ਕਹਿ ਦਿਓ ਨਾ ਆਪਣੇ ਪੇਸ਼ੈਂਟ ਨੂੰ, ਕੋਸ਼ਿਸ਼ ਇਹ ਕਰੋ ਕਿ ਮੈਂ ਤਾਂ ਇਹ ਕਹਿੰਦੀ ਹਾਂ ਕਿ ਜੇ ਕੋਈ ਮੈਡੀਕਲ ਇਲਨੈਸ ਨਹੀਂ ਹੈ ਤਾਂ ਪ੍ਰੈਗਨੈਂਸੀ ਡਿਜ਼ੀਜ਼ ਨਹੀਂ ਹੈ, ਪੇਸ਼ੈਂਟ ਨੂੰ ਐਕਟਿਵ ਰੱਖੋ। ਸ਼ਾਮ ਨੂੰ ਦੋਨੋਂ ਹਸਬੈਂਡ ਵਾਈਫ ਸੈਰ ਕਰਨ ਜਾਓ। ਸਵੇਰੇ ਸ਼ਾਮ ਦੀ ਸੈਰ ਤੁਹਾਨੂੰ ਬਹੁਤ ਹੈਲਪ ਕਰੇਗੀ। 9th ਮੰਥ 'ਚ ਮੈਂ ਕਾਫੀ ਸਾਰੀਆਂ ਪੇਸ਼ੈਂਟ ਨੂੰ ਨਾ ਐਕਸਰਸਾਈਜ਼ ਵਗੈਰਾ ਦੱਸਦੀ ਹੁੰਦੀ ਹਾਂ ਕਿ ਕਾਈਂਡਲੀ ਇਹ ਸ਼ੁਰੂ ਕਰ ਦਿਓ ਵਿਦ ਡਾਕਟਰਸ ਰਿਕਮੈਂਡੇਸ਼ਨ। ਮੈਂ ਐਕਸਰਸਾਈਜ਼ ਇੱਥੇ ਨਹੀਂ ਦੱਸੂਗੀ ਕਿਉਂਕਿ ਨਹੀਂ ਪਤਾ ਤੁਹਾਡਾ ਕੀ ਹਿਸਟਰੀ ਹੈ, ਤੁਸੀਂ ਸ਼ੁਰੂ ਕਰ ਦਿਓ। ਲੇਕਿਨ ਉਹ ਔਰ ਕੋਸ਼ਿਸ਼ ਇਹ ਕਰੋ ਕਿ ਕ੍ਰਾਸ ਲੈਗਸ ਬੈਠ ਕੇ ਖਾਣਾ ਖਾਣਾ ਸ਼ੁਰੂ ਕਰੋ ਕਿ ਉਹਦੇ ਨਾਲ ਪੈਲਵਿਸ ਥੋੜਾ ਜਿਹਾ ਖੁੱਲੇਗਾ। ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਪੁਰਾਣੀਆਂ ਸੀ ਇਹ ਥੋੜੀਆਂ ਜਿਹੀਆਂ ਠੀਕ ਸੀ ਕਿ ਤੁਸੀਂ ਜੇ ਸ਼ੁਰੂ 'ਚ ਐਕਟਿਵ ਰਹੋਗੇ ਤਾਂ ਥੋੜਾ ਜ਼ਿਆਦਾ ਜਿਹੜੀ ਨਾ ਡਿਲੀਵਰੀ ਟਾਈਮ ਹੈ, ਡਿਊਰੇਸ਼ਨ ਕਈ ਵਾਰ 10 ਆਵਰਸ ਦੀ ਵੀ ਹੋ ਜਾਂਦੀ ਹੈ, ਮੋਰ ਦੈਨ 10 ਆਵਰਸ ਵੀ ਹੁੰਦੀ ਹੈ। ਤਾਂ ਪੇਨਸ ਲੈਣਾ ਇੰਨੀ ਦੇਰ ਆਸਾਨ ਨਹੀਂ ਹੈ। ਜੇ ਉਹ ਡਿਊਰੇਸ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਬੀ ਐਕਟਿਵ ਹੈ ਨਾ। ਜੇ ਤੁਸੀਂ ਪੇਨਸ ਦੀ ਡਿਊਰੇਸ਼ਨ, ਜਿੱਦਾਂ ਹੁਣ ਮੇਰਾ ਇੱਕ ਪੇਸ਼ੈਂਟ ਸੀਗਾ, ਉਹਨੂੰ ਮੈਂ ਸ਼ੀ ਵਾਜ਼ ਅ ਬੈਂਕ EMPLOYE, ਮੈਂ ਪੂਰੇ 9 ਮੰਥ ਬੱਚੇ ਨੇ ਜੌਬ ਕੀਤੀ ਹੈ। ਮੈਂ ਵੀ ਕੀਤੀ ਹੈ, ਮੈਂ ਤਾਂ ਆਪਣੀ ਵੀ ਕਹਿ ਦਿੰਦੀ ਹਾਂ, ਮੈਂ ਤਾਂ ਬੱਸਿਸ ਤੇ ਵੀ ਜਾਂਦੀ ਸੀ ਜੀ ਆਪਣੀ ਡਿਊਟੀਜ਼ ਤੇ, ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ, ਵਿਦ ਡਿਗਨਿਟੀ ਐਂਡ ਆਲ ਦੈਟ। ਕਦੇ ਉਹ ਬੱਚੀ ਮੇਰੇ ਕੋਲ ਪੂਰੇ 9 ਮੰਥ ਤੱਕ ਆਈ ਹੈ। 9th ਦੇ ਵੀ ਉਹਦੇ ਥੋੜੇ ਜਿਹੇ ਦਿਨ ਰਹਿ ਗਏ ਸੀ, ਫਿਰ ਉਹਨੇ ਆਫ ਲਿਆ ਔਰ ਉਹਦੀ ਡਿਲੀਵਰੀ 'ਚ ਮੈਨੂੰ ਲੱਗਦਾ ਐਟ ਦਾ ਮੈਕਸਿਮਮ ਮੈਨੂੰ ਲੱਗਦਾ 5 ਘੰਟੇ 'ਚ ਡਿਲੀਵਰੀ ਨਾਰਮਲ ਡਿਲੀਵਰ ਉਹਨੇ ਕਰ ਦਿੱਤਾ ਸੀਗਾ ਬੇਬੀ। ਤਾਂ ਐਕਟਿਵ ਰਹਿਣਾ ਇਜ਼ ਵਨ ਆਫ ਦਾ ਗੁੱਡ ਥਿੰਗ। ਪਹਿਲੀ ਗੱਲ ਤਾਂ ਸਾਡੇ ਨੈਗੇਟਿਵ ਥਾਟ ਹੀ ਨਹੀਂ ਆਉਂਦੇ। ਜਿਹੜਾ ਬੰਦਾ ਸਾਰਾ ਦਿਨ ਬਿਜ਼ੀ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਕੀ ਕਹਿ ਰਿਹਾ ਹੈ ਨਾ, ਆਪਣਾ ਡਾਈਟ ਪ੍ਰੋਪਰ ਲੈ ਲੈਂਦਾ। ਔਰ ਦੂਸਰਾ, ਓਵਰ ਐਗਜ਼ਰਟ ਨਾ ਕਰੋ, ਹਾਂ ਜਿੰਨਾ ਹੋ ਸਕਦਾ। ਔਰ ਡਾਕਟਰ ਦੀ ਰਿਕਮੈਂਡੇਸ਼ਨ ਨਾਲ 8th 9th ਮੰਥ ਦੇ ਵਿੱਚ ਮੈਂ ਪ੍ਰਮਾਤਮਾ ਨੇ ਨਾ ਬੱਚੇ ਨੂੰ ਪ੍ਰੋਟੈਕਟ ਕਰਨ ਲਈ ਬੜਾ ਅੱਛਾ ਸਿਸਟਮ ਬਣਾਇਆ ਹੋਇਆ। ਤੁਸੀਂ ਤਾਂ ਉਸ ਤੋਂ ਬਹੁਤ ਫਾਰ ਅਵੇ ਹੋ ਕਿ ਜੋ ਤੁਸੀਂ ਸੋਚਦੇ ਹੋ। ਇਹ ਪ੍ਰਮਾਤਮਾ ਹੈ ਜਿਹਨੇ ਉਹਨੂੰ ਇੰਨਾ ਸਾਰਾ ਕੁਛ ਨਹੀਂ ਹੋਣੇ ਲਗਾਇਆ। ਵੀ ਤੁਸੀਂ ਸੋਚੋ ਕਿ ਬੇਬੀ ਪਤਾ ਨਹੀਂ ਕੁਛ ਹੋ ਜਾਏਗਾ, ਕੁਛ ਨੁਕਸਾਨ ਨਹੀਂ ਹੁੰਦਾ। ਅੱਜ ਕੱਲ੍ਹ ਤਾਂ ਵੀਡੀਓਜ਼ ਵੀ ਬਹੁਤ ਅੱਛੀਆਂ ਆਉਂਦੀਆਂ। ਜਸਟ ਬੀ ਰਿਲੈਕਸ, ਈਟ ਹੈਲਦੀ ਔਰ ਕਨਸਟੀਪੇਸ਼ਨ ਨਹੀਂ ਹੋਣੀ ਚਾਹੀਦੀ। 9th ਮੰਥ 'ਚ ਕੋਸ਼ਿਸ਼ ਕਰੋ ਕਿ ਰੈਗੂਲਰ ਬਾਉਲ ਰੱਖੋ, ਡਿਲੀਵਰੀ ਨਾਰਮਲ ਹੋ ਜਾਏਗੀ। ਹਾਂਜੀ, ਇੱਕ ਚੀਜ਼ ਹੋਰ, ਜਿਵੇਂ ਮੈਂ ਤੇ ਗੁਰਦੀਪ ਥੋੜੇ ਕੁ ਦਿਨ ਪਹਿਲਾਂ ਗੱਲ ਕਰਦੇ ਸੀ, ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਡਾਕਟਰ ਨੇ ਉਹਨਾਂ ਨੇ ਕਿਹਾ ਵੀ ਜਦੋਂ ਕਈ ਵਾਰੀ ਅਸੀਂ ਹੈ ਨਾ ਇਸ ਟਾਈਮ 'ਚ ਸਾਡੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਬਹੁਤ ਸਾਰੀਆਂ ਕੁੜੀਆਂ ਦੇ ਧੱਫੜ ਪੈ ਜਾਂਦੇ ਆ ਹੈ ਨਾ, ਵੀ ਅਸੀਂ ਉਹਨੂੰ ਬਹੁਤ ਨੋਰਮਲ ਕਹਿੰਦੇ ਹਾਂ। ਕਈ ਵਾਰ ਸਾਡੇ ਘਰਾਂ 'ਚ ਹੀ ਕਹਿ ਦਿੰਦੇ, ਇੱਕ ਬਹੁਤ ਬੜੀ ਫੇਮਸ ਤੁਹਾਨੂੰ ਪਤਾ ਟੈਬਲੇਟ ਆ ਹੈ ਨਾ, ਕਿ ਉਹ ਜਦੋਂ ਖਾਰਿਸ਼ ਹੁੰਦੀ ਆ ਤੁਸੀਂ ਲੈ ਲਓ। ਤੇ ਅਸੀਂ ਘਰ 'ਚ ਉਸ ਵਕਤ ਵੀ ਰਿਕਮੈਂਡ ਕਰ ਦਿੰਦੇ ਹਾਂ ਵੀ ਤੂੰ ਆਹ ਲੈ ਲਾ ਚੁੱਕ ਕੇ ਹੈ ਨਾ। ਤਾਂ ਉਹ ਕਹਿੰਦੇ ਵੀ ਮੇਰੇ ਡਾਕਟਰ ਨੇ ਕਿਹਾ ਵੀ ਇਹ ਇੱਕ ਬਹੁਤ ਵੱਡਾ ਮਤਲਬ ਸੀਰੀਅਸ ਪ੍ਰੋਬਲਮ ਹੈ, ਇਹਨੂੰ ਤੁਸੀਂ ਇੰਨਾ ਨੋਰਮਲ ਨਾ ਸਮਝੋ ਹੈ ਨਾ। ਕਿ ਵਾਕਈ ਇਚਿੰਗ ਹੋਣਾ ਐਡੀ ਵੱਡੀ ਚੀਜ਼ ਹੈ, ਉਹਦਾ ਕੀ ਇਫੈਕਟ ਹੋ ਸਕਦਾ? ਨਹੀਂ, ਮੈਂ ਕਾਰਨ ਦੱਸਦੀ ਹਾਂ ਪਹਿਲਾਂ ਤਾਂ। ਉਹਦਾ ਕਾਰਨ ਇਹ ਹੁੰਦਾ ਕਿ ਜਦੋਂ 7 ਮੰਥ ਤੋਂ ਬਾਅਦ ਬੱਚਾ ਜਿਹੜਾ ਆ ਉਹ ਪੈਲਵਿਸ ਜਿਹਦਾ ਉੱਪਰ ਆ ਗਿਆ, ਉੱਪਰ ਆ ਕੇ ਗੋਲ ਬਲੈਡਰ ਹੁੰਦਾ ਜੀ, ਗੋਲ ਬਲੈਡਰ ਤੇ ਪ੍ਰੈਸ਼ਰ ਪੈਂਦਾ, ਉਹਦੇ 'ਚੋਂ ਹਾਰਮੋਨ ਸਿਕਰੀਟ ਹੋਣ ਕਰਕੇ ਇਚਿੰਗ ਹੁੰਦੀ ਹੈ। ਤੇ ਤੁਸੀਂ ਜਦੋਂ ਉਹਦੀ ਮੈਡੀਸਨ ਲੈਣ ਜਾਂਦੇ ਹੋ ਡਾਕਟਰ ਨੂੰ, ਮਤਲਬ ਤੁਹਾਨੂੰ ਕਈ ਵਾਰ ਤਾਂ ਲਿਵਰ ਟੈਸਟ ਕਰਵਾਓ ਨਾ ਤੁਸੀਂ, SGPT ਥੋੜੇ ਜ਼ਿਆਦਾ ਵੀ ਆਉਂਦੇ ਆ, ਉਹ ਡਾਕਟਰ ਨਾਲ ਕੰਸਲਟ ਕਰ ਲਓ। ਨਾਰਮਲ, ਅਸੀਂ ਨਾਰਮਲ ਕਹਿੰਦੇ ਹਾਂ ਉਹਨੂੰ। ਤਾਂ ਉਹਦਾ ਸਭ ਤੋਂ ਜਿਹੜਾ ਆਸਾਨ ਤਰੀਕਾ ਹੈ, ਜਿਹੜਾ ਮੈਂ ਸਭ ਨੂੰ ਦੱਸਦੀ ਹਾਂ, ਉਹ ਇਹ ਹੈ ਕਿ ਸਿਟ ਲਾਈਕ ਦਿਸ। ਅੱਛਾ ਜੀ। ਕਿਉਂਕਿ ਜੇ ਤੁਸੀਂ ਇਸ ਤਰ੍ਹਾਂ ਬੈਠ ਰਹੇ ਹੁੰਦੇ ਹੋ ਤਾਂ ਪ੍ਰੈਸ਼ਰ ਘੱਟ ਪਏਗਾ ਉਸ ਜਗ੍ਹਾ ਤੇ। ਜਦੋਂ ਪ੍ਰੈਸ਼ਰ ਘੱਟ ਪਏਗਾ ਉਹ ਸਿਕਰੀਟ ਹੀ ਨਹੀਂ ਹੋਣਗੇ ਉਹ ਹਾਰਮੋਨ, ਜਿਹਦੇ ਕਰਕੇ ਤੁਹਾਨੂੰ ਈਚਿੰਗ ਹੁੰਦੀ ਹੈ। ਅਦਰਵਾਈਜ਼ ਇਟ ਇਜ਼ ਬੈਟਰ ਟੂ ਅਪਲਾਈ ਦਾ ਕੋਕੋਨਟ ਆਇਲ, ਮਤਲਬ ਨਾਰੀਅਲ ਦਾ ਤੇਲ ਤੁਸੀਂ ਲਗਾਓ, ਥੋੜਾ ਜਿਹਾ ਜੇ ਪਾਣਾ ਹੋਇਆ ਤਾਂ ਕਪੂਰ, ਨਹੀਂ ਤਾਂ ਕੈਲਾਡਰਲ ਲੋਸ਼ਨ ਹੁੰਦੇ ਆ। ਮੈਡੀਸਨ ਡਾਕਟਰ ਦੀ ਰਿਕਮੈਂਡੇਸ਼ਨ ਤੋਂ ਬਗੈਰ ਨਾ ਲਓ। ਇਹ ਸਿਟਰੀਜ਼ਨ ਵਾਲੀ ਨਹੀਂ ਹੈ ਜਿਹੜੀ ਤੁਹਾਨੂੰ ਤੁਸੀਂ ਵਰਡ ਹੀ ਕਹਿ ਰਹੇ ਸੀ ਨਾ ਕਿ ਸਿਟਰੀਜ਼ਨ ਵਾਲੀ ਖਾਰਿਸ਼ ਨਹੀਂ ਹੈ, ਉਹ ਐਲਰਜੀ ਕਰਕੇ ਹੁੰਦੀ ਹੈ। ਇਹ ਐਲਰਜੀ ਦੇ ਕਰਕੇ ਨਹੀਂ ਹੋਈ, ਇਹ ਇਸ ਕਰਕੇ ਹੋਈ ਹੈ। ਔਰ ਦੈਟ ਇਜ਼ ਵੈਰੀ ਨਾਰਮਲ। ਔਰ ਆਲਮੋਸਟ ਜਾਂ ਕਹਿ ਲਓ ਕਿ ਜੇ 10 ਚੋਂ 3 ਜਾਂ 4 ਪੇਸ਼ੈਂਟ ਨੂੰ 7th 8th ਮੰਥ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਫਿਰ ਉਸ ਨੂੰ ਸਿੰਪਲ ਇੱਕ ਮੈਡੀਸਨ ਹੈ, ਉਹਦਾ ਨਾਮ ਤਾਂ ਨਹੀਂ ਲਊਂਗੀ, ਉਹ ਸਿੰਪਲ ਮੈਡੀਸਨ ਦਿੰਦੀ ਹੈ ਤਾਂ ਕਿ ਉਹ ਲੈਵਲ ਵੀ ਨਾਰਮਲ ਆ ਜਾਣ ਅਤੇ ਉਹ ਈਚਿੰਗ ਵੀ ਘੱਟ ਜਾਏ। ਲੇਕਿਨ ਜਿਹੜਾ ਮੈਂ ਤੁਹਾਨੂੰ ਪੁਆਇੰਟ ਦੱਸਿਆ, ਬਹੁਤ ਰੇਅਰ ਜ਼ਿਆਦਾਤਰ ਪੇਸ਼ੈਂਟ ਇਸ ਚੀਜ਼ ਤੋਂ ਅਵੇਅਰ ਹੁੰਦੇ ਆ। ਸਿਟ ਲਾਈਕ ਦਿਸ ਔਰ ਪਿੱਛੇ ਦੀ ਤਰਫ ਲਓ। ਜਦੋਂ ਤੁਹਾਡਾ ਪ੍ਰੈਸ਼ਰ ਘਟੇਗਾ ਉਸ ਜਗ੍ਹਾ ਤੇ,
ਫਿਰ ਉਹ ਸਿਕ੍ਰੀਸ਼ਨਸ ਥੋੜੀਆਂ ਘਟਣਗੀਆਂ ਔਰ ਮੇਰੇ ਹਿਸਾਬ ਨਾਲ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਹੈ। ਇੱਕ ਆਖਰੀ ਸਵਾਲ ਮੈਂ ਨਾ ਤੁਹਾਨੂੰ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਪੁੱਛਦੀ ਹਾਂ ਕਿ ਜਦੋਂ ਤੁਹਾਡੇ ਪਹਿਲਾਂ ਇੱਕ ਬੱਚਾ ਹੁੰਦਾ ਨਾ, ਦੂਸਰਾ ਬੱਚਾ ਤੁਸੀਂ ਡਿਲੀਵਰ ਕਰਨ ਜਾ ਰਹੇ ਹੋ, ਖਾਸ ਕਰਕੇ ਜਦੋਂ ਤੁਸੀਂ ਆਪਣੇ 8ਵੇਂ ਜਾਂ 9ਵੇਂ ਮਹੀਨੇ 'ਚ ਹੁੰਦੇ ਹੋ, ਤਾਂ ਉਸ ਵਕਤ ਨਾ ਇਮੋਸ਼ਨਲੀ ਅਸੀਂ ਬਹੁਤ ਜ਼ਿਆਦਾ ਟੁੱਟਣਾ ਜਿਹਾ ਸ਼ੁਰੂ ਕਰ ਦਿੰਦੇ ਹਾਂ। ਮਤਲਬ ਐਵੇਂ ਲੱਗਣ ਲੱਗ ਜਾਂਦਾ ਕਿ ਹਾਏ ਮੈਨੂੰ ਡਿਲੀਵਰੀ ਰੂਮ 'ਚ ਕੁਛ ਹੋ ਨਾ ਜਾਵੇ, ਹੈ ਨਾ, ਮੈਂ ਐਵੇਂ ਨਾ ਕੁਛ ਹੋਵੇ ਕਿ ਮੈਂ ਨਾ ਰਵਾਂ। ਮਤਲਬ ਇੱਦਾਂ ਦੇ ਮਦਰ ਨੂੰ ਖਿਆਲ ਆਉਂਦੇ ਨੇ, ਮੈਨੂੰ ਵੀ ਆਉਂਦੇ ਸੀ। ਸੇਮ ਮੇਰੀ ਇੱਕ ਫਰੈਂਡ ਆ, ਉਹਨੇ ਮੇਰੇ ਨਾਲ ਸੇਮ ਐਕਸਪੀਰੀਅੰਸ ਸ਼ੇਅਰ ਕੀਤਾ। ਫਸਟ ਦੀ ਗੱਲ ਕਰ ਰਹੇ ਹੋ ਕਿ ਸੈਕਿੰਡ ਦੀ, ਹੈ ਨਾ। ਤਾਂ ਪਤਾ ਨਹੀਂ ਅਸੀਂ ਜ਼ਿਆਦਾ ਵੀਕ ਤਾਂ ਫੀਲ ਕਰਦੇ ਹਾਂ ਕਿ ਸਾਡਾ ਇੱਕ ਪਹਿਲਾਂ ਬੱਚਾ ਹੁੰਦਾ, ਅਸੀਂ ਉਹਦੇ ਲਈ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੇ ਹਾਂ। ਤਾਂ ਇੱਕ ਮਾਂ ਨੂੰ ਜਦੋਂ ਤੁਸੀਂ ਡਿਲੀਵਰੀ ਲਈ ਤਿਆਰ ਕਰਦੇ ਹੋ, ਡਿਲੀਵਰੀ ਰੂਮ 'ਚ ਭੇਜਣ ਤੋਂ ਪਹਿਲਾਂ ਉਹਨੂੰ ਕਿਵੇਂ ਦਾ ਇਮੋਸ਼ਨਲੀ ਤੁਸੀਂ ਇੱਕ ਮਤਲਬ ਮਾਹੌਲ ਦੇ ਸਕਦੇ ਹੋ ਕਿ ਉਹ ਆਪਣੇ ਆਪ ਨੂੰ ਲੈ ਕੇ ਸਿਕਿਉਰ ਹੋਵੇ, ਉਹਨੂੰ ਇਹ ਮਨ 'ਚ ਸ਼ੋਰਟੀ ਹੋਵੇ ਕਿ ਮੈਂ ਸਿਕਿਉਰ ਹਾਂ, ਹੈ ਨਾ, ਮੈਂ ਇੱਥੋਂ ਠੀਕ ਹੀ ਵਾਪਸ ਨਿਕਲੂੰਗੀ। ਮੈਨੂੰ ਲੱਗਦਾ ਉਸ ਵਕਤ ਅਸੀਂ ਇਸ ਚੀਜ਼ 'ਤੇ ਜਮਾਂ ਹੀ ਧਿਆਨ ਨਹੀਂ ਦਿੰਦੇ। ਸਾਨੂੰ ਸਿਰਫ ਇਹ ਹੁੰਦਾ ਕਿ ਇਹਨੇ ਅੰਦਰ ਜਾਣਾ ਅਤੇ ਛੇਤੀ ਬੱਚਾ ਹੋ ਜਾਵੇ, ਸਾਨੂੰ ਪਤਾ ਲੱਗੇ ਬੱਚਾ ਕੀ ਆ, ਹੈ ਨਾ। ਅਤੇ ਮੈਨੂੰ ਲੱਗਦਾ ਹੁੰਦਾ ਕਿ ਉਸ ਵਕਤ ਤਾਂ ਸੱਚੀ ਉਹਨੂੰ ਇੰਨਾ ਜ਼ਿਆਦਾ ਮਤਲਬ ਇਮੋਸ਼ਨਲੀ ਪੈਂਪਰ ਕੀਤਾ ਜਾਣਾ ਚਾਹੀਦਾ ਕਿ ਉਹਨੂੰ ਲੱਗੇ ਕਿ ਨਹੀਂ ਸਾਰਾ ਕੁਛ ਠੀਕ ਆ। ਅਤੇ ਮੈਂ ਜਦੋਂ ਮੇਰੀ ਸੈਕਿੰਡ ਡਿਲੀਵਰੀ ਸੀਗੀ, ਮਤਲਬ ਅੰਦਰ ਜਾਣ ਤੱਕ ਮੈਂ ਆਪਣੇ ਬੱਚੇ ਨੂੰ ਪਹਿਲੇ ਨੂੰ ਦੇਖ ਰਹੀ ਸੀ ਕਿ ਮੈਂ ਇੱਥੋਂ ਠੀਕ ਵਾਪਸ ਆਊਂਗੀ ਜਾਂ ਨਹੀਂ, ਹੈ ਨਾ। ਨਹੀਂ, ਇਹ ਮੈਮ ਬਿਲਕੁਲ ਤੁਹਾਡਾ ਇਮੋਸ਼ਨ ਠੀਕ ਹੈ, ਕਿਉਂਕਿ ਦੇਖੋ ਮੈਂ ਚਾਹੇ ਤੁਸੀਂ ਮੰਨੋ ਜਾਂ ਨਾ ਮੰਨੋ ਕਿ ਇਹ ਲੇਬਰ ਪੇਨ ਜਿਹੜੀ ਹੈ, ਜਿੱਦਾਂ ਬਹੁਤ ਜ਼ਿਆਦਾ ਦੱਸਿਆ ਵੀ ਗਿਆ ਹੈ ਕਿ ਇੰਨੀਆਂ ਬੋਨਸ ਜਿਹਦੇ ਮੋਰ ਦੈਨ 10 ਬੋਨਸ ਕਰੈਕ ਹੋਣ ਦੇ ਬਰਾਬਰ ਦੀ ਪੇਨ ਹੁੰਦੀ ਹੈ, ਹੈ ਨਾ। ਉਹ ਕਲੀਅਰ ਕਰਨਾ ਆਸਾਨ ਨਹੀਂ ਹੁੰਦਾ ਤੁਹਾਡੇ। ਉਸ ਤੋਂ ਬਾਅਦ ਜਿਹੜੀ ਮੇਨ ਚੀਜ਼ ਹੈ, ਇੱਕ ਤਾਂ ਜਿਹੜੀ ਡਿਲੀਵਰੀ ਰੂਮ 'ਚ ਜਾਣ ਵਾਲਾ, ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਟੌਰਚਰ 1.5 ਮਹੀਨੇ ਵਾਲਾ ਰਾਤ ਨੂੰ ਜਾਗ ਕੇ ਝੇਲਿਆ ਹੁੰਦਾ ਨਾ, ਉਸ ਤੋਂ ਵੀ ਬੜੇ ਡਰੇ ਹੁੰਦੇ ਹੋ। ਉਹਦੇ 'ਚ ਸਪੋਰਟ ਚਾਹੀਦੀ ਹੈ ਫੈਮਿਲੀ ਦੀ। ਮੈਂ ਹੁਣੇ ਪਿੱਛੇ ਜੇ ਨਾ ਮੇਰੇ ਕੋਲ ਪਿਛਲੇ 10 ਦਿਨ ਪਹਿਲਾਂ ਇੱਕ 14 ਇਅਰਸ ਬਾਅਦ ਬੇਟਾ ਹੋਇਆ, ਤਾਂ ਓਟੀ 'ਚ ਪੇਸ਼ੈਂਟ ਨੂੰ ਬੜੀ ਪ੍ਰੋਬਲਮ ਸੀ ਜੀ, ਬਹੁਤ ਪ੍ਰੋਬਲਮ ਸੀ। ਤਾਂ ਉਹ ਬੱਚੀ ਵੀ ਬੜੀ ਸਟਰੋਂਗ ਸੀ ਜੀ, ਹੈ ਨਾ, ਉਹਨਾਂ ਨੂੰ ਚਲੋ ਪਰਮਾਤਮਾ ਨੇ ਵੀ ਭਾਗ ਲਾਇਆ, ਸਭ ਕੁਝ ਹੋਇਆ। ਜਦੋਂ ਮੈਂ ਬਾਹਰ ਆਈ ਨਾ, ਤਾਂ ਮੈਂ ਫਿਰ ਸਰ ਨੂੰ ਕਿਹਾ, ਮੈਂ ਕਿਹਾ ਸਰ ਵੀ ਤੁਸੀਂ ਇਹਦੀ ਕਦਰ ਕਰਿਓ ਕਿ ਇਹ ਪਤਾ ਨਹੀਂ ਕਿਸ ਚੀਜ਼ ਤੋਂ ਬੇਬੀ ਤੁਹਾਡਾ ਲੈ ਕੇ ਆਈ ਹੈ, ਜਿਹੜਾ ਇਹਦਾ ਸੈਕਰੀਫਾਈਸ ਹੈ ਭੁੱਲਣਾ ਬਹੁਤ ਔਖਾ ਹੈ। ਤਾਂ ਮੈਂ ਹਮੇਸ਼ਾ ਇਹ ਕਹਿੰਦੀ ਹਾਂ, ਜਦੋਂ ਵੀ ਪੇਸ਼ੈਂਟ ਤੁਹਾਡਾ ਜਾਂਦਾ, ਜਦੋਂ ਜਿੱਦਾਂ ਨਾਰਮਲ ਡਿਲੀਵਰੀ 'ਚ ਤਾਂ ਜਦੋਂ ਕਈ ਵਾਰ ਸਡਨਲੀ ਪੇਨਸ ਲੱਗ ਜਾਂਦੀਆਂ, ਤੁਹਾਡੇ ਕੋਲ 2-4 ਘੰਟੇ ਹੁੰਦੇ ਆ। ਸਿਜ਼ੇਰੀਅਨ 'ਚ ਤਾਂ ਪੇਸ਼ੈਂਟ ਨਾ 2 ਦਿਨ ਪਹਿਲਾਂ ਕਈ ਵਾਰ ਨੀਂਦ ਹੀ ਨਹੀਂ ਆ ਰਹੀ ਹੁੰਦੀ ਕਿ ਹੁਣ ਸਿਜ਼ੇਰੀਅਨ ਹੋਣਾ, ਹੁਣ ਸਿਜ਼ੇਰੀਅਨ ਹੋਣਾ। ਤੁਹਾਡਾ ਇੱਕ ਇਮੋਸ਼ਨਲ ਸਪੋਰਟ ਬਹੁਤ ਜ਼ਰੂਰੀ ਹੈ ਕਿ ਕੁਛ ਨਹੀਂ, ਅਸੀਂ ਬਾਹਰ ਹੀ ਖੜੇ ਹਾਂ, ਤੂੰ ਬਿਲਕੁਲ ਟੈਨਸ਼ਨ ਨਹੀਂ ਲੈਣੀ, ਹੈ ਨਾ, ਕਿ ਸਾਰਾ ਕੁਝ ਠੀਕ ਹੋਏਗਾ। ਡਾਕਟਰ ਵੀ ਰੀਅਸ਼ੋਰੈਂਸ ਦੇ, ਜਸਟ ਹੋਲਡ ਹੈਂਡ। ਮੈਂ ਤਾਂ ਹਮੇਸ਼ਾ ਕਹਿੰਦੀ ਹਾਂ, ਮੈਂ ਹਰੇਕ ਪੇਸ਼ੈਂਟ ਨਾਲ ਵੀ ਇਹ ਕਰਦੀ ਹਾਂ। ਕਈ ਵਾਰ ਤਾਂ ਪੇਸ਼ੈਂਟ ਦੇ ਕੋਲ ਵੀ ਸਾਨੂੰ ਖੜੇ ਹੋ ਕੇ ਕਹਿਣਾ ਪੈਂਦਾ ਕਿ ਉਹਨਾਂ ਨੂੰ ਦਿਓ, ਹੌਸਲਾ ਦਿਓ ਕਿ ਬਹੁਤ ਪਾਵਰਫੁਲ ਹੋ, ਆਪ ਸਭ ਕੁਝ ਕਰ ਸਕਦੇ ਹੋ। ਕਿੰਨੇ 2-3 ਘੰਟੇ ਦੀ ਗੱਲ ਹੈ ਬੇਟੇ, ਸਭ ਠੀਕ ਹੋਏਗਾ। ਹੌਸਲਾ ਮੈਮ ਬਹੁਤ ਕੰਮ ਕਰਵਾ ਸਕਦਾ। ਤਾਂ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹਾਂ ਕਿ ਤੁਹਾਨੂੰ ਮੈਂਟਲੀ ਪੇਸ਼ੈਂਟ ਨੂੰ ਨਾ ਜ਼ਿਆਦਾ ਡਿਲੀਵਰੀ ਪੇਨਸ ਦੀਆਂ ਗੱਲਾਂ ਹੀ ਨਾ ਕਰੋ। ਔਰ ਇੱਕ ਹੋਰ ਮੈਮ ਪਲੀਜ਼, ਮੈਂ ਨਾ ਸਾਰੇ ਪੇਸ਼ੈਂਟਸ ਨੂੰ ਇੱਕ ਨਾ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਜ਼ਿਆਦਾਤਰ ਮੈਮ ਨॉर्मल डिलीवरी तो ਤਾਂ ਵੀ ਡਰਨ ਲੱਗ ਗਏ। ਇਹ ਨਾ ਬਹੁਤ YouTube पे देखने लग गए, YouTube ਤੇ ਬਹੁਤ ਦੇਖਣ ਲੱਗ ਗਏ ਕਿ ਪੇਨਸ ਇਸ ਤਰ੍ਹਾਂ ਦੀਆਂ ਹੁੰਦੀਆਂ। ਨਹੀਂ, ਇੰਨੀ ਜਨਰੇਸ਼ਨਸ ਤੋਂ ਪੇਨਸ ਲੈ ਕੇ ਤੁਸੀਂ ਵੀ ਆਏ ਹੋ, ਤੁਹਾਡੇ ਇੰਨੇ ਆਏ ਆ। ਇਟ ਇਜ਼ ਜਸਟ ਅ ਡੇ, ਹੋ ਜਾਏਗਾ। ਲੇਕਿਨ ਜੇ ਤੁਸੀਂ ਪਹਿਲਾਂ ਹੀ ਡਰ ਕੇ ਬੈਠ ਗਏ ਫਿਰ ਥੋੜਾ ਔਖਾ ਹੋਏਗਾ, ਠੀਕ ਹੈ। ਹੁਣ ਮਤਲਬ ਕਿ ਜਿਹੜੇ ਇਹ 2-4 ਘੰਟੇ ਦੀ ਗੱਲ ਹੈ, ਤੁਸੀਂ ਸਾਰੇ ਸਪੋਰਟਿਵ ਫੈਮਿਲੀ ਨਾਲ ਹੁੰਦੀ ਹੈ, ਡਾਕਟਰ ਹੈ, ਸਟਾਫ ਹੈ, ਸਭ ਦੀ ਮਿਹਨਤ ਨਾਲ ਬਿਲਕੁਲ ਨਾਰਮਲ ਡਿਲੀਵਰੀ ਹੋ ਜਾਏਗੀ। ਇਹ ਕਾਈਂਡਲੀ ਇਹਨਾਂ ਚੀਜ਼ਾਂ ਨੂੰ ਨਾ ਉਹਦੇ ਤੇ ਨਾ ਦੇਖੋ। ਥੋੜਾ ਜਿਹਾ ਸਾਈਕੋਲੋਜੀਕਲੀ ਮੈਮ ਹੁੰਦਾ ਹੀ ਹੈ, ਹਨਾ, ਕਿ ਇਫੈਕਟ ਆਉਣ ਲੱਗ ਜਾਂਦਾ ਕਿ ਪਤਾ ਨਹੀਂ ਕੀ ਅਲੱਗ ਆਊਟ ਆਫ ਦਾ ਵਰਡ ਹੋਏਗਾ, ਐਸਾ ਕੁਝ ਨਹੀਂ। ਹਾਂਜੀ, ਇੱਕ ਚੀਜ਼ ਹੋਰ ਆ, ਮੈਂ ਚਾਹੁੰਦੀ ਹਾਂ ਵੀ ਇਹ ਵੀ ਆਪਾਂ ਮਿਸ ਨਾ ਕਰੀਏ। ਜਿਵੇਂ ਆਪਣੇ ਕਹਿ ਦਿੰਦੇ ਵੀ ਕਈ ਵਾਰ ਫਾਲਸ ਪੇਨ ਤੁਹਾਨੂੰ ਹੋਣ ਲੱਗ ਜਾਂਦੇ ਆ ਨਾ, ਜਿਵੇਂ ਆਪਾਂ ਆਪਣੇ ਘਰਾਂ ਕਹਿੰਦੇ ਵੀ ਇਹ ਤਾਂ ਝੂਠੀਆਂ ਦਰਦਾਂ ਨੇ ਨਾ ਤੁਹਾਨੂੰ। ਉਸ ਪੇਨ 'ਚ ਤੇ ਡਿਲੀਵਰੀ ਤੋਂ ਪਹਿਲਾਂ ਵਾਲਾ ਜਿਹੜਾ ਪੇਨ ਆਪਾਂ ਨੂੰ ਹੁੰਦਾ, ਉਹਦੇ 'ਚ ਅਸੀਂ ਕਿਵੇਂ ਫਰਕ ਕਰ ਸਕਦੇ? ਕਿਉਂਕਿ ਕਈ ਜਿਵੇਂ ਬਹੁਤ ਪਿੰਡਾਂ 'ਚ ਰਹਿੰਦੇ ਹੁੰਦੇ ਨੇ, ਸ਼ਹਿਰਾਂ ਤੋਂ ਦੂਰ ਹੁੰਦੇ ਆ, ਹੈ ਨਾ। ਤੁਹਾਡੇ ਡਾਕਟਰ ਸ਼ਹਿਰ 'ਚ ਹੁੰਦੀ ਆ, 25-30 ਮਿੰਟ ਦਾ ਕਈ ਵਾਰੀ ਰਸਤਾ ਹੁੰਦਾ, ਅਤੇ ਅਸੀਂ ਉਦੋਂ ਹੀ ਭੱਜ ਲੈਂਦੇ ਹਾਂ ਡਾਕਟਰ ਕੋਲ। ਫਿਰ ਉੱਥੇ ਜਾ ਕੇ ਪਤਾ ਲੱਗਦਾ, ਉਹ ਤੁਹਾਨੂੰ ਦੱਸਦੇ ਆ ਕਿ ਨਹੀਂ ਹਾਲੇ ਤੁਹਾਡੀ ਡਿਲੀਵਰੀ ਨਹੀਂ ਹੈ ਨਾ। ਤਾਂ ਉਸ ਚੀਜ਼ 'ਚ ਅਸੀਂ ਆਪ ਫਰਕ ਕਰ ਸਕਦੇ ਹਾਂ? ਹਾਂਜੀ, ਬਿਲਕੁਲ ਕਰ ਸਕਦੇ ਹਾਂ ਮੈਮ। ਫਾਲਸ ਪੇਨਸ ਦਾ ਮਤਲਬ ਹੁੰਦਾ ਇੱਕ ਤਾਂ ਉਹ ਰੈਗੂਲਰ ਹੀ ਹੁੰਦੀ ਹੈ। ਅੱਛਾ ਜੀ, ਠੀਕ ਹੈ। ਇੱਕ ਜਿੱਦਾਂ 9 ਮੰਥ ਲੱਗ ਜਾਂਦਾ, ਉਦੋਂ ਪੇਸ਼ੈਂਟ ਨੂੰ ਥੋੜਾ ਜਿਹਾ ਹੁੰਦਾ ਕਿ ਹੁਣ ਪੇਨਸ ਲੱਗਣ ਵਾਲੀਆਂ। ਤਾਂ ਕਈ ਵਾਰ UTI ਕਰਕੇ ਵੀ ਲੱਗਦਾ ਹੁੰਦਾ ਕਿ ਨੀਚੇ ਵੱਲ ਥੋੜਾ ਜਿਹਾ ਪ੍ਰੈਸ਼ਰ ਹੈ। ਤਾਂ ਜੇ ਕਿਸੇ ਪੇਸ਼ੈਂਟ ਨੂੰ ਰੈਗੂਲਰ ਕੋਈ ਪੇਨ ਹੋ ਰਹੀ ਹੈ ਤਾਂ ਇਹਦਾ ਮਤਲਬ ਉਹ ਜ਼ਿਆਦਾਤਰ ਫਾਲਸ ਪੇਨ ਹੈ। ਦੂਸਰਾ ਕਿ ਜਿਹੜੇ ਰੀਅਲ ਪੇਨ ਹੋਏਗੀ, ਇੱਕ ਤਾਂ ਉਹ ਇੰਟਰਮੀਟੈਂਟ ਹੁੰਦੀ ਹੈ, ਯਾਨੀ ਕਿ ਪਹਿਲਾਂ ਪੇਸ਼ੈਂਟ ਨੂੰ ਅੱਧੇ ਘੰਟੇ ਬਾਅਦ ਇੱਕ ਪੇਨ ਆਏਗੀ, ਉਹ ਕੰਟਰੈਕਸ਼ਨ ਦੀ ਤਰ੍ਹਾਂ ਆਏਗੀ,
ਫਿਰ ਰਿਲੈਕਸ ਹੋ ਜਾਏਗਾ ਯੂਟਰਸ। ਅੱਧੇ ਘੰਟੇ ਤੋਂ ਬਾਅਦ ਉਹ ਫਿਰ 25 ਮਿੰਟ 20 ਮਿੰਟ ਇਸ ਤਰ੍ਹਾਂ ਕਰਕੇ ਉਹਦੀ ਡਿਊਰੇਸ਼ਨ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਜਾਂ ਕਿਸੇ ਪੇਸ਼ੈਂਟ ਨੂੰ ਕਿ ਕੋਈ ਸਡਨਲੀ ਵਾਟਰੀ ਡਿਸਚਾਰਜ, ਜਿੱਦਾਂ ਕਿ ਤੁਹਾਨੂੰ ਇੰਨਾ ਕੁ ਡਿਸਚਾਰਜ ਹੋਏ ਕਿ ਪੈਡ ਲਗਾਉਣਾ ਪਵੇ, ਤਾਂ ਇਮੀਡੀਏਟਲੀ ਗੋ ਟੂ ਦਾ ਡਾਕਟਰ। ਜਾਂ ਫਿਰ ਜਿਹੜੀ ਅਸਲੀ ਪੇਨ ਹੁੰਦੀ ਹੈ ਕਈ ਵਾਰ ਉਹਦੇ ਨਾਲ ਬਲੱਡ ਸਟੇਨ ਵੀ ਲੱਗ ਜਾਂਦਾ, ਤੇ ਜੇ ਉਹ ਲੱਗਦਾ ਤਾਂ ਕਾਈਂਡਲੀ ਇਹ ਫਿਰ ਤੁਹਾਡੇ ਜਿਹੜੀ ਆ ਰੀਅਲ ਪੇਨਸ ਦੇ ਵੱਲ ਇੰਡੀਕੇਟ ਕਰਦਾ, ਤਾਂ ਡਾਕਟਰ ਨੂੰ ਮਿਲੋ। ਜਿਹੜੀ ਪੇਨ ਰੈਗੂਲਰ ਹੋ ਰਹੀ ਹੈ ਉਹ ਜ਼ਿਆਦਾਤਰ ਫਾਲਸ ਹੁੰਦੀ ਹੈ, ਉਹ ਤੁਹਾਡੀ ਥੋੜੀ ਜਿਹੀ ਰੈਸਟ ਕਰਨ ਨਾਲ ਜਾਂ ਹਲਕਾ ਜਿਹਾ ਪਾਣੀ, ਜਿੱਦਾਂ ਕੋਸਾ ਪਾਣੀ ਲੈ ਲਿਆ, ਉਹਦੇ ਨਾਲ ਕਵਰ ਹੋ ਜਾਂਦੀ ਹੈ। ਜਿਹੜੀ ਪੇਨਸ ਹੈ ਉਹਦੀ ਡਿਊਰੇਸ਼ਨ ਘਟਦੀ ਜਾਂਦੀ ਹੈ, ਜਿਹੜੀ ਅਸਲੀ ਦਰਦਾਂ ਹੁੰਦੀਆਂ ਜਿਹਨੂੰ ਕਹਿੰਦੇ ਆ, ਉਹਦੀ ਡਿਊਰੇਸ਼ਨ ਘਟਦੀ ਜਾਂਦੀ। ਜਿੱਦਾਂ ਪਹਿਲਾਂ ਅੱਧੇ ਘੰਟੇ ਬਾਅਦ ਆ ਰਹੀ ਸੀ, ਫਿਰ 20 ਮਿੰਟ ਬਾਅਦ, ਫਿਰ 15 ਮਿੰਟ ਬਾਅਦ ਇੱਦਾਂ ਹੋਣਾ ਸ਼ੁਰੂ ਹੋ ਜਾਂਦੀ ਹੈ। ਜਾਂ ਫਿਰ ਜਿੱਦਾਂ ਕਹਿੰਦੇ ਆ ਕਿ ਕ੍ਰੈਂਪਸ ਦੀ ਤਰ੍ਹਾਂ ਹੁੰਦੀ ਹੈ, ਇੱਕਦਮ ਕ੍ਰੈਂਪ ਆਇਆ ਫਿਰ ਰਿਲੈਕਸ ਹੋ ਗਿਆ, ਫਿਰ ਕ੍ਰੈਂਪ ਆਇਆ ਫਿਰ ਰਿਲੈਕਸ ਹੋ ਗਿਆ, ਉਸ ਪੇਨ ਤੇ ਇਹਦੇ 'ਚ ਫਰਕ ਹੁੰਦਾ। ਹਾਂਜੀ, ਕੋਈ ਹੋਰ ਗੱਲ ਜਿਹੜੀ ਤੁਸੀਂ ਆਪਣੇ ਵੱਲੋਂ ਦੱਸਣਾ ਚਾਹੁੰਦੇ ਹੋ, ਜਿਹੜੀ ਤੁਹਾਨੂੰ ਲੱਗਦਾ ਕਿ ਆਪਾਂ ਮਿਸ ਕੀਤੀ ਹੋਵੇ? ਕਿਉਂਕਿ ਬਹੁਤ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਇਹ ਬਹੁਤ ਵਾਸਟ ਵਿਸ਼ੇ ਨੇ, ਹੈ ਨਾ, ਜਿਨ੍ਹਾਂ ਨੂੰ ਮਤਲਬ ਇੱਕ ਇੰਟਰਵਿਊ 'ਚ ਕਦੇ ਕੰਪਲੀਟ ਨਹੀਂ ਕੀਤਾ ਜਾ ਸਕਦਾ। ਮੈਂ ਇੱਕ ਗੱਲ ਕਹਿ ਰਹੀ ਹਾਂ ਕਿ ਜਦੋਂ ਵੀ ਕਿਸੇ ਨੂੰ ਪ੍ਰੈਗਨੈਂਸੀ ਹੁੰਦੀ ਹੈ, ਚਾਹੇ ਉਹ ਡਾਕਟਰ ਹੈ ਚਾਹੇ ਉਹ ਪੇਸ਼ੈਂਟ ਹੈ, ਪਰਮਾਤਮਾ ਨਾਲ ਜੁੜ ਕੇ ਰਹੋ। ਕਿਉਂਕਿ ਇਹ ਜਿਹੜੀ ਚੀਜ਼ ਹੈ ਨਾ, ਇਹ ਪਰਮਾਤਮਾ ਵੱਲੋਂ ਇੱਕ ਬਹੁਤ ਗ੍ਰੇਸਫੁਲ ਗਿਫਟ ਹੈ ਤੁਹਾਨੂੰ। ਇਹਦੇ ਵਿੱਚ ਮੈਡੀਕਲ ਸਾਇੰਸ ਕੁਝ ਸਿਰਫ ਤੁਹਾਨੂੰ ਹੈਲਪ ਕਰ ਸਕਦੀ ਹੈ 9 ਮੰਥ ਲੈ ਕੇ ਜਾਣ 'ਚ। ਉਹਦੇ ਵਿੱਚ ਕਈ ਵਾਰ ਤਾਂ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਤੁਸੀਂ ਡਾਕਟਰ ਦੇ ਕੋਲ ਜਾਂਦੇ ਹੋ, ਅਲਟਰਾਸਾਊਂਡ ਕਰਾਉਂਦੇ ਹੋ, ਹਾਰਟ ਬੀਟ ਮਿਸ ਹੈ, ਤਾਂ ਕਾਈਂਡਲੀ ਬੀ ਸਪਿਰਿਚੁਅਲ, ਪਰਮਾਤਮਾ ਦਾ ਹਮੇਸ਼ਾ ਪੋਜ਼ਿਟਿਵ ਰੱਖੋ। ਦੂਸਰਾ, ਘਰ ਦਾ ਹੈਲਦੀ ਖਾਣਾ ਖਾਓ, ਜ਼ਿਆਦਾ ਐਗਜ਼ਰਟ ਨਾ ਕਰੋ। ਇੱਕ ਬਿਲਕੁਲ ਨੈਚੁਰਲ ਪ੍ਰੋਸੀਜਰ ਹੈ, ਇਹਨੂੰ ਜ਼ਿਆਦਾ ਸਰਚ ਕਰਨ ਨਾਲੋਂ ਆਪਣੇ ਡਾਕਟਰ ਦੀ ਔਰ ਜਿਹੜੇ ਤੁਹਾਡੇ ਪੁਰਾਣੇ ਬਜ਼ੁਰਗ ਆ ਉਹਨਾਂ ਦੀ ਗੱਲ ਸੁਣੋ, ਉਹ ਬੈਟਰ ਬੈਨੀਫੀਸ਼ੀਅਲ ਉਹ ਜ਼ਿਆਦਾ ਹੋਏਗਾ। ਠੀਕ ਹੈ। ਔਰ ਦੂਸਰਾ, ਜਿੰਨੇ ਮਿਥ ਹੈ ਨਾ ਉਹਨਾਂ ਤੋਂ ਬਚ ਕੇ ਰਹੋ। ਜਸਟ ਟਾਕ ਟੂ ਯੋਰ ਡਾਕਟਰ ਕਿ ਬੇਸਿਕਲੀ ਜਿੰਨਾ ਪੇਸ਼ੈਂਟ ਐਕਟਿਵ ਰਹਿੰਦਾ, ਜਿਹੜੇ ਪੇਸ਼ੈਂਟ ਐਕਟਿਵ ਰਹਿੰਦੇ ਉਹਨਾਂ ਦੀ ਡਿਲੀਵਰੀ 'ਚ ਬਹੁਤ ਆਸਾਨੀ ਰਹਿੰਦੀ ਹੈ। ਜਦ ਤੱਕ ਤੁਹਾਨੂੰ ਕੋਈ ਮੈਡੀਕਲ ਇਸ਼ੂ ਨਹੀਂ ਹੈ, ਡੋਂਟ ਲਾਈ ਡਾਊਨ ਸਾਰਾ। ਔਰ ਸਭ ਤੋਂ ਜ਼ਿਆਦਾ ਜਿਹੜੇ ਪੇਸ਼ੈਂਟ ਪ੍ਰੈਗਨੈਂਸੀ ਦੇ ਵਿੱਚ ਹੁੰਦੇ ਆ, ਉਹਨਾਂ ਦਾ ਇੱਕ ਕਾਈਂਡਲੀ ਧਿਆਨ ਰੱਖੋ ਕਿ ਆਪਣੀ ਬਲੱਡ ਸ਼ੂਗਰ, BP ਔਰ ਕੀ ਕਹਿੰਦੇ ਥਾਇਰਾਇਡ, HB, ਇਹਨਾਂ ਦੀ ਮੋਨੀਟਰਿੰਗ ਮੰਥ ਦੇ ਬਾਅਦ ਕਰਵਾਉਂਦੇ ਰਹੋ। ਕਿ ਕਈ ਪੇਸ਼ੈਂਟ ਨੂੰ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੁੰਦੀ, ਸਡਨਲੀ 7 ਮੰਥ ਤੇ ਜਾ ਕੇ ਸ਼ੂਗਰ ਵੱਧ ਜਾਂਦੀ ਹੈ, ਤਾਂ ਕਾਈਂਡਲੀ ਇਹ ਚੀਜ਼ਾਂ ਦੀ ਮੋਨੀਟਰਿੰਗ ਜ਼ਰੂਰ ਕਰਵਾਉਂਦੇ ਰਹੋ। ਔਰ ਜਦੋਂ ਵੀ ਤੁਹਾਡਾ ਹੈ ਕਿ ਆਲ ਆਫ ਅ ਸਡਨ ਨਹੀਂ ਮਿਰੇਕਲ ਹੋਣਾ, ਤਾਂ ਹੀ ਅੱਜ ਕੱਲ੍ਹ ਸਿਜ਼ੇਰੀਅਨ ਦੇ ਰੇਟ ਵੱਧ ਰਹੇ ਆ, ਕਿ ਤੁਸੀਂ ਕਾਈਂਡਲੀ ਐਕਟਿਵ ਰਹੋ। ਜੇ ਤੁਸੀਂ ਐਕਟਿਵ ਰਹੋਗੇ ਤਾਂ ਤੁਹਾਨੂੰ ਨਾਰਮਲ ਡਿਲੀਵਰੀ 'ਚ ਪ੍ਰੋਬਲਮ ਹੀ ਨਹੀਂ ਆਏਗੀ। ਔਰ ਕੋਲਡ ਡਰਿੰਕਸ ਬਿਲਕੁਲ ਨਹੀਂ ਪੀਣਾ ਬੱਚਾ, ਜਿੰਨਾ ਹੋ ਸਕੇ ਲੱਸੀ, ਦੁੱਧ, ਦਹੀਂ, ਸ਼ਿਕੰਜਵੀ, ਘਰ ਦੀਆਂ ਚੀਜ਼ਾਂ ਖਾਓ, ਬਾਹਰ ਦੀ ਪੈਕਡ ਫੂਡ ਬਿਲਕੁਲ ਨਹੀਂ ਖਾਣਾ। ਔਰ ਬਹੁਤ ਅੱਛਾ ਮੂਮੈਂਟ ਸਭ ਦੀ ਲਾਈਫ 'ਚ ਆਏ। ਥੈਂਕ ਯੂ ਮੈਮ। ਥੈਂਕ ਯੂ। ਇੱਕ ਗੱਲ ਮੈਂ ਆਪਣੇ ਵੱਲੋਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਵਾਕਈ ਜਿਹੜੀ ਅਖੀਰ ਤੇ ਉਹਨਾਂ ਗੱਲ ਕਹੀ ਨਾ ਕਿ ਅੱਜ ਕੱਲ੍ਹ ਅਸੀਂ ਡਾਕਟਰ ਕੋਲੇ ਜਾਂਦੇ ਨਹੀਂ, ਕਿਉਂਕਿ ਸਾਨੂੰ ਲੱਗਦਾ ਕਿ ਡਾਕਟਰੀ ਇਲਾਜ ਨੇ ਜਿਹੜੇ ਬਹੁਤ ਮਹਿੰਗੇ ਹੋ ਗਏ ਨੇ, ਅਤੇ ਬਹੁਤ ਜ਼ਿਆਦਾ ਕੁੜੀਆਂ ਅਸੀਂ ਸੁਣਦੇ ਹੁੰਦੇ ਕਹਿੰਦੀਆਂ ਹੁੰਦੀਆਂ ਨੇ ਕਿ ਲੱਖ ਲੱਖ ਰੁਪਏ 'ਚ ਸਜੇਰੀਅਨ ਪਿਆ, ਹੈ ਨਾ। ਤਾਂ ਉਹ ਹੋਣ ਦਾ ਕਾਰਨ ਵੀ ਇਹੀ ਹੈ ਕਿਉਂਕਿ ਇਸ ਚੀਜ਼ ਦੀ ਬਹੁਤਾਤ ਵੱਧ ਗਈ ਆ। ਅਤੇ ਅਸੀਂ ਨਾ ਇਹੀ ਚੀਜ਼ ਕਰਦੇ ਹਾਂ ਕਿ ਅਸੀਂ ਸੱਚੀ ਆਪਣੀ ਪ੍ਰੈਗਨੈਂਸੀ ਨੂੰ ਬਿਮਾਰੀ ਬਣਾ ਲੈਂਦੇ ਹਾਂ, ਜਾਂ ਫਿਰ ਆਰਾਮ ਕਰਨ ਦਾ ਬਹਾਨਾ ਵੀ ਬਣਾ ਲੈਂਦੇ ਹਾਂ। ਕਈ ਵਾਰੀ ਸਾਨੂੰ ਲੱਗਦਾ ਕਿ 9 ਮਹੀਨੇ ਅਸੀਂ ਬੈੱਡ ਤੋਂ ਨਾ ਉੱਠੀਏ। ਮੈਨੂੰ ਲੱਗਦਾ ਕਿ ਇਹਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ। ਜੇ ਤੁਹਾਡਾ ਸਰੀਰ ਤੰਦਰੁਸਤ ਆ, ਤੁਸੀਂ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੇ ਹੋ ਅਤੇ ਉਹ ਬੱਚਾ ਤੰਦਰੁਸਤ ਹੋਵੇ, ਮੈਨੂੰ ਲੱਗਦਾ ਤੁਹਾਨੂੰ ਵਾਕਈ ਐਕਟਿਵ ਰਹਿਣਾ ਚਾਹੀਦਾ। ਜਿੰਨਾ ਕੰਮ ਤੁਸੀਂ ਕਰ ਸਕਦੇ ਹੋ ਤੁਹਾਨੂੰ ਕਰਨਾ ਚਾਹੀਦਾ, ਚੰਗੀ ਖੁਰਾਕ ਲੈਣੀ ਚਾਹੀਦੀ ਆ। ਅਤੇ ਪਰਿਵਾਰ ਨੂੰ ਚਾਹੀਦਾ ਹੈ ਕਿ ਜੇ ਫਿਜ਼ੀਕਲੀ ਤੁਸੀਂ ਓਨਾ ਫਿੱਟ ਨਹੀਂ ਮਹਿਸੂਸ ਕਰ ਰਹੇ ਤਾਂ ਉਸ ਟਾਈਮ ਉਹ ਤੁਹਾਡੀ ਸਪੋਰਟ ਕਰੇ, ਅਤੇ ਖਾਸ ਕਰਕੇ ਮੈਂਟਲੀ ਤੁਹਾਨੂੰ ਘਰ 'ਚ ਇੱਦਾਂ ਦਾ ਮਾਹੌਲ ਮਿਲਣਾ ਚਾਹੀਦਾ ਕਿ ਤੁਸੀਂ ਵੀ ਉਨੇ ਹੀ ਚਾਅ ਨਾਲ ਆਪਣੇ ਬੱਚੇ ਨੂੰ ਵੈਲਕਮ ਕਰੋ ਜਿੰਨਾ ਕਿ ਬਾਕੀ ਦਾ ਪਰਿਵਾਰ ਸੋਚ ਰਿਹਾ ਨਾ। ਬਾਕੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੁੰਦੀਆਂ ਹੀ ਰਹਿੰਦੀਆਂ ਨੇ, ਜਿਵੇਂ ਮੈਮ ਨੇ ਤੁਹਾਨੂੰ ਸਾਰੀਆਂ ਹੀ ਦੱਸਤੀਆਂ ਨੇ ਕਿ ਥੋੜ੍ਹੇ ਕੰਪਲੀਕੇਸ਼ਨਸ ਕਈ ਵਾਰੀ ਹੋ ਜਾਂਦੇ ਆ, ਪਰ ਇਹਨੂੰ ਬੜਾ ਵੱਡਾ ਹਊਆ ਨਹੀਂ ਆਪਾਂ ਬਣਾਉਣਾ। ਅਤੇ ਆਪਾਂ ਵੀ ਚਾਹੁੰਦੇ ਹਾਂ ਕਿ ਹਰ ਕੋਈ ਆ ਜਿਹੜਾ ਉਹ ਤੰਦਰੁਸਤ ਬੱਚੇ ਨਾਲ ਘਰੇ ਆਵੇ, ਹੈ ਨਾ। ਅਤੇ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਤੋਂ ਜ਼ਰੂਰ ਕੁਛ ਸਿੱਖੋਗੇ। ਅਤੇ ਜਦੋਂ ਵੀ ਆਪਣੇ ਡਾਕਟਰ ਨੂੰ ਮਿਲਦੇ ਹੋ ਤਾਂ ਸਿਰਫ ਬੱਚੇ ਬਾਰੇ ਗੱਲਬਾਤ ਨਾ ਕਰੋ, ਆਪਦੇ ਮਨ 'ਚ ਵੀ ਜੋ ਆਪਣੇ ਆਪ ਨੂੰ ਲੈ ਕੇ ਸਵਾਲ ਨੇ ਕਿ ਮੈਂ ਕਿਵੇਂ ਦੀ ਖੁਰਾਕ ਲਵਾਂ, ਕਿੰਨੀ ਕੁ ਰੈਸਟ ਲਵਾਂ, ਮੈਨੂੰ ਕਿਵੇਂ ਦੀ ਐਕਸਰਸਾਈਜ਼ ਕਰਨੀ ਚਾਹੀਦੀ ਆ, ਜਾਂ ਆਲੇ ਦੁਆਲੇ ਕਿੱਦਾਂ ਦਾ ਵਿਚਰਨਾ ਚਾਹੀਦਾ, ਕੋਈ ਚੰਗੀ ਕਿਤਾਬ ਹੈਗੀ ਆ ਜਿਹੜੀ ਇੱਦਾਂ ਦੀਆਂ ਚੀਜ਼ਾਂ 'ਤੇ ਉਹ ਕਿਹੜੀ ਪੜ੍ਹਨੀ ਚਾਹੀਦੀ ਆ, ਇਹ ਸਾਰੀਆਂ ਗੱਲਾਂ ਵੀ ਕਰਿਆ ਕਰੋ। ਅਤੇ ਤੁਸੀਂ ਤੰਦਰੁਸਤ ਰਹੋ। ਇਸੇ ਦੁਆ ਨਾਲ ਸਤਿ ਸ਼੍ਰੀ ਅਕਾਲ।